हाँ जी। फेसबुक ग्रुप ਸਿਰਜਣਾਤਮਕ ਸਿੱਖਿਆ ਸੰਸਾਰ ਦੇ ਇਸ 32ਵੇਂ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਸਾਡੇ ਮਹਿਮਾਨ ਨੇ ਮਾਨਸਾ ਜ਼ਿਲ੍ਹੇ ਅਤੇ ਪੂਰੇ ਪੰਜਾਬ ਦੇ ਵਿੱਚ ਸਾਇੰਸ ਦੇ ਖੇਤਰ ਵਿੱਚ ਚਰਚਿਤ ਚਿਹਰੇ ਸ਼੍ਰੀ ਪਰਮਿੰਦਰ ਤਾਂਗੜੀ ਜੀ, ਜੋ ਇਸ ਸਮੇਂ ਬਤੌਰ ਲੈਕਚਰਰ ਬਾਇਓਲੋਜੀ ਸ਼ਹੀਦ ਜਗਸੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੋਹਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਨੇ। ਇਸ ਤੋਂ ਬਿਨਾ ਉਹ ਪਿਛਲੇ ਕਾਫੀ ਸਮੇਂ ਤੋਂ ਬੋਰਡ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜੋ ਕਿਤਾਬਾਂ ਦਾ ਐਕਸਪਰਟ ਪੈਨਲ ਹੈ, ਸਾਇੰਸ ਦੀਆਂ ਕਿਤਾਬਾਂ ਦਾ ਐਕਸਪਰਟ ਪੈਨਲ ਹੈ, ਉਸ ਦੇ ਵੀ ਮੈਂਬਰ ਹਨ ਅਤੇ ਜਿੰਨੀਆਂ ਵੀ ਕਿਤਾਬਾਂ ਸਾਇੰਸ ਵਿਸ਼ੇ ਦੀਆਂ ਸਾਡੇ ਰੂਬਰੂ ਹੁੰਦੀਆਂ ਨੇ ਉਹਨਾਂ ਵਿੱਚ ਸ਼੍ਰੀ ਪਰਮਿੰਦਰ ਤਾਂਗੜ ਜੀ ਦਾ ਇੱਕ ਵੱਡਾ ਯੋਗਦਾਨ ਹੈ। ਪੰਜਾਬੀ ਯੂਨੀਵਰਸਿਟੀ ਤੋਂ ਆਪਣੇ ਵਿਸ਼ੇ ਜ਼ੂਲੌਜੀ ਦੇ 골ਡ ਮੈਡਲਿਸਟ ਰਹੇ ਪਰਮਿੰਦਰ ਤਾਂਗੜੀ ਜੀ ਕਿਸੇ ਜਾਣ ਪਹਿਚਾਣ ਦੇ ਭਾਵੇਂ ਮੁਹਤਾਜ ਨਹੀਂ ਹਨ। ਉਹਨਾਂ ਦੀਆਂ ਪ੍ਰਾਪਤੀਆਂ ਸਿਰ ਚੜ੍ਹ ਕੇ ਬੋਲਦੀਆਂ ਹਨ। ਪਰਮਿੰਦਰ ਤਾਂਗੜੀ ਜੀ ਉਹ ਸ਼ਖਸ ਹਨ ਜਿਨ੍ਹਾਂ ਨੇ ਬੋਹਾ ਸਕੂਲ ਦੇ ਵਿੱਚ ਸਾਇੰਸ ਗਰੁੱਪ ਹੈ ਜੋ ਹਰਾ ਕੀਤਾ। ਸਾਇੰਸ ਗਰੁੱਪ ਨੂੰ ਸ਼ੁਰੂ ਕਰਨ ਲਈ ਅਤੇ ਉਸ ਨੂੰ ਇਸ ਪੱਧਰ ਤੱਕ ਪਹੁੰਚਾਉਣ ਲਈ ਜੋ ਸਿਹਰਾ ਜਾਂਦਾ ਹੈ ਇਸ ਸਕੂਲ ਦੇ ਵਿੱਚ, ਉਹ ਪਰਮਿੰਦਰ ਤਾਂਗੜੀ ਜੀ ਦੇ ਅਤੇ ਇਹਨਾਂ ਦੇ ਸਾਥੀ ਵਿਸ਼ਾਲ ਬਾਂਸਲ ਜੀ ਦੇ ਸਿਰ ਜਾਂਦਾ ਹੈ। ਮੈਂ ਇਹਨਾਂ ਦਾ ਕੁਲੀਗ ਵੀ ਹਾਂ ਉਸ ਸਕੂਲ ਦੇ ਵਿੱਚ, ਤੇ ਇਹਨਾਂ ਦੇ ਕੰਮ ਨੂੰ ਦੇਖ ਕੇ, ਇਹਨਾਂ ਦੀ એનર્ਜੀ ਨੂੰ ਦੇਖ ਕੇ ਇਹਨੂੰ ਸਲੂਟ ਕਰਨ ਨੂੰ ਵੀ ਦਿਲ ਕਰਦਾ ਹੁੰਦਾ ਹੈ। ਜੇ ਬੋਹਾ ਦੇ ਸਾਇੰਸ ਗਰੁੱਪ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੋਹਰੀ ਸਕੂਲਾਂ ਦੇ ਵਿੱਚੋਂ ਇਸ ਸਕੂਲ ਦਾ ਨਾਮ ਬੋਲਦਾ ਹੈ। ਅੱਜ ਵੀ +1 ਦੇ ਵਿੱਚ 70 ਦੇ ਕਰੀਬ ਵਿਦਿਆਰਥੀ ਬੋਹਾ ਸਕੂਲ ਦੇ ਵਿੱਚ ਸਾਇੰਸ ਸਟਰੀਮ ਦੇ ਵਿੱਚ ਪੜ੍ਹਦੇ ਹਨ, ਜੋ ਕਿਸੇ ਵੀ ਪ੍ਰਾਈਵੇਟ ਸਕੂਲ ਨਾਲੋਂ, ਕਿਸੇ ਵੀ ਸਰਕਾਰੀ ਸਕੂਲ ਨਾਲੋਂ ਕਿਤੇ ਜ਼ਿਆਦਾ ਹੋ ਸਕਦੇ ਨੇ। ਇੱਥੋਂ ਅਨੇਕਾਂ ਵਿਦਿਆਰਥੀ ਇੰਜੀਨੀਅਰਿੰਗ ਕਰ ਰਹੇ ਨੇ ਤੇ ਇੱਥੋਂ ਦੇ 2 ਵਿਦਿਆਰਥੀ ਨੀਟ ਟੈਸਟ ਕਲੀਅਰ ਕਰਕੇ MBBS ਦੇ ਵਿਦਿਆਰਥੀ ਵੀ ਨੇ। ਉਹ ਦੋਵੇਂ ਵਿਦਿਆਰਥੀ ਸ਼੍ਰੀ ਪਰਮਿੰਦਰ ਤਾਂਗੜ ਜੀ ਦੇ ਸ਼ਾਗਿਰਦ ਹਨ। ਬਤੌਰ ਪ੍ਰਿੰਸੀਪਲ ਵੀ ਬੋਹਾ ਸਕੂਲ ਨੂੰ ਬਹੁਤ ਸਾਰੀਆਂ ਸੇਵਾਵਾਂ ਸ਼੍ਰੀ ਪਰਮਿੰਦਰ ਤਾਂਗੜੀ ਜੀ ਨੇ ਦਿੱਤੀਆਂ। ਜਦੋਂ ਉਹਨਾਂ ਨੂੰ ਬਤੌਰ ਇੰਚਾਰਜ ਕੰਮ ਕਰਨ ਦਾ ਮੌਕਾ ਮਿਲਿਆ, ਉਹਨਾਂ ਦੇ ਸਮੇਂ ਦੌਰਾਨ ਬਹੁਤ ਹੀ ਮਾਣਮੱਤੀਆਂ ਪ੍ਰਾਪਤੀਆਂ ਬੋਹਾ ਸਕੂਲ ਨੇ ਕੀਤੀਆਂ। ਸ਼੍ਰੀ ਪਰਮਿੰਦਰ ਤਾਂਗੜੀ ਜੀ ਤੇ ਮੈਂ ਜੇ ਸਾਰੀਆਂ ਪ੍ਰਾਪਤੀਆਂ ਗਿਣਾਉਣ ਲੱਗ ਜਾਵਾਂ ਤਾਂ ਸ਼ਾਇਦ ਉਹਨਾਂ ਨੂੰ ਸਮਾਂ ਨਹੀਂ ਮਿਲੇਗਾ, ਤਾਂ ਬਹੁਤ ਹੀ ਸਿਲੈਕਟਡ ਜੀਆਂ ਪ੍ਰਾਪਤੀਆਂ ਮੈਂ ਤੁਹਾਡੇ ਸਾਹਮਣੇ ਰੱਖੂੰਗਾ ਅਤੇ ਉਸ ਦੇ ਆਧਾਰ ਤੇ ਅਸੀਂ ਸ਼੍ਰੀ ਪਰਮਿੰਦਰ ਤਾਂਗੜ ਜੀ ਨਾਲ ਅੱਜ ਦਾ ਜੋ ਸਾਡਾ ਵਿਸ਼ਾ ਹੈ, ਆਓ ਗੱਲਾਂ ਕਰੀਆਂ ਲਾਈਵ 32 ਦੇ ਵਿੱਚ ਜੋ ਅਸੀਂ ਵਿਸ਼ਾ ਰੱਖਿਆ ਕਿ ਰੋਜ਼ਾਨਾ ਜ਼ਿੰਦਗੀ ਵਿੱਚ ਵਿਗਿਆਨ, ਅਸੀਂ ਉਸ ਬਾਰੇ ਗੱਲਾਂ ਕਰਾਂਗੇ। ਪਰਮਿੰਦਰ ਤਾਂਗੜੀ ਜੀ ਬਤੌਰ ਲੈਕਚਰਰ ਜਦੋਂ ਬੋਹਾ ਸਕੂਲ ਜੁਆਇਨ ਕਰਦੇ ਨੇ, ਉਦੋਂ ਤੋਂ ਹੀ ਉਹਨਾਂ ਦੀਆਂ ਪ੍ਰਾਪਤੀਆਂ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। 2008-9 ਵਿੱਚ 37ਵੀਂ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਉਹਨਾਂ ਦੇ ਅਧੀਨ 4 ਜ਼ਿਲ੍ਹਾ ਜੇਤੂ ਮਾਡਲਾਂ ਨੇ ਰਾਜ ਪੱਧਰੀ ਪ੍ਰਦਰਸ਼ਨੀ ਦੇ ਵਿੱਚ ਭਾਗ ਲਿਆ। ਇਸੇ ਤਰੀਕੇ 2009-10 ਦੇ ਵਿੱਚ 38ਵੀਂ ਜੋ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀ ਸੀ, ਉਸ ਵਿੱਚ ਉਹਨਾਂ ਦੇ ਅਧੀਨ 2 ਮਾਡਲਾਂ ਨੇ ਜ਼ਿਲ੍ਹਾ ਜਿੱਤ ਕੇ ਪੰਜਾਬ ਪੱਧਰ ਤੇ ਭਾਗ ਲਿਆ। ਪਹਿਲਾ ਰਾਜ ਪੱਧਰੀ ਇੰਸਪਾਇਰ ਅਵਾਰਡ ਜੋ ਹੋਇਆ, ਉਸ ਵਿੱਚ ਇਹਨਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮਾਣਯੋਗ ਅਪਿੰਦਰ ਕੌਰ ਜੀ ਤੋਂ, ਜੋ ਉਸ ਸਮੇਂ ਦੇ ਸਿੱਖਿਆ ਮੰਤਰੀ ਸੀ, ਉਹਨਾਂ ਤੋਂ ਸਨਮਾਨ ਪ੍ਰਾਪਤ ਕੀਤਾ। ਸਾਇੰਸ ਫੈਸਟ 2010 ਜੋ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਆਲ ਇੰਡੀਆ ਓਪਨ ਮਾਡਲ ਮੇਕਿੰਗ ਮੁਕਾਬਲਾ ਹੋਇਆ, ਉਸ ਵਿੱਚ ਸ਼੍ਰੀ ਪਰਮਿੰਦਰ ਤਾਂਗੜੀ ਜੀ ਨੇ ਤੀਸਰਾ ਹਾਸਲ ਸਥਾਨ ਪ੍ਰਾਪਤ ਕਰਕੇ 15,000 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ। 39ਵੀਂ ਰਾਜ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚੋਂ ਜ਼ਿਲ੍ਹਾ ਜੇਤੂ ਮਾਡਲਾਂ ਨੇ ਹਿੱਸਾ ਲਿਆ।
ਇੱਕ ਮਾਡਲ ਸਟੇਟ ਜੇਤੂ ਰਿਹਾ ਅਤੇ ਰਾਸ਼ਟਰ ਪੱਧਰ ਤੇ ਇਹਨਾਂ ਨੇ ਹਿੱਸਾ ਲਿਆ। ਇਸ ਸਭ ਲਈ ਅਤੇ ਇਸ ਤੋਂ ਪਹਿਲਾਂ ਦੀਆਂ ਪ੍ਰਾਪਤੀਆਂ ਲਈ ਇਸੇ ਸਾਲ 2010-11 ਦੇ ਵਿੱਚ ਮਾਨਯੋਗ ਡੀਸੀ ਵੱਲੋਂ ਵੀ ਇਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। 2011-12 ਦੇ ਵਿੱਚ ਪਹਿਲੇ ਰਾਸ਼ਟਰੀ ਪੱਧਰੀ ਇੰਸਪਾਇਰ ਅਵਾਰਡ ਵਿੱਚ ਹਿੱਸਾ ਲੈਣ ਲਈ ਸਿੱਖਿਆ ਮੰਤਰੀ ਸਰਦਾਰ ਸੇਵਾ ਸਿੰਘ ਸੇਖਵਾਂ ਜੀ ਨੇ ਆਪ ਨੂੰ ਸਨਮਾਨਿਤ ਕੀਤਾ। ਐਸੇ ਤਰੀਕੇ 19ਵੀਂ ਸਟੇਟ ਪੱਧਰੀ ਜੋ ਵਿਦਿਆਰਥੀ ਵਿਗਿਆਨ ਕਾਂਗਰਸ ਵਿੱਚ ਸ਼੍ਰੀ ਪਰਮਿੰਦਰ ਤਾਂਗੜੀ ਜੀ ਬਤੌਰ ਰਿਸੋਰਸ ਪਰਸਨ ਕੰਮ ਕਰਦੇ ਨੇ ਕੀਤਾ। NCSTC ਨਵੀਂ ਦਿੱਲੀ ਵੱਲੋਂ ਵਾਰਦਾ ਮਹਾਰਾਸ਼ਟਰ ਵਿਖੇ ਲਗਾਈ ਗਈ ਨੈਸ਼ਨਲ ਓਰੀਐਂਟੇਸ਼ਨ ਵਰਕਸ਼ਾਪ ਵਿੱਚ ਸ਼੍ਰੀ ਪਰਮਿੰਦਰ ਤਾਂਗੜੀ ਜੀ ਨੇ ਪੰਜਾਬ ਦੀ ਪ੍ਰਤੀਨਿਧਤਾ ਕੀਤੀ। ਐਸੇ ਤਰੀਕੇ 2012-13 ਦੇ ਵਿੱਚ ਪੰਜਾਬ ਜੈਵ ਵਿਭਿੰਨਤਾ ਬੋਰਡ ਵੱਲੋਂ ਡਾਕੂਮੈਂਟੇਸ਼ਨ ਆਫ ਲੋਕਲ ਬਾਇਓਡਾਇਵਰਸਿਟੀ ਮੁਕਾਬਲੇ ਵਿੱਚ ਜ਼ਿਲ੍ਹੇ ਵਿੱਚੋਂ ਪਹਿਲਾ ਅਤੇ ਰਾਜ ਵਿੱਚੋਂ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰੀਕੇ 41ਵੀਂ 42ਵੀਂ 43ਵੀਂ ਉਦੋਂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਰਾਜ ਪੱਧਰੀ ਵਿਗਿਆਨ ਪ੍ਰਦਰਸ਼ਨੀਆਂ ਹੋ ਰਹੀਆਂ ਨੇ ਉਸ ਵਿੱਚ ਸ਼੍ਰੀ ਪਰਮਿੰਦਰ ਤਾਂਗੜੀ ਅਧੀਨ ਸਾਰੇ ਮਾਡਲ ਜੋ ਭਾਗ ਲੈਂਦੇ ਜ਼ਿਲ੍ਹਾ ਜੇਤੂ ਤਾਂ ਹੁੰਦੇ ਨੇ, ਉਹਨਾਂ ਵਿੱਚੋਂ ਬਹੁਤੇ ਪੰਜਾਬ ਜੇਤੂ ਵੀ ਬਣਦੇ ਨੇ। ਨੈਸ਼ਨਲ ਲੈਵਲ ਤੇ ਆਪ ਦੇ ਮਾਡਲਾਂ ਨੂੰ ਜੋ ਰੋਵਰ ਦਾ ਮਾਡਲ ਸੀਗਾ ਜੋ ਮੰਗਲ ਗ੍ਰਹਿ ਤੇ ਰੋਵਰ ਗਿਆ ਸੀ ਉਸ ਨੂੰ ਬਹੁਤ ਸਰਾਹਿਆ ਗਿਆ। ਇਸ ਤੋਂ ਇਲਾਵਾ ਪਰਮਿੰਦਰ ਤਾਂਗੜੀ ਜੀ ਨੇ ਇੱਕ ਬੋਟੈਨੀਕਲ ਪਾਰਕ ਬੋਹਾ ਸਕੂਲ ਦੇ ਵਿੱਚ ਸਥਾਪਿਤ ਕੀਤਾ ਹੈ ਜੋ ਇੱਕ ਨਵਾਂ ਕਿਸਮ ਦਾ ਪ੍ਰੋਜੈਕਟ ਹੈ, ਨਵਾਂ ਕਿਸਮ ਦਾ ਕਨਸੈਪਟ ਹੈ ਖਾਸ ਤੌਰ ਤੇ ਸਰਕਾਰੀ ਸਕੂਲਾਂ ਲਈ। ਅਤੇ ਇਸ ਦੇ ਨਾਲ ਨਾਲ ਹੀ ਇੱਕ ਸਾਇੰਸ ਪਾਰਕ ਦਾ ਨਿਰਮਾਣ ਜੋ ਵੀ ਦੇਖਣਯੋਗ ਹੈ। ਜੇਕਰ ਪੰਜਾਬ ਦੀਆਂ ਪ੍ਰਮੁੱਖ ਬਾਇਓ ਲੈਬਸ ਦੀ ਗੱਲ ਚੱਲਦੀ ਹੋਵੇ, ਚਾਹੇ ਉਹ ਪ੍ਰਾਈਵੇਟ ਸਕੂਲ ਦੀ ਗੱਲ ਹੋਵੇ ਚਾਹੇ ਸਰਕਾਰੀ ਸਕੂਲ ਦੀ ਗੱਲ ਹੋਵੇ, ਤਾਂ ਜਿਹੜੀਆਂ ਬਾਇਓ ਲੈਬ ਪਰਮਿੰਦਰ ਤਾਂਗੜੀ ਜੀ ਨੇ ਜਿਹੜੀ ਬਾਇਓ ਲੈਬ ਆਪਣੇ ਸਕੂਲ ਦੇ ਵਿੱਚ ਬਣਾਈ ਹੈ ਉਹ ਪੂਰੇ ਪੰਜਾਬ ਦੇ ਵਿੱਚ ਇੱਕ ਸਥਾਨ ਰੱਖਦੀ ਹੈ ਤੇ ਦੇਖਣਯੋਗ ਹੈ। ਘੱਟੋ ਘੱਟ 50 ਸਕੂਲਾਂ ਦੇ ਜੋ ਅਧਿਆਪਕ ਹਨ ਉਸ ਲੈਬ ਨੂੰ ਵਿਜ਼ਿਟ ਕਰਕੇ ਗਏ ਹਨ ਅਤੇ ਉਸ ਤੋਂ ਬਹੁਤ ਕੁਝ ਸਿੱਖ ਕੇ ਗਏ ਹਨ। ਮੇਰੇ ਕੋਲ ਲਿਸਟ ਬਹੁਤ ਲੰਬੀ ਹੈ ਤੇ ਜੇ ਮੈਂ ਸਾਰਾ ਦਿਨ ਬੋਲੀ ਜਾਵਾਂ ਤਾਂ ਵੀ ਇਹ ਲਿਸਟ ਖਤਮ ਨਹੀਂ ਹੋਣੀ ਤੇ ਲਿਸਟ ਇਹ ਤਾਂ ਵੀ ਨਹੀਂ ਖਤਮ ਹੋਣੀ ਕਿਉਂਕਿ ਮੈਂ ਛੋਟੇ ਹੁੰਦੇ ਤੋਂ ਲੈ ਕੇ ਹੁਣ ਤੱਕ ਪਰਮਿੰਦਰ ਜੀ ਦਾ ਸਹਿਪਾਠੀ ਵੀ ਰਿਹਾ ਹਾਂ, ਉਹਨਾਂ ਨਾਲ ਹੋਸਟਲ ਦੇ ਵਿੱਚ ਵੀ ਰਿਹਾ ਹਾਂ, ਉਹਨਾਂ ਨਾਲ ਬਤੌਰ ਇੱਕ ਜੂਨੀਅਰ ਮਾਸਟਰ ਕੈਡਰ ਦੇ ਵਿੱਚ ਕਲੀਗ ਵੀ ਕੰਮ ਕਰ ਰਿਹਾ ਹਾਂ ਤੇ ਉਹਨਾਂ ਤੋਂ ਬਹੁਤ ਕੁਝ ਸਿੱਖਦਾ ਵੀ ਹਾਂ। ਤਾਂ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਪਰ ਅੱਜ ਸਮਾਂ ਮੇਰੇ ਬੋਲਣ ਦਾ ਨਹੀਂ ਹੈ। ਅੱਜ ਸਮਾਂ ਹੈ ਕਿ ਸ਼੍ਰੀ ਪਰਮਿੰਦਰ ਤਾਂਗੜੀ ਜੀ ਨੂੰ ਸੁਣੀਏ। ਵਿਗਿਆਨ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਕਿਵੇਂ ਹੈ, ਵਿਗਿਆਨ ਸਾਡੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਵਿਗਿਆਨ ਸਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਸਹਾਈ ਹੁੰਦੀ ਹੈ, ਵਿਗਿਆਨ ਕਿਵੇਂ ਹਰ ਕਦਮ ਤੇ ਸਾਡੀ ਜ਼ਿੰਦਗੀ ਦੇ ਵਿੱਚ ਪਈ ਹੈ, ਇਸ ਵਿਸ਼ੇ ਤੇ ਗੱਲ ਕਰਨਗੇ ਅੱਜ ਸ਼੍ਰੀ ਪਰਮਿੰਦਰ ਤਾਂਗੜੀ ਜੀ। ਪਰਮਿੰਦਰ ਤਾਂਗੜੀ ਜੀ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਪੂਰੇ ਗਰੁੱਪ ਵੱਲੋਂ ਸਾਡੇ ਜੋ ਐਡਮਿਨ ਨੇ ਤੇ ਇਸ ਦੇ ਕਰਤਾ ਧਰਤਾ ਨੇ ਗਰੁੱਪ ਦੇ ਡਾਕਟਰ ਕੁਲਦੀਪ ਦੀਪ ਜੀ ਜੋ ਭਾਵੇਂ ਉਹ ਅੱਜ ਹਾਜ਼ਰ ਨਹੀਂ ਹੋ ਸਕੇ, ਮੇਰੇ ਕੋ-ਹੋਸਟ ਡਾਕਟਰ ਇੰਦਰਪ੍ਰੀਤ ਧਾਮੀ ਜੀ, ਇਸ ਤੋਂ ਇਲਾਵਾ ਮੈਡਮ ਰੁਪਿੰਦਰ ਕੌਰ ਜੀ, ਮੈਡਮ ਮਨਜਿੰਦਰ ਕੌਰ ਜੀ, ਗੁਰਨੈਬ ਮਘਾਣੀਆ ਜੀ, ਸੁਖਜੀਵਨ ਜੀ ਤੇ ਮੇਰੇ ਵੱਲੋਂ ਤੁਹਾਡਾ ਸਭ ਦਾ ਬਹੁਤ ਬਹੁਤ ਤੁਹਾਡਾ ਸਾਡਾ ਇਸ ਗਰੁੱਪ ਵਿੱਚ ਸਵਾਗਤ ਹੈ। ਇਸ ਤੋਂ ਇਲਾਵਾ ਮੇਰੇ ਮਿੱਤਰ ਜਗਵੰਤ ਜੀ ਤੇ ਕਰਮਜੀਤ ਸਿੰਘ ਜੀ ਵੀ ਇਸ ਚੈਟ ਦੇ ਇਸ ਗਰੁੱਪ ਦੀ ਚਰਚਾ ਦੇ ਵਿੱਚ ਸ਼ਾਮਲ ਹੋਏ ਹਨ। ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਪ੍ਰਿੰਸੀਪਲ ਕਰਮਜੀਤ ਸਿੰਘ ਜੀ ਤੁਹਾਡਾ ਅਸੀਂ ਇਸ ਗਰੁੱਪ ਦੇ ਵਿੱਚ ਜੋ ਲਾਈਵ ਚਰਚਾ ਹੁੰਦੀ ਹੈ ਉਸ ਵਿੱਚ ਅਸੀਂ ਸਵਾਗਤ ਕਰਦੇ ਹਾਂ। ਫੇਸਬੁੱਕ ਤੇ ਲਗਭਗ 30,000 ਮੈਂਬਰ ਜੋ ਹਨ ਉਹ ਇਸ ਲਾਈਵ ਪ੍ਰੋਗਰਾਮ ਨੂੰ ਦੇਖ ਸਕਦੇ ਹਨ। ਤਾਂ ਗੱਲ ਸ਼ੁਰੂ ਕਰਦੇ ਹਾਂ ਪਰਮਿੰਦਰ ਤਾਂਗੜੀ ਜੀ ਨਾਲ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਿਗਿਆਨ ਕੀ ਅਹਿਮੀਅਤ ਰੱਖਦੀ ਹੈ। ਪਰਮਿੰਦਰ ਤਾਂਗੜੀ ਜੀ। ਬਹੁਤ ਬਹੁਤ ਧੰਨਵਾਦ ਨਵਨੀਤ ਜੀ। ਸਿਰਜਣਾਤਮਕ ਸਿੱਖਿਆ ਸੰਸਾਰ ਉੱਪਰ ਜੁੜੇ ਹੋਏ ਸਾਰੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨਵਨੀਤ ਜੀ ਨੇ ਕੁਝ ਜ਼ਿਆਦਾ ਹੀ ਮੇਰੇ ਬਾਰੇ ਕਹਿ ਦਿੱਤਾ। ਅਸਲ ਦੇ ਵਿੱਚ
मैं तो स्कूल दे विच रोजाना की तरह ही विचर रहे हैं, अपना काम कर रहे हैं। इन्हां चीज़ां नूं आपां प्राप्ति भी कह सकते हैं ते जां आपां इह कह सकते हैं कि इह तां अपने रूटीन दे ही काम ने जिहड़े कि आपां अपनी नौकरी दे नाल अपने बच्चों के नाल जदों असीं जुड़े हुए हैं, विद्यार्थियों नाल जुड़े हुए हैं, तो साडे रोजाना दे इह काम करने बनदे ने ते उन्हां कामां नूं इक वधिया तरीके नाल करना ਉਹ हर एक मनुख का अपना अपना तरीका होंदा है। सो ये मेरा अपना तरीका है कि किस तरीके नाल मैं इस काम नूं कर रहे हैं कि प्रैक्टिकल एजुकेशन जिहड़ी वो मेरे विषय दे नाल नाल होनी जरूरी है, उस चीज़ नूं लैके चल रहे हैं। जे आपां गल करिए साडे अज दे विषय दी, जिस विषय उत्ते असीं चर्चा करनी है कि साडी रोजाना जिंदगी दे विच विग्यान दा की महत्व है, जां किस तरह विग्यान साडे इर्द गिर्द घूम रही है, विग्यान तो बिना किस तरह की साडी जिंदगी सी ते आने वाले समय दे विच किस तरह यह साडी जिंदगी नूं होर ज़्यादा प्रभावित करने वाली है। तां जे अज दे समय दे विच असीं गल करिए, अज साडे जीवन दे विच विग्यान दा बहुत ज़्यादा महत्व, अज शायद ही साडी जिंदगी का कोई इहो जिहा पहलू होवे जिहड़ा विग्यान दे प्रभाव तो अनभिज हो। लगभग हर एक पहलू, चाहे दी वो साडा रोजाना जिंदगी दे विच विचरना है, साडे समाज दी बनतर है, जां एक जगह तो दूसरी जगह दे उत्ते आउण जाण दे साधनां दी गल करिए तां असीं बहुत घੱਟ समय दे विच गड्डियां तो लैके वड्डियां गड्डियां तक दा सफर तय कीता है। ते इसे प्रकार ही टैक्नोलॉजी ने साडी कम्युनीकेशन दे विच बहुत ज़्यादा रोल प्ले कीता है। जिस तरह असीं अज सारे एक दूसरे नाल जुड़े हुए हैं, तां इह एक टैक्नोलॉजी दी ही देन है कि साडे कम्युनीकेशन के मैथड्स इन्ने वधिया हो चुके हैं कि अज लगभग जिस तरह नवनीत जी ने दस्सिया कि इस सिरजनात्मक सिक्ख्या संसार पेज के उत्ते 30,000 के करीब बंदे जिहड़े हैगे ने वो पर्सन एक दूसरे नाल जुड़ जाते हैं। तो इस सब कासे दे विच विग्यान का ही योगदान है। अज विग्यान तो बिना असीं अपनी जिंदगी नूं सोच भी नहीं सकते। हर एक जो साडी जिंदगी का जो भाग है, हर एक पहलू है, उस उपर विग्यान का प्रभाव बड़ा प्रतख दिखाई दे रहा है। परंतु जे असीं कुछ समा पहलां दी गल करिए कि साडी जिंदगी दे उत्ते विग्यान शुरू तो ही इस तरीके नाल अपना प्रभाव दे रही है, तां असीं जे अपने इतिहास वाल नज़र मारीए तां पिछले कुछ समय दे विच ही टैक्नोलॉजी ने साडी जिंदगी भी तां बदल के रख दित्ता है। पर एक समा इहो जिहा भी सी जदों असीं अपनी जिंदगी नाल जुड़ी हुई हर एक चीज़ दे लई देवी देवतियां नूं जिम्मेवार ठहरा दिंदे सी, भावें कि वो किसी प्रकार की बीमारी होवे। जिस तरह अज भी असीं एक बीमारी के काल दे विचों गुजर रहे हैं, असीं इस दे उत्ते रिसर्च कर रहे हैं, परंतु एक समा इहो जिहा भी सी जदों इस दे लई देवी देवतियां नूं जिम्मेवार ठहराया दित्ता जांदा सी। इत्थों तक कि जदों जिस तरह लड़ाई हुंदी कोई दो देशां दी, तां उस दे विच भी असीं देखदे सी कि पशुआं दी बलि देना एक आम जी गल सी। इत्थों तक कि कई बार तां मनुखी जिंदगियां भी कुर्बान कर दित्तियां जांदियां सी। तां इस तरह का समा भी सी। पर जिमें जिमें विग्यान ने तरक्की की, जिस तरीके नाल उसने साडी सोच नूं प्रभावित किया, तां साडी सोच बदलदी गई। टैक्नोलॉजी ने होर बहुत सारियां सुख सहूलतां सानूं दित्तियां ते अज दे समय दे विच असीं साइंस दे नाल विग्यान दे नाल एक वधिया जिंदगी बतीत कर रहे हैं। परंतु जिहड़े वहमां दी असीं गल कर रहे हैं कि ये वहम भरम साडे विचों खत्म हो गए, कि विग्यान ते टैक्नोलॉजी ने सानूं सिर्फ सुख सहूलतां ही दित्तियां जां साडी सोच नूं भी प्रभावित कीता है। तां इत्थे जाके असीं वेखदे हैं कि चाहे दी इन्नी ज़्यादा सुख सहूलतां आ चुकियां ने, परंतु इस दे बावजूद भी साडे समाज दे विच कुछ इस तरह का वर्ग हजे भी बाकी ने जिन्हां दे उपर, जिन्हां दी सोच उपर विग्यान का प्रभाव सानूं दिखाई नहीं दे रहा। कुछ इस तरह के लोग हजे भी हैगे ने जिहड़ियां कि अपनी व्यक्तिगत उलझनां, जिहड़ियां कि अपनी निजीआं उलझनां हुंदियां ने, उस दा इलाज लभण दे लई टूणे टोटकियां दा सहारा लै रहे ने, जां असीं अपना कोई शुभ कारज करन दे लई अजे तक भी अपनी जन्म पत्रियां दे उत्ते निर्भर कर रहे हैं। सो इहो जिहियां चीज़ां दे उत्ते असीं निर्भर कर रहे हैं जिन्हां चीज़ां दी साडे विच समाज दे विच किते इस धरती दे उत्ते होंद नहीं है, असीं उन्हां दे उत्ते भी प्रभाव डिपेंडेंट हैगे हैं। ते इस दे लई मैं ये गल क्यों कहा कि साडे समाज दा कुछ क वर्ग जां कुछ क वर्ग इस तो प्रभावित ने। इत्थों तक कि जिहड़े देश दे विच असीं रह रहे हैं, इस देश दे मन्ने परमन्ने जिहड़े लीडर हैगे ने वो भी इन्हां वहमां भरमां दे विच फसे होए सानूं दिखाई दिंदे। असीं अक्सर ही इन्हां नाल संबंधित खबरां जिहड़ियां टीवी दे उत्ते सुणदे रहिंदे। तां इसदा कारण की है, क्यों इस तरीके नाल हो रहा है कि एक पासे विग्यान ते टैक्नोलॉजी साडी जिंदगी नूं प्रभावित कर रही है ते दूसरे पासे असीं इन्हां चीज़ां दे विच फसे होए।
ਅਸਲ ਦੇ ਵਿੱਚ ਇਸ ਦਾ ਕਾਰਨ ਜਿੱਥੋਂ ਤੱਕ ਮੈਂ ਸੋਚਦਾ ਹਾਂ ਕਿ ਉਹ ਇੱਕ ਹਿਊਮਨ ਨੇਚਰ ਹੈ, ਮਨੁੱਖੀ ਨੇਚਰ ਹੈਗੀ ਹੈ, ਸਾਡਾ ਸੁਭਾਅ ਹੈਗਾ ਕਿ ਵਿਗਿਆਨ ਜਿਹੜੀ ਹੈਗੀ ਹੈ ਉਹ ਸਾਨੂੰ ਪਤਾ ਤਰਕ ਦੇ ਉੱਤੇ ਆਧਾਰਿਤ ਹੈ। ਉਹ ਤਰਕ ਦੇ ਉੱਤੇ ਵਿਸ਼ਵਾਸ ਕਰਦੀ ਹੈ, ਉਹ ਕਿਸੇ ਨਾ ਕਿਸੇ ਪ੍ਰਯੋਗ ਦੇ ਉੱਤੇ ਆਧਾਰਿਤ ਹੁੰਦੀ ਹੈ, ਕੋਈ ਨਤੀਜੇ ਦੇ ਉੱਤੇ ਪਹੁੰਚਣ ਤੋਂ ਪਹਿਲਾਂ ਵਾਰ-ਵਾਰ ਕਿਸੇ ਚੀਜ਼ ਦੀ ਪੜਚੋਲ ਕਰਦੀ ਹੈ। ਪਰੰਤੂ ਸਾਡਾ ਸੁਭਾਅ ਹੈ ਕਿ ਅਸੀਂ ਤਰਕ ਦੇ ਉੱਤੇ ਆਧਾਰਿਤ ਗੱਲਾਂ ਦੇ ਉੱਤੇ ਉਨਾ ਜ਼ਿਆਦਾ ਵਿਸ਼ਵਾਸ ਨਹੀਂ ਕਰਦੇ ਜਿੰਨਾ ਅਸੀਂ ਭਾਵਨਾਵਾਂ ਦੇ ਵਿੱਚ ਬਹਿ ਜਾਂਦੇ ਹਾਂ। ਸਾਡਾ ਮਨ ਭਾਵਨਾਵਾਂ ਨਾਲ ਜ਼ਿਆਦਾ ਵਸੀਜਿਆ ਜਾਂਦਾ ਹੈ, ਜਦੋਂ ਕਿ ਅਸੀਂ ਤਰਕ ਨੂੰ ਕਈ ਵਾਰ ਪਿੱਛੇ ਛੱਡ ਦਿੰਦੇ ਹਾਂ। ਸੋ ਇਸੇ ਕਰਕੇ ਉਹਨਾਂ ਭਾਵਨਾਵਾਂ ਦੇ ਵਿੱਚ ਬਹਿੰਦੇ ਹੋਏ ਅਸੀਂ ਕਈ ਵਾਰੀ ਜੋ ਵਿਗਿਆਨ ਨੇ ਸਾਨੂੰ ਇੰਨੀ ਜ਼ਿਆਦਾ ਦੇਣ ਦਿੱਤੀ ਹੈ ਉਸ ਨੂੰ ਅਸੀਂ ਪਿੱਛੇ ਛੱਡ ਕੇ ਇਹੋ ਜਿਹੀਆਂ ਚੀਜ਼ਾਂ ਵੱਲ ਜਾਣਾ ਸ਼ੁਰੂ ਕਰ ਦਿੰਦੇ। ਸੋ ਉਹ ਵੀ ਸਮਾਂ ਜਿਹੜਾ ਹੈਗਾ ਸਾਡੇ ਕੋਲ ਇਸ ਤਰ੍ਹਾਂ ਦਾ ਸੀਗਾ ਜਦੋਂ ਵਹਿਮ ਭਰਮ ਜ਼ਿਆਦਾ ਸੀ। ਤਾਂ ਜਿਵੇਂ ਅੱਜ ਦਾ ਸਮਾਂ ਹੋ ਗਿਆ, ਚਾਹੇ ਅਸੀਂ ਇਹਨਾਂ ਸਾਰੇ ਵਹਿਮਾਂ ਭਰਮਾਂ ਨੂੰ ਪੂਰੀ ਤਰ੍ਹਾਂ ਖਤਮ ਤਾਂ ਨਹੀਂ ਕਰ ਸਕੇ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਹ ਕਾਫੀ ਹੱਦ ਤੱਕ ਕਮਜ਼ੋਰ ਜ਼ਰੂਰ ਹੋ ਚੁੱਕੇ ਨੇ। ਤੇ ਇੱਕ ਸਮਾਂ ਜ਼ਰੂਰ ਆਊਗਾ ਜਦੋਂ ਸਾਡੀ ਵਿਗਿਆਨ ਸਾਡੀ ਸੋਚ ਦੇ ਉੱਤੇ ਇੰਨਾ ਕੁ ਜ਼ਿਆਦਾ ਹਾਵੀ ਹੋ ਜਾਊਗੀ ਕਿ ਵਹਿਮਾਂ ਭਰਮਾਂ ਦੀ ਦੀਵਾਰ ਨੂੰ ਪੂਰੀ ਤਰ੍ਹਾਂ ਤੋੜ ਦੂ। ਸੋ ਉਸ ਸਮੇਂ ਦਾ ਸਾਨੂੰ ਸਭ ਨੂੰ ਇੰਤਜ਼ਾਰ ਹੈ, ਕਿਉਂਕਿ ਮੈਂ ਮੰਨਦਾ ਕਿ ਵਿਗਿਆਨ ਚਾਹੀਦੀ ਸਾਡੇ ਲਈ ਇੰਨਾ ਕੁਝ ਲੈ ਕੇ ਆਈ ਹੈ। ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਹਾਂ ਕਿ ਸਾਡੇ ਲਈ ਟਰਾਂਸਪੋਰਟ ਦਾ ਇਸਨੇ ਕੀਤਾ ਹੈ, ਸਾਡਾ ਜਿਹੜਾ ਈਵਨ ਸਾਡੀ ਰਸੋਈ ਘਰ ਦੇ ਵਿੱਚ ਦੇਖੀਏ ਇੱਥੇ ਵਿਗਿਆਨ ਆ ਚੁੱਕੀ ਹੈ। ਸਾਡਾ ਆਉਣ ਜਾਣ ਦਾ ਤਰੀਕਾ, ਸਾਡਾ ਕੰਮ ਕਰਨ ਦਾ ਤਰੀਕਾ, ਸਾਡੇ ਬਿਜ਼ਨਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਟੈਕਨੋਲੋਜੀ ਨੇ ਪ੍ਰਭਾਵਿਤ ਕੀਤਾ। ਪਰੰਤੂ ਵਿਗਿਆਨ ਦੀ ਅਸਲ ਦੇਣ ਸਾਡੇ ਲਈ ਉਦੋਂ ਮੰਨੀ ਜਾਊਗੀ ਜਦੋਂ ਇਹ ਸਾਡੀ ਸੋਚ ਦੇ ਉੱਤੇ ਪ੍ਰਭਾਵੀ ਹੋਊਗੀ, ਜਦੋਂ ਸਾਡੀ ਸੋਚ ਵਿਗਿਆਨਕ ਹੋਊ। ਤਾਂ ਹੁਣ ਸਾਡੀ ਸੋਚ ਵਿਗਿਆਨਕ ਕਿਵੇਂ ਹੋ ਸਕਦੀ ਹੈ, ਜਾਂ ਸਾਡੇ ਅੱਜ ਦੇ ਸਮੇਂ ਦੇ ਵਿੱਚ ਵਿਗਿਆਨ ਕੀ ਕੁਝ ਸਾਡੇ ਲਈ ਕਰ ਰਹੀ ਹੈ, ਉਹਨਾਂ ਗੱਲਾਂ ਆਖਰਕਾਰ ਹੈ ਕੀ। ਵਿਗਿਆਨ ਬਾਰੇ ਜੇ ਗੱਲ ਕਰੀਏ ਤਾਂ ਇਹ ਇੱਕ ਪ੍ਰਕਾਰ ਦਾ ਗਿਆਨ ਹੀ ਹੈ, ਪਰੰਤੂ ਇੱਕ ਇਸ ਤਰ੍ਹਾਂ ਦਾ ਗਿਆਨ ਹੈ ਜਿਹੜਾ ਗਿਆਨ ਕਿਸੇ ਤਰਕ ਦੇ ਉੱਤੇ ਆਧਾਰਿਤ ਹੁੰਦਾ। ਇਹ ਕੀ ਕਰਦਾ ਹੈ ਵਿਗਿਆਨੀ, ਇੱਕ ਆਮ ਵਿਗਿਆਨੀ ਕਰਦਾ ਕੀ ਹੈ, ਕੁਦਰਤ ਦੇ ਵਿੱਚ ਹੀ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਉਸਨੇ ਆਪਣੇ ਕੋਲੋਂ ਕੁਝ ਨਹੀਂ ਕਾਨੂੰਨ ਬਣਾਏ, ਆਪਣੇ ਕੋਲੋਂ ਕੋਈ ਨਿਯਮ ਨਹੀਂ ਬਣਾਏ, ਕੁਦਰਤ ਦੇ ਵਿੱਚ ਹੀ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਘਟਨਾਵਾਂ ਨੂੰ ਦੇਖ ਕਿਸੇ ਇੱਕ ਨਤੀਜੇ ਤੇ ਪਹੁੰਚਦਾ, ਇੱਕ ਨਿਚੋੜ ਤੇ ਪਹੁੰਚਦਾ ਹੈ, ਤੇ ਉਹਨਾਂ ਘਟਨਾਵਾਂ ਦੇ ਵਿੱਚੋਂ ਜਿਹੜਾ ਉਹ ਨਿਚੋੜ ਕੱਢ ਕੇ ਸਾਹਮਣੇ ਲੈ ਕੇ ਆਉਂਦਾ ਹੈ, ਉਹ ਨਿਚੋੜ ਹੀ ਸਾਡੇ ਲਈ ਨਿਗਾਹ ਦੇ ਉੱਤੇ ਲਾਗੂ ਕਰਦੇ ਆ। ਜਿਵੇਂ ਆਪਾਂ ਆਮ ਗੱਲ ਕਰੀਏ ਜਿਸ ਤਰੀਕੇ ਨਾਲ, ਹੈਲੋ ਆਵਾਜ਼ ਆ ਰਹੀ ਹੈ ਜੀ? ਮੈਨੂੰ ਤੁਹਾਡੀ ਆਵਾਜ਼ ਵਿੱਚੋਂ ਕੱਟ ਕੱਟ ਕੇ ਆ ਰਹੀ ਹੈ, ਨਹੀਂ ਆ ਰਹੀ। ਨਹੀਂ, ਪਰਮਿੰਦਰ ਜੀ ਆਵਾਜ਼ ਠੀਕ ਹੈ ਜੀ, ਠੀਕ ਹੈ। ਤਾਂ ਅਸੀਂ ਗੱਲ ਕਰ ਰਹੇ ਸੀ ਕਿ ਜਿਸ ਤਰੀਕੇ ਨਾਲ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਸਾਡੇ ਕੁਦਰਤ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਨੇ, ਅਸੀਂ ਉਹਨਾਂ ਘਟਨਾਵਾਂ ਦੇ ਵਿੱਚ ਵਿਗਿਆਨੀ ਆਪਣੇ ਨਿਯਮ ਬਣਾਉਂਦੇ ਆ। ਮੈਂ ਇੱਕ ਗੱਲ ਆਪਣੇ ਆਮ ਕਰ ਰਿਹਾ ਸੀ, ਜਿਸ ਤਰ੍ਹਾਂ ਅਸੀਂ ਸੂਰਜ ਮੰਡਲ ਦੀ ਗੱਲ ਕਰਦੇ ਹਾਂ, ਸਾਰਿਆਂ ਨੂੰ ਪਤਾ ਹੈ ਕਿ ਸੂਰਜ ਦੇ ਆਲੇ ਦੁਆਲੇ ਗ੍ਰਹਿ ਘੁੰਮ ਰਹੇ ਨੇ, ਜਿਸ ਤਰ੍ਹਾਂ ਧਰਤੀ ਸੂਰਜ ਦੇ ਆਲੇ ਦੁਆਲੇ ਘੁੰਮ ਰਹੀ ਹੈ, ਤੇ ਸਾਡੀ ਧਰਤੀ ਦੇ ਆਲੇ ਦੁਆਲੇ ਸਾਡੇ ਜਿਹੜੇ ਉਪਗ੍ਰਹਿ ਨੇ, ਜਿਸ ਤਰ੍ਹਾਂ ਚੰਦਰਮਾ ਸਾਡੀ ਧਰਤੀ ਦੇ ਆਲੇ ਦੁਆਲੇ ਘੁੰਮ ਰਿਹਾ। ਤਾਂ ਇਹ ਕੁਦਰਤੀ ਵਰਤਾਰਾ ਸੀ। ਇਸ ਕੁਦਰਤੀ ਵਰਤਾਰੇ ਨੂੰ ਸਾਡੇ ਵਿਗਿਆਨੀਆਂ ਨੇ ਸਮਝਿਆ ਤੇ ਉਹਨਾਂ ਨੇ ਧਰਤੀ ਦੀ ਸੂਰਜ ਦੇ ਆਲੇ ਦੁਆਲੇ ਗਤੀ ਦੇ ਪਿੱਛੇ ਜਿਹੜੇ ਨਿਯਮ ਸੀ ਉਹਨਾਂ ਨਿਯਮਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ। ਬਿਲਕੁਲ ਉਸੇ ਤਰੀਕੇ ਨਾਲ ਹੀ ਚੰਦਰਮਾ ਜਿਸ ਤਰ੍ਹਾਂ ਧਰਤੀ ਦੇ ਆਲੇ ਦੁਆਲੇ ਘੁੰਮਦਾ ਸੀ, ਉਹ ਕਿੰਨਾ ਨਿਯਮਾਂ ਦੇ ਉੱਤੇ ਆਧਾਰਿਤ ਸੀ, ਉਹਨਾਂ ਨਿਯਮਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਇਹ ਨਿਯਮ ਕਿਸੇ ਵਿਗਿਆਨੀ ਨੇ ਆਪਣੇ ਲੋਕਾਂ ਨਹੀਂ ਬਣਾਏ, ਇਹ ਨਿਯਮ ਤਾਂ ਕੁਦਰਤ ਹੀ ਦਿੱਤੇ ਹੋਏ ਸੀ, ਪਰ ਅਸੀਂ ਉਹਨਾਂ ਨਿਯਮਾਂ ਨੂੰ ਵਰਤ ਕੇ ਆਪਣੇ ਵੱਲੋਂ ਆਰਟੀਫਿਸ਼ੀਅਲ ਸੈਟੇਲਾਈਟ ਬਣਾਏ, ਬਨਾਵਟੀ ਉਪਗ੍ਰਹਿ ਬਣਾਏ। ਜਿਸ ਤਰ੍ਹਾਂ ਇੱਕ ਕੁਦਰਤੀ ਉਪਗ੍ਰਹਿ ਚੰਦਰਮਾ ਹੈ, ਉਸੇ ਤਰੀਕੇ ਦੇ ਅਸੀਂ ਅਨੇਕਾਂ ਹੀ ਬਨਾਵਟੀ ਉਪਗ੍ਰਹਿ ਬਣਾ ਕੇ ਸਾਡੀ ਧਰਤੀ ਦੇ ਆਲੇ ਦੁਆਲੇ ਉਹਨਾਂ ਨੂੰ ਘੁੰਮਾਉਣ ਦੇ ਵਿੱਚ ਸਹਾਈ ਹੋਏ, ਤੇ ਉਹਨਾਂ ਹੀ ਬਨਾਵਟੀ ਉਪਗ੍ਰਹਿਾਂ ਦੇ ਵਿੱਚੋਂ ਕਿਸੇ ਇੱਕ ਉਪਗ੍ਰਹਿ ਕਰਕੇ ਅੱਜ ਅਸੀਂ ਇੱਕ ਦੂਸਰੇ ਨਾਲ ਜੁੜੇ ਹੋਏ ਹਾਂ। ਸਾਡੀ ਜਿਹੜੀ ਮੋਬਾਈਲ ਦੀ ਟੈਕਨੋਲੋਜੀ ਹੈ, ਅਸੀਂ ਇੱਕ ਦੂਸਰੇ ਨਾਲ ਗੱਲ ਕਰ ਰਹੇ ਹਾਂ, ਕਮਿਊਨੀਕੇਟ ਕਰ ਰਹੇ ਹਾਂ, ਇੰਟਰਨੈਟ ਦੇ ਥਰੂ ਅਸੀਂ ਜੁੜੇ ਹੋਏ ਹਾਂ। ਤਾਂ ਇਹ ਇੰਟਰਨੈਟ ਵੀ ਉਹਨਾਂ ਉਪਗ੍ਰਹਿਾਂ ਦੇ ਵਿੱਚੋਂ ਹੀ ਇੱਕ ਉਪਗ੍ਰਹਿ ਦੀ ਜਿਹੜੀ ਹੈਗੀ ਹੈ ਉਹ ਦੇਣ ਹੈਗੀ ਹੈ। ਇਹਦਾ ਮਤਲਬ ਕਿ ਵਿਗਿਆਨ ਜਿਹੜੀ ਹੈਗੀ ਉਹ ਵਿਗਿਆਨ ਕੁਦਰਤ ਦੇ ਹੀ ਨਿਯਮਾਂ ਨੂੰ ਲਾਗੂ ਕਰਦੀ ਹੈ। ਇਸੇ ਤਰੀਕੇ ਨਾਲ ਮੇਰੇ ਇੱਕ ਗੱਲ ਹੋਰ ਦਿਮਾਗ ਦੇ ਵਿੱਚ ਆ ਰਹੀ ਹੈ ਕਿ ਜਿਸ ਤਰ੍ਹਾਂ ਇੱਕ ਆਮ ਜੀ ਗੱਲ ਹੈ ਕਿ ਜਦੋਂ ਡਾਕਟਰ ਕੋਈ ਇਲਾਜ ਕਰਦਾ ਤਾਂ ਇੰਜੈਕਸ਼ਨ ਲਗਾਉਂਦਾ। ਇੰਜੈਕਸ਼ਨ ਲਗਾਉਣ ਦੇ ਪਿੱਛੇ ਵੀ ਜਿਹੜੀ ਟੈਕਨੋਲੋਜੀ ਹੈਗੀ, ਜਿਹੜੀ ਟੈਕਨੀਕ ਹੈਗੀ ਹੈ, ਉਹ ਟੈਕਨੀਕ ਵੀ ਅਸੀਂ ਆਪਣੇ ਕੋਲੋਂ ਨਹੀਂ ਬਣਾਈ, ਸਾਨੂੰ ਕੁਦਰਤ ਨੇ ਦਿੱਤੀ ਹੈ। ਜਿਹੜਾ ਇੱਕ ਜ਼ਹਿਰੀਲਾ ਸੱਪ ਹੁੰਦਾ ਹੈ, ਤਾਂ ਜਦੋਂ ਉਹ ਡੰਗ ਮਾਰਦਾ ਤਾਂ ਉਸਦੇ ਦੰਦ ਹੁੰਦੇ ਆ ਫੈਂਗਸ, ਉਹਨਾਂ ਦੰਦਾਂ ਦੇ ਪਿੱਛੇ ਇੱਕ ਜ਼ਹਿਰ ਦੀ ਗ੍ਰੰਥੀ ਹੋਈ ਹੁੰਦੀ ਹੈ। ਤਾਂ ਪਹਿਲਾਂ ਉਹ ਦੰਦ ਸਾਡੀ ਚਮੜੀ ਦੇ ਅੰਦਰ ਆਪਣੇ ਪੂਰੇ ਜ਼ੋਰ ਦੇ ਨਾਲ ਧਸਾ ਦਿੰਦਾ, ਤੇ ਉਸ ਤੋਂ ਬਾਅਦ ਦੇ ਵਿੱਚ ਉਹ ਥੈਲੀ ਨੂੰ ਪਿੱਛੋਂ ਦੱਬ ਦਿੰਦਾ, ਜਿਹਦੇ ਕਰਕੇ ਜ਼ਹਿਰ ਸਾਡੇ ਸਰੀਰ ਦੇ ਅੰਦਰ ਦਾਖਲ ਹੋ ਜਾਂਦਾ। ਬਿਲਕੁਲ ਇਸੇ ਪ੍ਰਿੰਸੀਪਲ ਦੇ ਉੱਤੇ ਹੀ ਬੇਸਡ ਅਸੀਂ ਆਪਣਾ ਇੰਜੈਕਸ਼ਨ ਬਣਾਇਆ, ਤੇ ਉਸ ਇੰਜੈਕਸ਼ਨ ਦਾ ਸਾਡੇ ਮੁੱਢਲੇ ਇਲਾਜ ਦੇ ਵਿੱਚ ਆਉਂਦਾ।
ਤਾਂ ਇਸ ਪ੍ਰਕਾਰ ਅਸੀਂ ਕੁਦਰਤ ਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਲੈ ਰਹੇ ਹਾਂ ਤੇ ਕੁਦਰਤ ਦੇ ਚੀਜ਼ਾਂ ਦੇ ਵਿੱਚੋਂ ਕੁਦਰਤ ਦੇ ਨਿਯਮਾਂ ਨੂੰ ਜਦੋਂ ਅਸੀਂ ਆਪਣੀ ਸਾਇੰਸ ਦੇ ਵਿੱਚ ਲੈ ਕੇ ਆਉਣੇ ਹੈ ਤਾਂ ਅਸੀਂ ਲਗਭਗ 3 ਪੜਾਵਾਂ ਦੇ ਉੱਤੇ ਕੰਮ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਹੁੰਦਾ ਹੈ ਕਿ ਕੁਦਰਤ ਦੇ ਵਿੱਚ ਜਿਹੜੀ ਚੀਜ਼ ਹੋ ਰਹੀ ਹੈ ਉਸ ਦਾ ਨਿਰੀਖਣ ਕਰਨਾ, ਉਸ ਨੂੰ ਵੇਖਣਾ, ਘੁਖਣਾ, ਉਸ ਦੀ ਪੜਤਾਲ ਕਰਨੀ। ਤੇ ਦੂਜਾ ਹੁੰਦਾ ਕਿ ਜੇ ਅਸੀਂ ਉਸ ਦੇ ਵਿੱਚੋਂ ਪੜਤਾਲ ਕਰਕੇ ਕਿਸੇ ਨਿਚੋੜ ਦੇ ਉੱਤੇ ਜਾਂਦੇ ਹਾਂ ਤਾਂ ਅਸੀਂ ਇਸ ਨਿਚੋੜ ਨੂੰ ਕਿਸੇ ਬਿਲਕੁਲ ਉਹਦੇ ਨਾਲ ਮਿਲਦੀ ਜੁਲਦੀ ਕਿਸੇ ਘਟਨਾ ਦੇ ਉੱਤੇ ਲਾਗੂ ਕਰਕੇ ਵੇਖਣਾ ਕਿ ਕੀ ਇਹ ਨਿਯਮ ਇੱਕ ਜਗ੍ਹਾ ਦੇ ਉੱਤੇ ਲਾਗੂ ਹੈ ਜਾਂ ਹੋਰ ਕਿਸੇ ਥਾਂ ਦੇ ਉੱਤੇ ਵੀ ਲਾਗੂ ਹੋ ਸਕਦਾ ਹੈ। ਤਾਂ ਦੂਜੇ ਪੜਾਅ ਦੇ ਉੱਤੇ ਜਦੋਂ ਅਸੀਂ ਵੇਖਦੇ ਹਾਂ ਕਿ ਨਿਯਮ ਤਾਂ ਵੱਖ-ਵੱਖ ਥਾਵਾਂ ਤੇ ਲਾਗੂ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਜਿਸ ਨਿਯਮ ਦੇ ਤਹਿਤ ਜਿਹੜਾ ਹੈਗਾ ਚੰਦਰਮਾ ਘੁੰਮ ਰਿਹਾ ਹੈ ਉਸੇ ਨਿਯਮ ਦੇ ਤਹਿਤ ਹੋਰ ਉਪਗ੍ਰਹਿ ਵੀ ਘੁੰਮ ਸਕਦੇ ਨੇ, ਤਾਂ ਫਿਰ ਅਸੀਂ ਅਲਟੀਮੇਟਲੀ ਉਸ ਨੂੰ ਇੱਕ ਪ੍ਰਿੰਸੀਪਲ ਦਾ ਜਾਂ ਇੱਕ ਸਿਧਾਂਤ ਦਾ ਨਾਮ ਦੇ ਦਿੰਦੇ। ਤਾਂ ਇਸ ਪ੍ਰਕਾਰ ਵਿਗਿਆਨ ਦੇ ਬਹੁਤ ਸਾਰੇ ਸਿਧਾਂਤ ਹੁੰਦੇ ਨੇ ਤੇ ਉਹਨਾਂ ਸਿਧਾਂਤਾਂ ਨੇ ਸਾਨੂੰ ਅੱਜ ਸਾਡੀ ਲਾਈਫ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਸਾਡੀ ਲਾਈਫ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਕਿੱਥੇ ਕਿੱਥੇ ਵਿਗਿਆਨ ਆਈ ਤੇ ਕਿਵੇਂ ਕਿਵੇਂ ਇਸਨੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ। ਇਹ ਫੀਲਡ ਬਹੁਤ ਵੱਡਾ ਹੈ, ਬਹੁਤ ਸਾਰੀਆਂ ਇਸ ਤਰ੍ਹਾਂ ਦੇ ਪਹਿਲੂ ਹੈਗੇ ਆ ਸਾਡੀ ਜ਼ਿੰਦਗੀ ਦੇ ਜਿਨ੍ਹਾਂ ਦੇ ਵਿੱਚ ਵਿਗਿਆਨ ਨੇ ਸਾਨੂੰ ਪ੍ਰਭਾਵਿਤ ਕੀਤਾ ਹੈ। ਇਹਨਾਂ ਪਹਿਲੂਆਂ ਦੇ ਵਿੱਚੋਂ ਜੇ ਅਸੀਂ ਸਭ ਤੋਂ ਪਹਿਲਾਂ ਗੱਲ ਕਰੀਏ, ਜਿਸ ਤਰ੍ਹਾਂ ਮੈਂ ਗੱਲ ਕਰ ਚੁੱਕਿਆ ਪਹਿਲੇ ਟਰਾਂਸਪੋਰਟੇਸ਼ਨ ਦੀ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਜਾਣ ਦੀ, ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਗੱਲ ਨੂੰ ਇੱਕ ਇੰਨੇ ਵੱਡੇ ਪੜ੍ਹੇ ਲਿਖੇ ਵਰਗ ਦੇ ਨਾਲ ਡਿਸਕਸ ਕਰਨ ਦੀ ਜ਼ਰੂਰਤ ਹੈਗੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਇੰਨਾ ਲੰਬਾ ਸਫ਼ਰ ਤੈਅ ਕੀਤਾ ਤੇ ਕਿਵੇਂ ਅਸੀਂ ਜਿਹੜਾ ਹੈਗਾ ਹੁਣ ਸਾਡੇ ਜਿਹੜੇ ਆਵਾਜਾਈ ਦੇ ਸਾਧਨ ਨੇ, ਜਿਹੜੇ ਸਾਡੇ ਟਰਾਂਸਪੋਰਟੇਸ਼ਨ ਦੇ ਸਿਸਟਮ ਹੈਗੇ ਨੇ, ਉਸ ਦੇ ਵਿੱਚ ਜਿੱਥੇ ਅਸੀਂ ਸਮਾਂ ਬਚਾਇਆ ਹੈ ਕਿ ਅਸੀਂ ਘੱਟ ਸਮੇਂ ਦੇ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਉੱਤੇ ਜਾ ਸਕਦੇ ਹਾਂ, ਐਟ ਦਾ ਸੇਮ ਟਾਈਮ ਅਸੀਂ ਆਪਣੇ ਲਈ ਸੇਫਟੀ ਵੀ ਲੈ ਕੇ ਆਏ ਹਾਂ। ਜਿਹੜੇ ਸਾਡੇ ਪਹਿਲਾਂ ਆਵਾਜਾਈ ਦੇ ਸਾਧਨ ਸੀ ਤੇ ਅੱਜ ਦੇ ਸਾਧਨ ਨੇ, ਇਹਨਾਂ ਦੇ ਵਿੱਚ ਸੇਫਟੀ ਫੀਚਰ ਦਿਨੋਂ ਦਿਨ ਵੱਧਦੇ ਜਾ ਰਹੇ। ਇਸ ਤੋਂ ਬਾਅਦ ਦੇ ਵਿੱਚ ਦੂਸਰੀ ਗੱਲ ਜੇ ਅਸੀਂ ਕਮਿਊਨੀਕੇਸ਼ਨ ਦੀ ਕਰੀਏ, ਇੱਕ ਸਮਾਂ ਸੀ ਜਦੋਂ ਅਸੀਂ ਚਿੱਠੀ ਪੱਤਰ ਦੇ ਰਾਹੀਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਦੇ ਸੀ। ਉਸ ਤੋਂ ਬਾਅਦ ਸਾਡੇ ਵੇਖਦੇ ਵੇਖਦੇ ਹੌਲੀ ਹੌਲੀ ਜਿਸ ਤਰ੍ਹਾਂ ਮੋਬਾਈਲ ਦੀ ਟੈਕਨੋਲੋਜੀ ਵਧੀ ਤਾਂ ਅਸੀਂ ਮੈਸੇजेस ਦੇ ਥਰੂ ਇੱਕ ਦੂਜੇ ਨਾਲ ਸੰਪਰਕ ਦੇ ਵਿੱਚ ਆਏ, SMS ਦੇ ਥਰੂ ਆਏ, ਹੌਲੀ ਹੌਲੀ ਈਮੇਲਸ ਅਸੀਂ ਕਰਨੀਆਂ ਸ਼ੁਰੂ ਕੀਤੀਆਂ, ਇਲੈਕਟ੍ਰੋਨਿਕ ਮੇਲ ਦੇ ਨਾਲ ਅਸੀਂ ਬੜੀ ਜਲਦੀ ਆਪਣੇ ਮੈਸੇਜ ਭੇਜਣੇ ਸ਼ੁਰੂ ਕੀਤੇ। ਹੌਲੀ ਹੌਲੀ ਫਿਰ ਇਸ ਦੇ ਵਿੱਚ ਕੀ ਹੋ ਗਿਆ ਕਿ ਅਸੀਂ ਆਪਣੀਆਂ ਫੋਟੋਗ੍ਰਾਫਸ ਭੇਜਣੀਆਂ ਸ਼ੁਰੂ ਕੀਤੀਆਂ, ਸਾਡੇ ਕੋਲ WhatsApp ਆਇਆ, ਸਾਡੇ ਕੋਲ ਜਿਹੜਾ ਹੈਗਾ ਅਸੀਂ ਵੀਡੀਓਜ਼ ਭੇਜਣੀਆਂ ਸ਼ੁਰੂ ਕੀਤੀਆਂ ਤੇ ਹੁਣ ਅਸੀਂ ਵੀਡੀਓ ਕਾਲ ਤੱਕ ਦਾ ਸਫ਼ਰ, ਤੇ ਹੁਣ ਜਿਸ ਤਰ੍ਹਾਂ ਅਸੀਂ ਇੰਨੇ ਵੱਡੇ ਪੱਧਰ ਦੇ ਉੱਤੇ ਇੱਕ ਦੂਸਰੇ ਨਾਲ ਜੁੜ ਚੁੱਕੇ ਹਾਂ ਤਾਂ ਕਮਿਊਨੀਕੇਸ਼ਨ ਜਿਹੜਾ ਹੈਗਾ ਸਿਰਫ ਦੋ ਜਣਿਆਂ ਦਾ ਕਮਿਊਨੀਕੇਸ਼ਨ ਨਹੀਂ ਰਹਿ ਗਿਆ, ਉਹ ਕਿੰਨੇ ਕਿੰਨੇ ਹਜ਼ਾਰਾਂ ਲੋਕਾਂ ਨੂੰ ਇੱਕ ਲੈਵਲ ਦੇ ਉੱਤੇ ਇਕੱਠਾ ਕਰ ਦਿੰਦਾ। ਤਾਂ ਇਹ ਸਭ ਕੁਝ ਸਾਨੂੰ ਬਹੁਤ ਘੱਟ ਸਮੇਂ ਦੇ ਵਿੱਚ ਕਿਸਨੇ ਤਾਂ ਵਿਗਿਆਨ ਨੇ ਹੀ ਸਾਡੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਸਾਨੂੰ ਦਿੱਤੀ ਹੈ। ਤਾਂ ਕਮਿਊਨੀਕੇਸ਼ਨ ਤੋਂ ਬਾਅਦ ਦੇ ਵਿੱਚ ਜੇ ਅਸੀਂ ਆਲੇ ਦੁਆਲੇ ਦੇ ਵਿੱਚ ਦੇਖੀ, ਜਿਵੇਂ ਅਸੀਂ ਕਹਿੰਦੇ ਕਿ ਜਿਹੜਾ ਸਾਡਾ ਅੱਜ ਦਾ ਯੁੱਗ ਹੈਗਾ ਉਹ ਮਸ਼ੀਨੀਕਰਨ ਦਾ ਯੁੱਗ ਹੈ, ਤਾਂ ਬਿਲਕੁਲ ਇਹ ਮਸ਼ੀਨਾਂ ਨੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਤਰ੍ਹਾਂ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੋਂ ਲਾਈਏ ਕਿ ਭਾਰ ਚੱਕਣ ਤੋਂ ਲਾਈਏ, ਇੱਕ ਵੇਟ ਲਿਫਟਿੰਗ ਕਰਦੀਆਂ ਉਸ ਦੇ ਵਿੱਚ ਮਸ਼ੀਨਾਂ ਸਾਡੀ ਭਾਰੀ ਗੱਡੀ ਨੂੰ 1 ਮਿੰਟ ਦੇ ਵਿੱਚ ਹੀ ਚੱਕ ਦਿੰਦੀਆਂ ਨੇ। ਤੇ ਇਸ ਤੋਂ ਇਲਾਵਾ ਜਿਹੜੀਆਂ ਸਾਡੇ ਖੇਤੀਬਾੜੀ ਜਿਹੜੀ ਹੈਗੀ ਉਸ ਨੂੰ ਕਿਵੇਂ ਮਸ਼ੀਨਾਂ ਨੇ ਪ੍ਰਭਾਵਿਤ ਕੀਤਾ ਹੈ। ਖੇਤੀਬਾੜੀ ਤੋਂ ਇਲਾਵਾ ਸਾਡੇ ਘਰ ਦੇ ਵਿੱਚ ਵੇਖੀਏ, ਸਾਡੀ ਰਸੋਈ ਦੇ ਵਿੱਚ ਦੇਖੀਏ ਕਿ ਕਿਸ ਤਰ੍ਹਾਂ ਮਾਈਕ੍ਰੋਵੇਵ ਨਾਮ ਦੀਆਂ ਮਸ਼ੀਨਾਂ, OTG ਨਾਮ ਦੀਆਂ ਮਸ਼ੀਨਾਂ ਆ ਗਈਆਂ, ਉਹਨਾਂ ਨੇ ਸਾਡੀ ਜ਼ਿੰਦਗੀ ਨੂੰ ਸੁਖਾਲਾ ਬਣਾਤਾ। ਤੇ ਕੰਪਿਊਟਰ ਨੇ ਸਾਡੀ ਜ਼ਿੰਦਗੀ ਨੂੰ ਇੰਨੇ ਜ਼ਿਆਦਾ ਹੱਦ ਤੱਕ ਪ੍ਰਭਾਵਿਤ ਕੀਤਾ ਕਿ ਅਸੀਂ ਕਿੰਨੇ ਹੀ ਜਿਹੜਾ ਡੇਟਾ ਜਿਸ ਨੂੰ ਅਸੀਂ ਕਿਤਾਬਾਂ ਦੇ ਵਿੱਚ ਸੰਭਾਲਣਾ ਤੇ ਲਿਖਣਾ ਮੁਸ਼ਕਿਲ ਸੀਗਾ, ਉਸ ਨੂੰ ਅਸੀਂ ਕੰਪਿਊਟਰ ਦੇ ਰਾਹੀਂ ਕਿੰਨੇ ਈਜ਼ੀਲੀ ਬਹੁਤ ਸੌਖੇ ਤਰੀਕੇ ਨਾਲ ਕਿੱਥੇ ਡਾਟੇ ਨੂੰ ਇਕੱਠਾ ਵੀ ਕਰਨਾ ਤੇ ਉਸ ਨੂੰ ਇੰਟਰਪ੍ਰੇਟ ਕਰਨਾ, ਇਹ ਸਭ ਕੁਝ ਸਾਡੇ ਲਈ ਸੌਖਾ ਹੋ ਚੁੱਕਿਆ ਹੈ। ਤੇ ਸਿਰਫ ਇਸ ਫੀਲਡ ਨੂੰ ਛੱਡ ਕੇ ਜੇ ਅਸੀਂ ਆਪਣੇ ਆਰਾਮ ਦੀ ਗੱਲ ਕਰੀਏ, ਕੰਫਰਟ ਦੀ ਗੱਲ ਕਰੀਏ, ਤਾਂ ਕਿਸ ਤਰੀਕੇ ਨਾਲ 에ਅਰ ਕੰਡੀਸ਼ਨ ਸਾਡੇ ਕੋਲੇ ਹੁਣ ਕਮਰਿਆਂ ਦੇ ਵਿੱਚ ਲੱਗੇ ਹੋਏ ਹੈ, ਇਲੈਕਟ੍ਰਿਸਿਟੀ ਸਾਡੇ ਕੋਲੇ ਆ ਚੁੱਕੀ ਹੈ, ਸਾਡੇ ਕੋਲੇ ਮਨੋਰੰਜਨ ਦੇ ਸਾਧਨ ਨੇ, ਮਨੋਰੰਜਨ ਦੇ ਸਾਧਨਾਂ ਨੂੰ ਅਸੀਂ ਇੰਨਾ ਜ਼ਿਆਦਾ ਸਸਤਾ ਕਰਤਾ ਸਾਡੀ ਵਿਗਿਆਨ ਨੇ ਕਿ ਜਿਸ ਤਰ੍ਹਾਂ ਸਿਨੇਮਾ ਹੋ ਗਿਆ, TV ਹੋ ਗਿਆ, ਇਹ ਹਰ ਇੱਕ ਮਨੁੱਖ ਦੀ ਅਪਰੋਚ ਤੱਕ ਪਹੁੰਚ ਗਏ। ਤਾਂ ਇਹ ਸਾਧਨ ਬੜੇ ਸਸਤੇ ਹੈ। ਇਸ ਤੋਂ ਇਲਾਵਾ ਜੇ ਅਸੀਂ ਹੋਰ ਫੀਲਡਸ ਦੀ ਗੱਲ ਕਰੀਏ, ਜਿਸ ਤਰ੍ਹਾਂ ਅਸੀਂ ਆਪਣੇ ਮੈਡੀਸਨ ਦੇ ਫੀਲਡ ਦੀ ਗੱਲ ਕਰੀਏ, ਸਰਜਰੀ ਦੀ ਗੱਲ ਕਰੀਏ, ਤਾਂ ਮੈਡੀਸਨ ਦੇ ਫੀਲਡ ਦੇ ਵਿੱਚ ਇਹੋ ਜਿਹੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਬਿਮਾਰੀਆਂ ਦਾ ਇਲਾਜ ਸਾਡੇ ਲਈ ਪਹਿਲਾਂ ਅਸੰਭਵ ਸੀ ਤੇ ਉਹਨਾਂ ਬਿਮਾਰੀਆਂ ਤੋਂ ਅੱਜ ਅਨੇਕਾਂ ਲੋਕ ਜਿਹੜੇ ਅਨੇਕਾਂ ਮਨੁੱਖ ਤੁਸੀਂ ਉਹਨਾਂ ਬਿਮਾਰੀਆਂ ਤੋਂ ਬਾਹਰ ਆਉਂਦੇ ਸੀ ਦੇਖ ਰਹੇ ਹਾਂ। ਇੱਥੋਂ ਤੱਕ ਕਿ ਆਰਟੀਫਿਸ਼ਲ ਲਿੰਬਸ ਜਿਹੜੇ ਹੈਗੇ ਨੇ, ਨਕਲੀ ਮਨੁੱਖੀ ਅੰਗ ਜਿਹੜੇ ਹੈਗੇ ਨੇ, ਉਹ ਵੀ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕੇ ਹੈ ਤੇ ਉਹਨਾਂ ਨੇ ਸਾਡੀ ਲਾਈਫ ਦੇ ਵਿੱਚ ਆ ਕੇ ਬਹੁਤ ਸਾਰੇ ਲੋਕਾਂ ਨੂੰ ਅਫੈਕਟ ਕੀਤਾ। ਤੇ ਜੇ ਅਸੀਂ ਸਪੇਸ ਟੈਕਨੋਲੋਜੀ ਦੀ ਗੱਲ ਕਰੀਏ, ਸਪੇਸ ਟੈਕਨੋਲੋਜੀ ਦੇ ਵਿੱਚ ਦੇਖੋ ਸਾਡਾ ਇੰਡੀਆ ਦਾ ਨਾਮ ਵੀ ਪੂਰੇ ਵਰਲਡ ਦੇ ਵਿੱਚ ਹੈਗਾ
ਤਾਂ ਸਪੇਸ ਟੈਕਨੋਲੋਜੀ ਦੇ ਨਾਲ ਤਾਂ ਅਸੀਂ ਕਿੰਨਾ ਹੀ ਕੁਝ ਜਿਹੜਾ ਹੈਗਾ ਉਹ ਕਰ ਚੁੱਕੇ ਹਾਂ। ਉੱਪਰ ਅਸੀਂ ਆਪਣੀਆਂ ਲੈਬਸ ਬਣਾ ਚੁੱਕੇ ਹਾਂ ਸਪੇਸ ਦੇ ਵਿੱਚ, ਤੇ ਜਿੱਥੇ ਜਾ ਕੇ ਅਸੀਂ ਆਪਣੀ ਧਰਤੀ ਤੋਂ ਬਾਅਦ ਦੂਜੇ ਗ੍ਰਹਿਾਂ ਦੇ ਉੱਤੇ ਜ਼ਿੰਦਗੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਜਦੋਂ ਇਹ ਸਭ ਕੁਝ ਹੋਇਆ ਤਾਂ ਸਾਰੀਆਂ ਮੈਂ ਵਿਗਿਆਨ ਦੀਆਂ ਜਿਹੜੀਆਂ ਪ੍ਰਾਪਤੀਆਂ ਗਣਾਈਆਂ ਨੇ, ਇਹ ਪ੍ਰਾਪਤੀਆਂ ਸਾਨੂੰ ਸਭ ਨੂੰ ਪਤਾ ਸੀ, ਇਹ ਸਭ ਸਾਨੂੰ ਗੱਲਾਂ ਆਲਰੇਡੀ ਪਤਾ ਨੇ। ਪਰੰਤੂ ਇਹਨਾਂ ਗੱਲਾਂ ਦੇ ਨਾਲ ਨਾਲ ਜਿਹੜਾ ਦਿਮਾਗ ਦੇ ਵਿੱਚ ਸਵਾਲ ਆਉਂਦਾ ਹੈ ਉਹ ਇਹ ਆਉਂਦਾ ਹੈ ਕਿ ਜਦੋਂ ਵਿਗਿਆਨ ਸਾਡੇ ਲਈ ਇੰਨਾ ਕੁਝ ਕਰਕੇ ਆਈ ਹੈ, ਸਾਡੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਿਗਿਆਨ ਇੰਨਾ ਜ਼ਿਆਦਾ ਖੁੱਭ ਚੁੱਕੀ ਹੈ, ਤਾਂ ਕੀ ਨਾਲ ਨਾਲ ਇਸ ਦੇ ਕੋਈ ਡਰਾਬੈਕਸ ਨਹੀਂ ਹੋਣ, ਨਾਲ ਨਾਲ ਇਸ ਦੇ ਕੋਈ ਡਿਸਐਡਵਾਂਟੇਜਸ ਨਹੀਂ ਹੋਣ? ਤਾਂ ਜਿਸ ਤਰ੍ਹਾਂ ਆਪਾਂ ਗੱਲ ਕਰੀਏ, ਆਪਾਂ ਨਿਊਕਲੀਅਰ ਫਿਊਲ ਦੀ ਗੱਲ ਕਰਕੇ ਚੱਲਦੇ ਹਾਂ। ਇੱਕ ਬੜੀ ਵਧੀਆ ਉਦਾਹਰਨ ਜਿਹੜੀ ਹੈਗੀ ਹੈ ਇੱਥੇ ਫਿੱਟ ਹੋ ਸਕਦੀ ਹੈ ਕਿ ਨਿਊਕਲੀਅਰ ਫਿਊਲ ਜਿਹੜਾ ਹੈਗਾ, ਜਿਵੇਂ ਯੂਰੇਨੀਅਮ ਨਿਊਕਲੀਅਰ ਫਿਊਲ ਹੈਗਾ ਜਾਂ ਹੋਰ ਨਿਊਕਲੀਅਰ ਫਿਊਲ ਨੇ, ਇਸ ਨਿਊਕਲੀਅਰ ਫਿਊਲ ਨੂੰ ਲੈ ਕੇ, ਇਸ ਬਾਲਣ ਨੂੰ ਲੈ ਕੇ ਅਸੀਂ ਨਿਊਕਲੀਅਰ ਰਿਐਕਟਰਸ ਲਗਾਉਣੇ ਆ, ਤੇ ਉਹਨਾਂ ਨਿਊਕਲੀਅਰ ਰਿਐਕਟਰਸ ਤੋਂ ਜਿਹੜੀ ਪੈਦਾ ਹੁੰਦੀ ਬਿਜਲੀ ਹੈ ਉਹ ਸਾਡੇ ਲੱਖਾਂ ਘਰਾਂ ਦੇ ਵਿੱਚ ਰੌਸ਼ਨੀ ਪੈਦਾ ਕਰਦੀ ਹੈ। ਪਰੰਤੂ ਸੇਮ ਉਸੇ ਨਿਊਕਲੀਅਰ ਫਿਊਲ ਨੂੰ ਜੇ ਅਸੀਂ ਨਿਊਕਲੀਅਰ ਰਿਐਕਟਰ ਦੇ ਵਿੱਚ ਨਾ ਵਰਤ ਕੇ ਨਿਊਕਲੀਅਰ ਬੰਬ ਬਣਾਉਣ ਦੇ ਲਈ ਵਰਤ ਲਈਏ ਤਾਂ ਇਹ ਲੱਖਾਂ ਘਰਾਂ ਨੂੰ ਰੌਸ਼ਨ ਕਰਨ ਦੀ ਬਜਾਏ ਲੱਖਾਂ ਘਰਾਂ ਦੀ ਰੌਸ਼ਨੀ ਬੁਝਾ ਵੀ ਸਕਦੀ ਹੈ। ਤਾਂ ਇਸ ਪ੍ਰਕਾਰ ਜਿਹੜਾ ਹੈਗਾ ਸਾਇੰਸ ਜਿੱਥੇ ਸਾਡੇ ਲਈ ਇੰਨਾ ਕੁਝ ਲੈ ਕੇ ਆਈ ਹੈ, ਉਸ ਦੇ ਨਾਲ ਨਾਲ ਇਸ ਦੇ ਬਹੁਤ ਸਾਰੇ ਡਰਾਬੈਕਸ ਵੀ ਸਾਹਮਣੇ ਆਉਣੇ ਸ਼ੁਰੂ ਹੋਏ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਸਾਡੇ ਖਾਣੇ ਨੂੰ ਇਸ ਨੇ ਪ੍ਰਭਾਵਿਤ ਕੀਤਾ ਹੈ, ਸਾਡੇ ਕੋਲ ਮਾਈਕ੍ਰੋਵੇਵ ਵਰਗੀਆਂ ਟੈਕਨੋਲੋਜੀਜ਼ ਆਈਆਂ ਨੇ, ਤਾਂ ਜਿੱਥੇ ਇਹਨਾਂ ਟੈਕਨੋਲੋਜੀਜ਼ ਨੇ ਸਾਨੂੰ ਸੌਖਾ ਕੀਤਾ ਹੈ, ਐਟ ਦਾ ਸੇਮ ਟਾਈਮ ਸਾਡੀ ਰਿਸਰਚ ਇਹ ਵੀ ਤਾਂ ਕਹਿੰਦੀ ਹੈ ਕਿ ਇਹੀ ਟੈਕਨੋਲੋਜੀਜ਼ ਕੈਂਸਰ ਵਰਗੀਆਂ ਭਿਆਨਕ ਜ਼ਿੰਮੇਵਾਰੀਆਂ ਦੇ ਲਈ ਜ਼ਿੰਮੇਵਾਰ ਹੈਗੇ, ਭਿਆਨਕ ਬਿਮਾਰੀਆਂ ਦੇ ਲਈ ਜ਼ਿੰਮੇਵਾਰ ਹੈ। ਤਾਂ ਇਸ ਪ੍ਰਕਾਰ ਜਿਹੜਾ ਹੈਗਾ ਜਿੱਥੇ ਜਿੱਥੇ ਸਾਇੰਸ ਸਾਡੇ ਲਈ ਬੜਾ ਪੋਜ਼ਿਟਿਵ ਕਰ ਰਹੀ ਹੈ, ਉੱਥੇ ਉੱਥੇ ਹੀ ਸਾਡੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਵੀ ਇਹ ਲੈ ਕੇ ਆਉਂਦੀ। ਪਰੰਤੂ ਜੇ ਕੋਈ ਚੰਗਾ ਹੁੰਦਾ ਹੈ ਤਾਂ ਉਸਦਾ ਜਿਹੜੇ ਮਾੜੇ ਪ੍ਰਭਾਵ ਹੁੰਦੇ ਨੇ, ਉਹਨਾਂ ਦੇ ਮਾੜੇ ਪ੍ਰਭਾਵਾਂ ਨੂੰ ਅਸੀਂ ਖੁਦ ਦੇਖਣਾ ਹੁੰਦਾ ਹੈ ਕਿ ਕਿਸ ਚੀਜ਼ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਹੈ, ਜੋ ਸਾਡੇ ਲਈ ਵਧੀਆ ਹੈ, ਜੋ ਸਾਇੰਸ ਦੇ ਅੱਛੇ ਇਫੈਕਟ ਹੈਗੇ ਨੇ, ਉਹਨਾਂ ਇਫੈਕਟਸ ਨੂੰ ਅਸੀਂ ਹੋਰ ਪ੍ਰਮੋਟ ਕਰੀਏ, ਤੇ ਜਿਹੜੇ ਇਸ ਦੇ ਨੈਗੇਟਿਵ ਇਫੈਕਟਸ ਹੈਗੇ ਨੇ, ਉਹਨਾਂ ਨੈਗੇਟਿਵ ਇਫੈਕਟਸ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਲੈ ਕੇ ਆਈਏ। ਤਾਂ ਇਹ ਸਾਇੰਸ ਦਾ ਸਾਡੇ ਆਮ ਜ਼ਿੰਦਗੀ ਦੇ ਵਿੱਚ ਆਪਾਂ ਜੇ ਮਹੱਤਵ ਦੀ ਗੱਲ ਕਰੀਏ ਤਾਂ ਇਹ ਸਾਡੀ ਜ਼ਿੰਦਗੀ ਦੇ ਵਿੱਚ ਇਸ ਦਾ ਮਹੱਤਵ ਹੈਗਾ। ਪਰੰਤੂ ਜੇ ਮੈਂ ਗੱਲ ਕਰਾਂ ਕਿ ਸਾਇੰਸ ਜਿਹੜਾ ਹੈਗਾ ਇਹਨਾਂ ਲੰਬੀਆਂ ਚੌੜੀਆਂ ਜਿਹੜੀਆਂ ਮਸ਼ੀਨਾਂ ਆ ਗਈਆਂ ਜਾਂ ਭਾਰੀ ਮਸ਼ੀਨਾਂ ਆ ਗਈਆਂ ਜਾਂ ਇੰਨੀ ਤੇਜ਼ ਸਾਡੇ ਕੋਲ ਜਿਹੜੀਆਂ ਰਫ਼ਤਾਰ ਦੀਆਂ ਗੱਡੀਆਂ ਆ ਗਈਆਂ, ਕੀ ਸਭ ਕੁਝ ਇੱਥੇ ਤੱਕ ਹੀ ਸੀਮਤ ਹੈ? ਮੇਰਾ ਮੰਨਣਾ ਇਹ ਹੈ ਕਿ ਵਿਗਿਆਨ ਦਾ ਮਤਲਬ ਇਹਨਾਂ ਸਭ ਚੀਜ਼ਾਂ ਤੱਕ ਨਹੀਂ ਹੈ। ਇਹ ਤਾਂ ਸਾਡੇ ਲਈ ਇਸ ਦੇ ਲਈ ਵਿਗਿਆਨੀ ਹੈਗੇ ਨੇ ਜਿਹੜੇ ਸਾਡੇ ਲਈ ਸੁੱਖ ਸਹੂਲਤਾਂ ਦੇ ਰਹੇ ਨੇ, ਪਰੰਤੂ ਆਮ ਜ਼ਿੰਦਗੀ ਦੇ ਵਿੱਚ ਜਦੋਂ ਵਿਗਿਆਨ ਦੀ ਗੱਲ ਕਰੀਏ ਤਾਂ ਉੱਥੇ ਜਿੱਥੇ ਸੁੱਖ ਸਹੂਲਤਾਂ ਆਉਂਦੀਆਂ ਨੇ, ਉੱਥੇ ਸਭ ਤੋਂ ਵੱਡੀ ਗੱਲ ਇਹ ਆਉਂਦੀ ਹੈ ਕਿ ਕੀ ਵਿਗਿਆਨ ਸਾਡੇ ਮਨਾਂ ਦੇ ਉੱਤੇ ਪ੍ਰਭਾਵ ਪਾ ਰਹੀ ਹੈ, ਕੀ ਸਾਡੀ ਸੋਚ ਨੂੰ ਪ੍ਰਭਾਵਿਤ ਕਰ ਰਹੀ ਹੈ? ਜੇ ਵਿਗਿਆਨ ਸੱਚੀ ਸਾਡੀ ਸੋਚ ਨੂੰ ਪ੍ਰਭਾਵਿਤ ਕਰਦੀ ਹੈ, ਸਾਡੀ ਸੋਚ ਇਸ ਦੇ ਨਾਲ ਬਦਲ ਰਹੀ ਹੈ, ਸਾਡੇ 'ਚ ਇੱਕ ਨਵੇਂ ਪ੍ਰਕਾਰ ਦਾ ਦ੍ਰਿਸ਼ਟੀਕੋਣ ਆ ਰਿਹਾ ਹੈ ਜਿਸ ਨੂੰ ਅਸੀਂ ਵਿਗਿਆਨਕ ਦ੍ਰਿਸ਼ਟੀਕੋਣ ਕਹਿ ਸਕਦੇ ਹਾਂ। ਵਿਗਿਆਨ ਕੀ ਹੈ? ਹਰ ਇੱਕ ਚੀਜ਼ ਨੂੰ ਤਰਕ ਨਾਲ ਦੇਖਦੀ ਹੈ, ਤੇ ਜੇ ਸਾਡੀ ਸੋਚ ਵੀ ਹਰ ਇੱਕ ਚੀਜ਼ ਨੂੰ ਤਰਕ ਨਾਲ ਵੇਖਣਾ ਸ਼ੁਰੂ ਕਰ ਦੂਗੀ ਤਾਂ ਵਿਗਿਆਨ ਉਹ ਅਸਲ ਪ੍ਰਾਪਤੀ ਹੈ। ਇਹ ਜਿਹੜੇ ਵਿਗਿਆਨ ਦੇ ਜਿਸ ਤਰ੍ਹਾਂ ਆਪਾਂ ਕਹਿ ਰਹੇ ਹਾਂ ਕਿ ਪਰਮਿੰਦਰ ਸਰ ਅਨਮਿਊਟ ਕਰਿਆ, ਤੁਹਾਡਾ ਮਿਊਟ ਹੋ ਗਿਆ। ਹਾਂਜੀ, ਹੁਣ ਆ ਰਹੀ ਹੈ ਜੀ ਆਵਾਜ਼? ਹਾਂਜੀ ਹਾਂਜੀ ਹਾਂਜੀ। ਤਾਂ ਆਪਾਂ ਇਹ ਗੱਲ ਕਰ ਰਹੇ ਸੀ ਕਿ ਸਾਡੇ ਲਈ ਜਿਹੜਾ ਹੈਗਾ ਸਿਰਫ ਇਹ ਨਹੀਂ ਹੈ ਕਿ ਉਹ ਸਾਨੂੰ ਇੰਨੀ ਜ਼ਿਆਦਾ ਸੁੱਖ ਸਹੂਲਤ ਦੇ ਦੇ, ਸਾਡੇ ਲਈ ਸਾਡੀ ਸੋਚ ਬਦਲਣੀ ਜ਼ਰੂਰੀ ਹੈ, ਕਿਉਂਕਿ ਸੋਚ ਹੀ ਸਾਡੀ ਬੈਕਵਰਡਨੈਸ ਦੇ ਲਈ, ਸਾਡੇ ਪਿਛੜੇਪਨ ਦੇ ਲਈ ਜ਼ਿੰਮੇਵਾਰ ਹੈ। ਸੋ ਇਸ ਸੋਚ ਨੂੰ ਵਿਗਿਆਨ ਕਿਵੇਂ ਪ੍ਰਭਾਵਿਤ ਕਰੇ? ਮੇਰਾ ਮੰਨਣਾ ਤਾਂ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਬੰਦੇ ਹੈਗੇ ਜਿਹੜੇ ਸਾਇੰਸ ਦੇ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਹੈਗੇ, ਤਾਂ ਸਾਇੰਸ ਦੇ ਪੋਸਟ ਗ੍ਰੈਜੂਏਟ ਹੋ ਕੇ ਵੀ ਉਹ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਨਹੀਂ ਰੱਖ ਰਹੇ। ਪਰੰਤੂ ਦੂਜੇ ਪਾਸੇ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਦਾ ਸਾਇੰਸ ਵਿਸ਼ੇ ਦੇ ਨਾਲ ਨੇੜੇ ਦਾ ਵੀ ਕੋਈ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਹੈ। ਉਹ ਸਾਇੰਸ ਵਿਸ਼ੇ ਨੂੰ ਜਿਹੜਾ ਹੈਗਾ ਆਪਣੇ ਸਕੂਲ ਦੇ ਵਿੱਚ ਜਾਂ ਆਪਣੀ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਪੜ੍ਹਿਆ ਨਹੀਂ, ਪਰੰਤੂ ਫਿਰ ਵੀ ਉਹ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਰੱਖ ਕੇ ਚੱਲ ਰਹੇ। ਸੋ ਲੋੜ ਉਸ ਵਿਗਿਆਨਕ ਦ੍ਰਿਸ਼ਟੀਕੋਣ ਦੀ ਹੈ, ਨਾ ਕਿ ਸਾਨੂੰ ਇਹ ਸੈਪਰੇਸ਼ਨ ਦੀ ਹੈ ਕਿ ਸਾਇੰਸ ਵਾਲਾ ਹੈਗਾ, ਇਹ ਕਮਰਸ ਵਾਲਾ ਹੈਗਾ, ਇਹ ਹਿਊਮੈਨਿਟੀਜ਼ ਗਰੁੱਪ ਵਾਲਾ ਹੈਗਾ। ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈ, ਇਹ ਸਭ ਕੁਝ ਇਕੱਠਾ ਹੀ ਹੈ। ਵਿਸ਼ਾ ਜਿਹੜਾ ਹੈਗਾ ਉਹ ਵਿਸ਼ਾ ਪੜ੍ਹਨਾ ਜਾਂ ਵਿਸ਼ੇ ਦੇ ਵਿੱਚ ਬਹੁਤ ਡੂੰਘਾਈ ਦੇ ਵਿੱਚ ਚਲੇ ਜਾਣਾ, ਉਹ ਵਿਸ਼ਾ ਮਾਹਰਾਂ ਦਾ ਕੰਮ ਹੈ। ਉਸ ਦੇ ਲਈ ਸਾਡੇ ਕੋਲ ਵੱਖਰੇ ਵਿਸ਼ਾ ਮਾਹਰ ਹੈਗੇ ਨੇ। ਸਾਡਾ ਕੰਮ ਜਿਹੜਾ ਹੈਗਾ ਆਪਣੀ ਜ਼ਿੰਦਗੀ ਦੇ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਲੈ ਕੇ ਆਉਣਾ। ਸੋ ਇਨਫੈਕਟ ਮੈਂ ਤਾਂ ਇਹ ਮੰਨਦਾ ਕਿ ਅਸੀਂ ਸਾਰੇ ਜਿੰਨੇ ਵੀ ਇੱਥੇ ਬੈਠੇ ਹਾਂ,
ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਕਦੇ ਵਿਗਿਆਨੀਆਂ ਵਾਂਗ ਜ਼ਰੂਰ ਵਿਚਰੇ ਹੋਵਾਂਗੇ। ਵਿਗਿਆਨੀਆਂ ਵਾਂਗ ਵਿਚਰਨ ਦਾ ਮੇਰਾ ਮਤਲਬ ਇਹ ਹੈ ਕਿ ਕੀ ਅਸੀਂ ਆਪਣੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਤੋਂ ਅੰਦਾਜ਼ੇ ਨਹੀਂ ਲਗਾਉਂਦੇ? ਕੀ ਅਸੀਂ ਕਦੇ ਜਿਹੜਾ ਹੈਗਾ ਕੋਈ ਚੱਲਦੇ ਜਾਂ ਪੰਛੀ ਉੱਡ ਰਹੇ ਨੇ ਜਾਂ ਪੰਛੀਆਂ ਦੀ ਚੁੰਝਾਂ ਨੂੰ ਅਸੀਂ ਕਦੇ ਵੇਖਿਆ ਨਹੀਂ ਹੈ? ਤਾਂ ਵਿਗਿਆਨੀਆਂ ਦਾ ਵੀ ਤਾਂ ਇਹੀ ਕੰਮ ਹੈ, ਉਹ ਚੁੰਝਾਂ ਨੂੰ ਵੇਖਣਾ ਤੇ ਉਹ ਕਿਸ ਪ੍ਰਕਾਰ ਦੇ ਦਾਣੇ ਉਹ ਪੰਛੀ ਚੁਗ ਰਿਹਾ ਹੈ, ਇਹਨਾਂ ਸਭ ਚੀਜ਼ਾਂ ਨੂੰ ਵੇਖਣਾ। ਮੇਰੇ ਇੱਥੋਂ ਇੱਕ ਚਾਰਲਸ ਡਾਰਵਿਨ ਦੀ ਜਿਹੜੀ ਹੈਗੀ ਉਹ ਗੱਲ ਯਾਦ ਆ ਰਹੀ ਹੈ ਕਿ ਚਾਰਲਸ ਡਾਰਵਿਨ ਇੱਕ ਮਹਾਨ ਵਿਗਿਆਨੀ ਹੋਏ ਨੇ। ਕੁਦਰਤ ਦੇ ਨਾਲ ਸੰਬੰਧਿਤ ਉਹਨਾਂ ਨੇ ਬੜੇ ਨਿਯਮ ਦਿੱਤੇ ਹੈ। ਉਹਨਾਂ ਦਾ ਇੱਕ ਬੜਾ ਜਿਹੜਾ ਨਿਯਮ ਹੈਗਾ ਕਿ ਸਟਰਗਲ ਫॉर ਐਗਜ਼ਿਸਟੈਂਸ, ਕਿ ਹਰ ਕੋਈ ਜਿਹੜਾ ਹੈਗਾ ਇੱਥੇ ਆਪਣੀ ਐਗਜ਼ਿਸਟੈਂਸ ਦੇ ਲਈ, ਆਪਣੀ ਸਰਵਾਈਵਲ ਦੇ ਲਈ ਸਟਰਗਲ ਕਰ ਰਿਹਾ ਹੈ। ਤਾਂ ਉਹ ਨਿਯਮ ਕਿੱਥੋਂ ਲੈ ਕੇ ਆਏ? ਅਸਲ ਦੇ ਵਿੱਚ ਉਹਨਾਂ ਨੇ ਉਹ ਵੀ ਕੁਦਰਤ ਦੇ ਵਿੱਚੋਂ ਲਿਆ, ਸਿਰਫ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਦੇ ਨਾਲ ਹੀ ਉਹਨਾਂ ਨੇ ਵੇਖਿਆ। ਉਹ ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਨਹੀਂ ਸੀ ਕਿ ਉਹ ਸਾਇੰਸ ਵਿਸ਼ੇ ਨਾਲ ਜੁੜੇ ਹੋਏ ਸੀਗੇ, ਕਿਉਂਕਿ ਮੈਂ ਗੱਲ ਇਹ ਕਰ ਰਿਹਾ ਸੀ ਕਿ ਸਾਇੰਸ ਵਿਸ਼ੇ ਵਾਲੇ ਵਿਗਿਆਨਕ ਦ੍ਰਿਸ਼ਟੀਕੋਣ ਰੱਖਦੇ ਜਾਂ ਕੋਈ ਵੀ ਵਿਗਿਆਨਕ ਦ੍ਰਿਸ਼ਟੀਕੋਣ ਰੱਖ ਸਕਦਾ ਹੈ। ਉਹ ਪੜ੍ਹਾਈ ਦੇ ਵਿੱਚ ਬਹੁਤੇ ਵਧੀਆ ਨਹੀਂ ਸੀ ਤੇ ਪਰੰਤੂ ਇੱਕ ਵਾਰ ਜਿਹੜਾ ਹੈਗਾ ਉਹਨਾਂ ਨੂੰ ਇੱਕ ਜਿਸ ਤਰ੍ਹਾਂ ਪਹਿਲਾਂ ਸਮੁੰਦਰੀ ਜਹਾਜ਼ ਜਾਂਦੇ ਸੀ ਤਾਂ ਉਸ ਤੇ ਜਾਣ ਦਾ ਮੌਕਾ ਮਿਲਿਆ, ਉਸ ਦੇ ਉੱਤੇ ਚਲੇ ਗਏ। ਬਿਮਾਰ ਹੋਣ ਕਰਕੇ ਆਮ ਲੋਕਾਂ ਨਾਲ ਉਹਨਾਂ ਦੀ ਉਹ ਖਰਾਬ ਵੀ ਹੋਈ ਤੇ ਲਗਭਗ 3 ਮਹੀਨੇ ਦਾ ਸਮਾਂ ਉਸ ਦੇ ਰਹੇ ਉਸ ਟਾਪੂ ਦੇ ਉੱਤੇ। ਤਾਂ ਉੱਥੇ ਉਹਨਾਂ ਨੇ ਵੇਖਣਾ ਸ਼ੁਰੂ ਕੀਤਾ ਤੇ ਕੁਦਰਤ ਦੇ ਵਿੱਚੋਂ ਵੇਖਦੇ ਵੇਖਦੇ ਉਹ ਸਾਡੇ ਲਈ ਇੰਨੇ ਜ਼ਿਆਦਾ ਨਿਯਮ ਲੈ ਕੇ ਆ ਗਏ। ਜਿਸ ਤਰ੍ਹਾਂ ਉਹਨਾਂ ਨੇ ਵੇਖਿਆ ਕਿ ਇੱਕ ਆਲਣੇ ਦੇ ਵਿੱਚ ਜੇ ਇੱਕ ਪੰਛੀ ਨੇ 4 ਅੰਡੇ ਦਿੱਤੇ ਹੈ, ਪਰੰਤੂ ਉਸ ਆਲਣੇ ਦੇ ਵਿੱਚ ਜਿਹੜਾ ਹੈਗਾ ਸਿਰਫ 3 ਬੱਚਿਆਂ ਦੇ ਲਈ ਹੀ ਜਗ੍ਹਾ ਹੈਗੀ ਹੈ, ਤਾਂ 4 ਅੰਡਿਆਂ ਦੇ ਵਿੱਚੋਂ ਜਦੋਂ 4 ਪੰਛੀ ਬਾਹਰ ਆਉਣਗੇ, 4 ਕੋਟ ਬਾਹਰ ਆਉਣਗੇ, ਤਾਂ ਉਹ ਇੱਕ ਦੂਸਰੇ ਦੇ ਲੱਤਾਂ ਮਾਰ ਕੇ ਇੱਕ ਨੂੰ ਉੱਥੋਂ ਪਰੇ ਕਰ ਦੇਣਗੇ, ਸਿਰਫ 3 ਹੀ ਰਹਿਣਗੇ। ਤਾਂ ਇਹ ਕੀ ਹੈ? ਇਹੀ ਤਾਂ ਸਾਡੇ ਲਈ ਜਿਹੜਾ ਹੈਗਾ ਸਰਵਾਈਵਲ ਆਫ ਦਾ ਫਿਟੈਸਟ ਉਹਨਾਂ ਨੇ ਨਿਯਮ ਦਿੱਤਾ ਕਿ ਫਿੱਟ ਬੰਦਾ ਜਿਹੜਾ ਹੈਗਾ ਉੱਥੇ ਸਰਵਾਈਵ ਕਰਦਾ ਹੈ। ਤੇ ਮੈਨੂੰ ਲੱਗਦਾ ਹੈ ਇਹ ਦੋਨੇ ਨਿਯਮ ਸਾਡੀ ਅੱਜ ਦੀ ਜ਼ਿੰਦਗੀ ਦੇ ਵਿੱਚ ਵੀ ਲਾਗੂ ਹੁੰਦੇ ਆ ਕਿ ਕਿਸ ਤਰੀਕੇ ਨਾਲ ਅਸੀਂ ਜ਼ਿੰਦਗੀ ਜਿਉਣ ਦੇ ਲਈ ਸੰਘਰਸ਼ ਕਰਦੇ ਹਾਂ ਤੇ ਇਸ ਸੰਘਰਸ਼ ਦੇ ਵਿੱਚ ਬਚਦਾ ਉਹ ਹੈ ਜਿਹੜਾ ਫਿੱਟ ਹੁੰਦਾ। ਤਾਂ ਉਹ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਸੀ ਜਿਸ ਨੇ ਸਾਨੂੰ ਐਡਾ ਵੱਡਾ ਸਿਧਾਂਤ ਦਿੱਤਾ। ਬਿਲਕੁਲ ਉਸੇ ਤਰੀਕੇ ਨਾਲ ਹੀ ਅਸੀਂ ਵੀ ਵਿਗਿਆਨਕ ਦ੍ਰਿਸ਼ਟੀਕੋਣ ਰੱਖ ਸਕਦੇ ਹਾਂ। ਅਸੀਂ ਆਪਣੇ ਆਲੇ ਦੁਆਲੇ ਹੋਣ ਵਾਲੀਆਂ ਘਟਨਾਵਾਂ ਨੂੰ ਇਸ ਤਰੀਕੇ ਨਾਲ ਵੇਖੀਏ ਕਿ ਅਸੀਂ ਇੱਕ ਤਰਕ ਦੇ ਆਧਾਰ ਤੇ ਉਹਨਾਂ ਨੂੰ ਵੇਖੀਏ ਤੇ ਤਰਕ ਦੇ ਆਧਾਰ ਤੇ ਜਦੋਂ ਵੇਖਾਂਗੇ ਤਾਂ ਉਸ ਦੇ ਵਿੱਚੋਂ ਕੁਝ ਜ਼ਰੂਰ ਅਸੀਂ ਸਾਡੀ ਮਨੁੱਖ ਦੇ ਲਈ, ਸਾਡੀਆਂ ਅਗਲੀਆਂ ਪੀੜ੍ਹੀਆਂ ਦੇ ਲਈ ਚੰਗਾ ਲੈ ਕੇ ਆ ਸਕਦੇ। ਤੇ ਇਸੇ ਪ੍ਰਕਾਰ ਹੀ ਜਿਹੜਾ ਹੈਗਾ ਜਦੋਂ ਮਨੁੱਖ ਦੀ ਜਿਹੜੀ ਸੋਚ ਹੁੰਦੀ ਹੈ, ਉਹ ਮਨੁੱਖ ਦੀ ਸੋਚ ਨੂੰ ਜਦੋਂ ਇੱਕ ਵਿਉਂਤ ਮਿਲ ਜਾਂਦੀ, ਇੱਕ ਤਰਤੀਬ ਮਿਲ ਜਾਂਦੀ ਹੈ, ਇੱਕ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਸਿਸਟਮੈਟਿਕ ਸਟੱਡੀ ਹੋ ਜਾਂਦੀ ਹੈ ਸਾਡੀਆਂ ਸਕੀਮਾਂ ਦੀ, ਸਾਡੀਆਂ ਵਿਉਂਤਾਂ ਦੀ, ਤਾਂ ਉਹੀ ਸਾਡੀ ਵਿਗਿਆਨ ਬਣ ਜਾਂਦੀ। ਤਾਂ ਵਿਗਿਆਨ ਪਰਖ ਦੇ ਉੱਤੇ ਆਧਾਰਿਤ, ਪਰੰਤੂ ਸਾਡੀਆਂ ਇਹਨਾਂ ਪਰਖੀਆਂ ਗੱਲਾਂ ਨੂੰ ਸਵੀਕਾਰ ਕਰਨ ਤੋਂ ਸਾਡਾ ਜਿਹੜਾ ਸਮਾਜ ਹੈਗਾ ਉਹ ਸਦਾ ਤੋਂ ਹੀ ਇਨਕਾਰੀ ਰਿਹਾ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਸੀਂ ਭਾਵਨਾਵਾਂ ਤੋਂ ਜ਼ਿਆਦਾ ਪਸੀਜੇ ਜਾਂਦੇ ਹਾਂ, ਤਰਕ ਤੇ ਅਸੀਂ ਉਹਨਾਂ ਜ਼ਿਆਦਾ ਵਿਸ਼ਵਾਸ ਨਹੀਂ ਕਰਦੇ। ਤਾਂ ਇਸੇ ਪ੍ਰਕਾਰ ਹੀ ਜਿਹੜਾ ਹੈਗਾ ਇਟਲੀ ਦੇ ਮਹਾਨ ਵਿਗਿਆਨੀ ਗੈਲੀਲੀਓ ਦੇ ਨਾਲ ਹੋਇਆ ਸੀ। ਅਸੀਂ ਸਭ ਜਾਣਦੇ ਹਾਂ ਕਿ ਕਿਸ ਤਰੀਕੇ ਨਾਲ ਜਦੋਂ ਉਹਨਾਂ ਨੇ ਇਹ ਗੱਲ ਕਹਿਤੀ ਸੀ ਕਿ ਸੂਰਜ ਧਰਤੀ ਦੇ ਆਲੇ ਦੁਆਲੇ ਨਹੀਂ ਘੁੰਮਦਾ, ਧਰਤੀ ਸੂਰਜ ਦੇ ਆਲੇ ਦੁਆਲੇ ਘੁੰਮਦੀ ਹੈ, ਤਾਂ ਇਸ ਗੱਲ ਨੂੰ ਮੰਨਣ ਦੇ ਲਈ ਸਾਰੇ ਇਨਕਾਰੀ ਹੋ ਗਏ ਸੀ। ਉਹਨਾਂ ਦੇ ਉੱਤੇ ਮੁਕੱਦਮਾ ਵੀ ਚਲਾਇਆ ਗਿਆ, ਇੱਥੋਂ ਤੱਕ ਕਿ ਉਹਨਾਂ ਨੂੰ ਇਹ ਵੀ ਗੱਲ ਕਹਿ ਦਿੱਤੀ ਗਈ ਕਿ ਇਹ ਲੋਕਾਂ ਨੂੰ ਗਲਤ ਰਸਤੇ ਦੇ ਉੱਤੇ ਪਾ ਰਹੇ। ਤਾਂ ਉਹਨਾਂ ਨੂੰ ਉਸ ਤੋਂ ਬਾਅਦ ਮੌਤ ਦੀ ਸਜ਼ਾ ਦਿੱਤੀ ਤੇ ਧੱਕੇ ਨਾਲ ਉਹਨਾਂ ਤੋਂ ਇਹ ਮਨਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹਨਾਂ ਵੱਲੋਂ ਕਹੀ ਹੋਈ ਗੱਲ ਗਲਤ ਹੈ। ਤਾਂ ਇਸ ਗੱਲ ਨੂੰ ਸਾਡੇ ਸਮਾਜ ਵੱਲੋਂ ਝੁਠਲਾਉਣਾ, ਤਰਕ ਦੇ ਉੱਤੇ ਆਧਾਰਿਤ ਗੱਲਾਂ ਨੂੰ, ਉਹ ਪੁਰਾਣੇ ਸਮੇਂ ਦੇ ਵਿੱਚ ਸੀ। ਅੱਜ ਦੇ ਸਮੇਂ ਦੇ ਵਿੱਚ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਜਾਂਦੀਆਂ ਨੇ, ਪਰ ਵਿਗਿਆਨਕ ਦ੍ਰਿਸ਼ਟੀਕੋਣ ਰੱਖਣ ਵਾਲਾ ਵਿਅਕਤੀ ਜਦੋਂ ਸਮਾਜ ਦੇ ਵਿੱਚ ਕਿਤੇ 4 ਬੰਦਿਆਂ ਦੇ ਵਿੱਚ ਗੱਲ ਕਰਦਾ ਹੈ ਤਾਂ ਉਸ ਦੀ ਗੱਲ ਦੇ ਵਿੱਚ ਉਸ ਦਾ ਵਜਨ ਸਪਸ਼ਟ ਤੌਰ ਤੇ ਵਿਖਾਈ ਦਿੰਦਾ। ਤਾਂ ਇਸੇ ਕਰਕੇ ਜੇ ਅਸੀਂ ਅੱਜ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਥੋੜ੍ਹੀਆਂ ਸਮੱਸਿਆਵਾਂ ਨੇ, ਇਹਨਾਂ ਸਮੱਸਿਆਵਾਂ ਤੋਂ ਉੱਪਰ ਉੱਠਣਾ ਹੈ ਤਾਂ ਉੱਥੇ ਸਾਨੂੰ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਅਡਾਪਟ ਕਰਨ ਦੀ ਜ਼ਰੂਰਤ ਹੈ। ਸਾਡੇ ਲਈ ਇਹ ਸਾਰੀਆਂ ਮਸ਼ੀਨਾਂ, ਸੁੱਖ ਸਹੂਲਤਾਂ ਲੈ ਕੇ ਆਉਣ ਦੇ ਲਈ ਸਾਡੇ ਵਿਗਿਆਨੀ ਸਾਡੀ ਮਦਦ ਕਰ ਰਹੇ ਨੇ, ਪਰੰਤੂ ਜਦੋਂ ਸਾਡੇ ਲਈ ਇੰਨਾ ਕਰ ਰਹੇ ਨੇ ਤਾਂ ਸਾਡਾ ਫਰਜ਼ ਕੀ ਬਣਦਾ ਹੈ? ਸਾਡਾ ਫਰਜ਼ ਸਿਰਫ ਇਹ ਬਣਦਾ ਹੈ ਕਿ ਵਹਿਮਾਂ ਭਰਮਾਂ ਦੇ ਵਿੱਚ ਜਿਹੜੇ ਫਸੇ ਹੋਏ ਲੋਕ ਨੇ, ਉਹਨਾਂ ਲੋਕਾਂ ਨੂੰ ਅਸੀਂ ਆਪਣੇ ਵਿਗਿਆਨਕ ਦ੍ਰਿਸ਼ਟੀਕੋਣ ਦੇ ਨਾਲ ਉੱਥੋਂ ਕੱਢੀਏ। ਜਿਸ ਤਰ੍ਹਾਂ ਪਹਿਲਾਂ ਹੁੰਦਾ ਹੈ ਕਿ ਸਾਡੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾਊਗਾ, ਸਾਨੂੰ ਇੱਕ ਵਾਰੀ ਜਿਹੜਾ ਹੈਗਾ ਜ਼ਰੂਰ ਭੰਡਿਆ ਜਾਊਗਾ ਕਿ ਤੁਸੀਂ ਗਲਤ ਕਰ ਰਹੇ ਹੋ, ਪਰੰਤੂ ਉਸ ਦੇ ਬਾਵਜੂਦ ਵੀ ਸਾਡੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਰਹਿਣੀਆਂ ਚਾਹੀਦੀਆਂ ਨੇ। ਜੇ ਸਾਡੀਆਂ ਕੋਸ਼ਿਸ਼ਾਂ ਜਾਰੀ ਰਹਿਣਗੀਆਂ ਤਾਂ ਸਮਾਜ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ ਹੋਈਆਂ ਨੇ, ਜਿਹੜੇ ਇਸ ਤਰ੍ਹਾਂ ਦੇ ਵਹਿਮ ਭਰਮ ਹੈ ਕੀ ਹੈ? ਵਹਿਮ ਭਰਮ ਉਹ ਚੀਜ਼ ਹੈ ਕਿ ਜਿਹੜੀ ਚੀਜ਼ ਦੀ ਹੋਂਦ ਨਹੀਂ ਹੈ ਅਸੀਂ ਉਸ ਦੀ ਹੋਂਦ ਦੇ ਵਿੱਚ ਹੀ ਵਿਸ਼ਵਾਸ ਰੱਖੀ ਬੈਠੇ ਹਾਂ। ਜਿਹੜੀ ਚੀਜ਼ ਐਗਜ਼ਿਸਟ ਹੀ ਨਹੀਂ ਕਰਦੀ ਅਸੀਂ ਉਸ ਦੀ ਐਗਜ਼ਿਸਟੈਂਸ ਨੂੰ ਮੰਨੀ ਬੈਠੇ ਹਾਂ। ਤਾਂ ਅਸੀਂ ਉਸ ਐਗਜ਼ਿਸਟੈਂਸ ਨੂੰ ਬਾਹਰ ਕੱਢਣ ਦੇ ਲਈ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਲੈ ਕੇ ਆਏ
ਜਿੱਥੋਂ ਤੱਕ ਮੈਨੂੰ ਲੱਗ ਰਿਹਾ ਹੈ ਕਿ ਇੱਥੇ ਜ਼ਿਆਦਾਤਰ ਜਿਹੜੇ ਲੋਕ ਜੁੜੇ ਹੋਏ ਨੇ ਉਹ ਸਾਰੇ ਵਿਗਿਆਨਕ ਦ੍ਰਿਸ਼ਟੀਕੋਣ ਹੀ ਰੱਖਦੇ ਨੇ। ਇਸੇ ਕਰਕੇ ਇਸ ਤਰ੍ਹਾਂ ਦਾ ਸਿਰਜਣਾਤਮਕ ਸਿੱਖਿਆ ਸੰਸਾਰ ਪੇਜ ਬਣਾ ਕੇ ਸਾਰੇ ਇੱਕ ਦੂਸਰੇ ਨਾਲ ਵਧੀਆ ਗੱਲਾਂ ਕਰ ਰਹੇ ਨੇ। ਤਾਂ ਆਪਾਂ ਇਹਨਾਂ ਗੱਲਾਂ ਨੂੰ ਸਾਡੇ ਸਮਾਜ ਤੱਕ ਲੈ ਕੇ ਜਾਈਏ। ਜੇ ਅਸੀਂ ਸਮਾਜ ਤੱਕ ਲੈ ਕੇ ਜਾਵਾਂਗੇ ਫਿਰ ਹੀ ਜਿਹੜਾ ਹੈਗਾ ਸਾਡੀ ਵਿਗਿਆਨ ਦਾ ਪੜ੍ਹਨ ਦਾ ਤੇ ਵਿਗਿਆਨ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਜਾਂ ਅਜਿਹੇ ਵਿਸ਼ਿਆਂ ਦੇ ਵਿੱਚ ਜਿਹੜੇ ਵਿਗਿਆਨੀਆਂ ਨੇ ਇੰਨੀਆਂ ਪ੍ਰਾਪਤੀਆਂ ਕੀਤੀਆਂ ਨੇ ਉਹਨਾਂ ਪ੍ਰਾਪਤੀਆਂ ਦਾ ਜੇ ਅਸੀਂ ਕਹੀਏ ਕਿ ਅਸੀਂ ਕੁਝ ਕਰ ਸਕਦੇ ਹਾਂ ਉਹਨਾਂ ਦੇ ਲਈ, ਤਾਂ ਵਾਕਈ ਉਹਨਾਂ ਸਾਡੇ ਵਿਗਿਆਨੀਆਂ ਨੂੰ ਇੱਕ ਸੱਚੀ ਸ਼ਰਧਾਂਜਲੀ ਇਹ ਹੋ ਸਕਦੀ। ਧੰਨਵਾਦ ਜੀ। ਸੋ ਇਹ ਮੇਰੀਆਂ ਕੁਝ ਗੱਲਾਂ ਸੀ ਜਿਹੜੀਆਂ ਵਿਗਿਆਨ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੀਆਂ ਹੈਗੀਆਂ ਕਿਸ ਤਰ੍ਹਾਂ ਹੋਣਾ ਚਾਹੀਦਾ ਉਸ ਦੇ ਨਾਲ ਸੰਬੰਧਿਤ ਅੱਜ ਮੈਂ ਸਾਰਿਆਂ ਨਾਲ ਸਾਂਝੀਆਂ ਕੀਤੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਿੰਦਰ ਤਾਂਗੜੀ ਜੀ, ਬਹੁਤ ਖੂਬਸੂਰਤ ਗੱਲਾਂ ਕੀਤੀਆਂ। ਕਿਸ ਤਰੀਕੇ ਵਿਗਿਆਨ ਦੇ ਸਿਧਾਂਤਾਂ ਤੋਂ ਸਾਡੇ ਜ਼ਿੰਦਗੀ ਦੇ ਸਿਧਾਂਤ ਪ੍ਰਭਾਵਿਤ ਹੁੰਦੇ ਨੇ ਅਤੇ ਵਿਗਿਆਨ ਕਿੱਥੇ ਕਿੱਥੇ ਸਾਡੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਹੈ, ਇਹ ਗੱਲਾਂ ਬਹੁਤ ਖੂਬਸੂਰਤ ਕੀਤੀਆਂ। ਇਸੇ ਦਰਮਿਆਨ ਸਾਡੇ ਵਿੱਚ ਹਾਜ਼ਰ ਹੋਏ ਨੇ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਰੂਹੇ ਰਵਾਂ ਡਾਕਟਰ ਕੁਲਦੀਪ ਸਿੰਘ ਜੀ ਦੀਪ। ਹਾਲਾਂਕਿ ਅੱਜ ਕੱਲ੍ਹ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਜੋ 8 ਰੋਜ਼ਾ ਨਾਟ ਮੇਲੇ ਨੇ ਉਹਨਾਂ ਦੇ ਆਯੋਜਨ ਦੇ ਵਿੱਚ ਵੀ ਉਹ ਵਿਅਸਤ ਨੇ, ਪਰ ਇਹਨਾਂ ਦੀ ਜੋ એનર્ਜੀ ਹੈ ਸਾਡੇ ਨੌਜਵਾਨਾਂ ਦੀ એનર્ਜੀ ਨੂੰ ਮਾਤ ਪਾਉਂਦੀ ਹੈ। ਉਹ ਸਾਡੇ ਵਿੱਚ ਉਸ ਸਮੇਂ ਵਿੱਚ ਸਮਾਂ ਕੱਢ ਕੇ ਵੀ ਹਾਜ਼ਰ ਹੋਏ ਨੇ। ਨਾਲ ਹੀ ਹਾਜ਼ਰ ਹੋਏ ਨੇ ਸਾਡੇ ਡਿਪਟੀ ਡੀਓ ਐਲੀਮੈਂਟਰੀ ਜੀ ਗੁਰਲਾਬ ਸਿੰਘ ਜੀ। ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਾਡੇ ਸਕੂਲ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਜੀ ਸ਼ੁਰੂ ਤੋਂ ਹੀ ਸਾਡੇ ਦਰਮਿਆਨ ਹਾਜ਼ਰ ਰਹੇ ਨੇ ਤੇ ਸਿਰਜਣਾਤਮਕ ਸਿੱਖਿਆ ਸੰਸਾਰ ਦਾ ਪੈਨਲ ਇਸ ਲਾਈਵ ਚਰਚਾ ਦੇ ਵਿੱਚ ਸ਼ਾਮਲ ਹੈ। ਬਹੁਤ ਸਾਰੇ ਦੋਸਤ ਫੇਸਬੁੱਕ ਤੇ ਸਾਨੂੰ ਲਾਈਵ ਦੇਖ ਰਹੇ ਨੇ। ਸੋ ਪਹਿਲਾਂ ਮੈਂ ਜੇ ਡਾਕਟਰ ਦੀਪ ਜੀ ਮੇਰੀ ਗੱਲ ਸੁਣ ਰਹੇ ਨੇ ਤਾਂ ਡਾਕਟਰ ਦੀਪ ਜੋ ਇਸ ਗਰੁੱਪ ਦੇ ਰੂਹੇ ਰਵਾਂ ਨੇ ਉਹਨਾਂ ਤੋਂ ਕਹੂੰਗਾ ਕਿ ਕੁਝ ਸ਼ਬਦ ਉਹ, ਅਤੇ ਇਸ ਤੋਂ ਬਾਅਦ ਅਸੀਂ ਸਵਾਲਾਂ ਜਵਾਬਾਂ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਕਰਾਂਗੇ। ਡਾਕਟਰ ਕੁਲਦੀਪ ਦੀਪ ਜੀ ਅਨਮਿਊਟ ਕਰ ਲਓ ਸਰ। ਹੈਲੋ ਨਵਨੀਤ, ਇੱਕ ਵਾਰੀ ਸਵਾਲ ਜਵਾਬ ਕਰ ਲਓ ਤੁਸੀਂ, ਮੈਂ ਬਾਅਦ ਦੇ ਵਿੱਚ 5-7 ਮਿੰਟ ਬਾਅਦ ਕਰ ਦਾਂ ਗੱਲ। ਓਕੇ ਸਰ, ਓਕੇ ਜੀ, ਓਕੇ। ਸੋ ਜਿੰਨਾ ਚਿਰ ਡਾਕਟਰ ਸਰ ਆਉਂਦੇ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਵਿਅਸਤ ਨੇ, ਉਹਨਾਂ ਟਾਈਮ ਆਪਾਂ ਸਵਾਲਾਂ ਜਵਾਬਾਂ ਵੱਲ ਵਧਦੇ ਹਾਂ। ਤੇ ਜਗਵੰਤ ਸਿੰਘ ਸਰਾਂ ਜੋ ਜੈਕ ਸਰਾਂ ਦੇ ਨਾਂ ਦੇ ਤੌਰ ਤੇ ਜਾਣੇ ਜਾਂਦੇ ਨੇ, ਮੇਰੇ ਪਰਮ ਮਿੱਤਰ ਨੇ, ਉਹ ਵੀ ਸਾਡੇ ਦਰਮਿਆਨ ਹਾਜ਼ਰ ਨੇ। ਅਤੇ ਫੇਸਬੁੱਕ ਤੇ ਵੀ ਜੇ ਕੋਈ ਦਰਸ਼ਕ ਸਵਾਲ ਪੁੱਛਣਾ ਚਾਹੁੰਦਾ ਆਪਣਾ ਕਮੈਂਟ ਦੇ ਵਿੱਚ ਸਵਾਲ ਪਾ ਸਕਦਾ ਹੈ। ਤਾਂ ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਜੋ ਲਾਈਵ ਹੈ ਉਹ ਆਪਣਾ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਮੈਂ ਸਭ ਨੂੰ ਇੱਕ ਵਾਰੀ ਕਹਿਣਾ ਕਿ ਉਹ ਆਪ ਨੂੰ ਅਨਮਿਊਟ ਕਰਕੇ ਆਪਣਾ ਸਵਾਲ ਉਹ ਪੁੱਛ ਸਕਦੇ ਹਨ। ਜਗਵੰਤ ਜੀ ਤੁਸੀਂ ਹੋ? ਧਾਮੀ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜਗਵੰਤ ਸਿੰਘ, ਸਕੂਲ ਅਧਿਆਪਕ ਹਾਂ ਮੈਂ ਵੀ ਇੱਕ। ਤਾਂਗੜੀ ਜੀ ਦੀ ਮਤਲਬ ਗੱਲਬਾਤ ਸੁਣੀ, ਬਹੁਤ ਵਧੀਆ ਲੱਗਿਆ। ਤੇ ਇੱਕ ਦੋ ਸਵਾਲ ਮਤਲਬ ਮਨ ਚ ਉੱਠਦੇ ਨੇ, ਵੈਸੇ ਇਹਨਾਂ ਨੇ ਉਹ ਛੂਹੇ ਵੀ ਨੇ ਕਿ ਵਿਗਿਆਨ ਨੂੰ ਅਸੀਂ ਵਰਤਣਾ ਕਿਵੇਂ, ਹਨਾ, ਡਿਪੈਂਡ ਕਰਦਾ ਸਾਡੀ ਬੁੱਧੀ ਵਿਵੇਕ ਦੇ ਉੱਤੇ। ਪਰ ਵਿਗਿਆਨ ਜਿਸ ਰੂਪ ਦੇ ਵਿੱਚ ਪਹੁੰਚ ਚੁੱਕੀ ਆ ਆਪਣੇ ਆਪ ਦੇ ਵਿੱਚ ਹੀ ਮਤਲਬ ਬੜੀ ਐਡਵਾਂਸ ਸਟੇਜ ਤੇ, ਹਨਾ। ਤਾਂ 10ਵੀਂ ਦੇ ਵਿੱਚ SS ਵਾਲਾ ਕੋਈ ਅਧਿਆਪਕ ਹੈਗਾ ਇੱਥੇ ਇੰਗਲਿਸ਼ ਵਾਲਾ, ਤਾਂ ਉਹ ਜਾਣਦਾ। ਉਹ ਅਸੀਂ ਇੱਕ ਲੈਸਨ ਪੜ੍ਹਾਉਂਦੇ ਹਾਂ, ਵੇਅਰ ਇਜ਼ ਸਾਇੰਸ ਟੇਕਿੰਗ ਅਸ, ਦੂਸਰਾ ਚੈਪਟਰ ਹੈਗਾ ਕਿ ਆਖਰ ਵਿਗਿਆਨ ਸਾਨੂੰ ਲੈ ਕੇ ਕਿੱਥੇ ਜਾ ਰਿਹਾ ਹੈਗਾ। ਮਤਲਬ ਐਕਸਟ੍ਰੀਮ ਦੀ ਜਿਹੜੀ ਸਟੇਜ ਆ, ਮਤਲਬ ਕਿੱਥੇ ਰੁਕਣੀ ਆ ਨਾ। ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਨਾਮ ਸਹਿਜੇ ਹੀ ਮਤਲਬ ਆ ਜਾਂਦਾ ਦਿਮਾਗ ਦੇ ਵਿੱਚ ਕਿ ਆਰਟੀਫਿਸ਼ੀਅਲ ਜਿਹੜੀ ਇੰਟੈਲੀਜੈਂਸ ਆ ਗਈ ਉਹਨੇ ਮਨੁੱਖ ਦੀ ਜਿਹੜੀ ਮਤਲਬ ਸਹਿਜਤਾ ਗਈ ਉਹਨੂੰ ਬਹੁਤ ਬੁਰੇ ਤਰੀਕੇ ਨਾਲ ਭੰਗ ਕੀਤਾ ਹੈਗਾ। ਤਾਂ ਸਾਰਾ ਕੁਛ AI ਬੇਸਡ ਹੁਣ ਹੋ ਗਿਆ ਹੈਗਾ। ਆਪਾਂ ਦੇਖਦੇ ਹਾਂ ਘਰਾਂ ਦੇ ਵਿੱਚ ਕਿ ਗੂਗਲ ਅਲੈਕਸਾ ਆ ਗਿਆ, ਹਨਾ। ਤਾਂ ਬੰਦਾ ਇਹ ਸੋਚਣ ਲੱਗ ਗਿਆ ਕਿ ਯਾਰ ਲਾਈਟ ਵੀ ਮੈਂ ਬੰਦ ਨਾ ਕਰਾਂ, ਸਵਿਚ ਵੀ ਮੈਂ ਆਫ ਨਾ ਕਰਾਂ, ਤਾਂ ਉਹ ਕਹਿੰਦਾ ਵੀ ਅਲੈਕਸਾ ਸਵਿਚ ਆਫ ਦਾ ਲਾਈਟਸ। ਤਾਂ ਤੁਹਾਨੂੰ ਕੀ ਲੱਗਦਾ ਹੈਗਾ ਕਿ ਵਿਗਿਆਨ ਦੀ ਜਿਹੜੀ ਐਡਵਾਂਸਮੈਂਟ ਹੈਗੀ ਇਹ ਮਨੁੱਖ ਦੇ ਲਈ ਕਿੰਨੀ ਕੁ ਮਾਰੂ ਸਾਬਤ ਹੋ ਸਕਦੀ ਹੈ, ਔਰ ਇਹਨੇ ਕਿੱਥੇ ਜਾ ਕੇ ਰੁਕਣਾ ਗਾ? ਜਿਵੇਂ ਕਿ ਉਹ ਤੁਹਾਡਾ ਚੈਪਟਰ ਆ ਵੇਅਰ ਇਜ਼ ਸਾਇੰਸ ਟੇਕਿੰਗ ਅਸ, ਸਾਨੂੰ ਲੈ ਕੇ ਕਿੱਥੇ ਜਾ ਰਹੀ ਹੈਗੀ? ਬਿਲਕੁਲ ਜੀ, ਬਹੁਤ ਅੱਛਾ ਸਵਾਲ ਹੈਗਾ ਤੁਹਾਡਾ ਇਹ। ਅਸਲ ਦੇ ਵਿੱਚ ਇਹ ਗੱਲ ਅਸੀਂ ਮਹਿਸੂਸ ਕਰ ਰਹੇ ਹਾਂ
ਜਿਸ ਤਰ੍ਹਾਂ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਡਿਵਾਈਸ ਤੁਸੀਂ ਗੱਲ ਕੀਤੀ ਹੈ ਕਿ ਅਸੀਂ ਆਪਣੇ ਕੋਲੋਂ ਕੁਝ ਵੀ ਨਹੀਂ ਕਰਨਾ ਚਾਹੁੰਦੇ, ਇੱਥੋਂ ਤੱਕ ਕਿ ਸਾਡੇ ਸਾਡੀ ਜਿਹੜੀ ਕ੍ਰੀਏਟੀਵਿਟੀ ਹੈਗੀ ਹੈ ਉਸ ਚੀਜ਼ ਨੂੰ ਵੀ ਇਹ ਇਫੈਕਟ ਕਰ ਚੁੱਕੀ ਹੈ। ਜਿਵੇਂ ਮੈਂ ਗੱਲ ਕੀਤੀ ਸੀ ਕਿ ਅਸੀਂ ਈਮੇਲਸ ਦੇ ਥਰੂ ਇੱਕ ਦੂਸਰੇ ਨਾਲ ਮੈਸੇਜ ਕਰਨਾ ਸ਼ੁਰੂ ਕਰਤਾ, ਤਾਂ ਜਦੋਂ ਅਸੀਂ ਈਮੇਲਸ ਦੇ ਥਰੂ ਇੱਕ ਦੂਜੇ ਨਾਲ ਮੈਸੇਜ ਕਰ ਰਹੇ ਹਾਂ, WhatsApp ਦੇ ਉੱਤੇ ਅਸੀਂ ਚੈਟ ਕਰ ਰਹੇ ਹਾਂ, ਤਾਂ ਇਸ ਚੀਜ਼ ਨੇ ਕਿਤੇ ਨਾ ਕਿਤੇ ਸਾਡੀ ਜਿਹੜੀ ਕ੍ਰੀਏਟੀਵਿਟੀ ਹੈ, ਸਾਡੀ ਜਿਹੜੀ ਕ੍ਰੀਏਟਿਵ ਰਾਈਟਿੰਗ ਹੈਗੀ ਹੈ, ਸਾਡਾ ਜਿਹੜਾ ਲਿਖਣ ਦਾ ਤਰੀਕਾ ਸੀਗਾ, ਸਾਡੀ ਹੈਂਡ ਰਾਈਟਿੰਗ, ਉਸ ਸਕਿੱਲ ਨੂੰ ਵੀ ਪ੍ਰਭਾਵਿਤ ਕੀਤਾ, ਜਦੋਂ ਕਿ ਸਕਿੱਲਾਂ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਸਕਿੱਲ ਸੀਗੀ। ਇਸੇ ਪ੍ਰਕਾਰ ਹੀ ਜਿਵੇਂ ਆਉਣ ਵਾਲਾ ਸਮਾਂ ਜਿਹੜਾ ਹੈਗਾ ਸਾਨੂੰ ਦਿਖਾਈ ਦੇ ਰਿਹਾ ਹੈ ਕਿ ਅਸੀਂ ਸਾਇੰਸ ਦੇ ਉੱਤੇ ਇੰਨੇ ਜ਼ਿਆਦਾ ਡਿਪੈਂਡੈਂਟ ਹੋ ਗਏ। ਇਵਨ ਤੁਸੀਂ ਦੇਖੋ ਕਿ ਅਸੀਂ ਕੁਦਰਤ ਦੇ ਵਿੱਚੋਂ ਨਿਯਮ ਬਣਾਏ ਤੇ ਕੁਦਰਤ ਦੇ ਵਿੱਚੋਂ ਨਿਯਮ ਲੈ ਕੇ ਅਸੀਂ ਕੁਦਰਤ ਨੂੰ ਹੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕੁਦਰਤ ਨੂੰ ਆਪਣੇ ਵੱਲੋਂ ਕੰਟਰੋਲ ਕਰ ਲਈਏ, ਤਾਂ ਇਹ ਕਦੇ ਵੀ ਪੋਸੀਬਲ ਨਹੀਂ ਹੁੰਦਾ। ਕੁਦਰਤ ਪਲਟਵਾਰ ਜ਼ਰੂਰ ਕਰਦੀ ਹੁੰਦੀ ਹੈ, ਇੱਕ ਬੈਲੈਂਸ ਜਿਹੜਾ ਹੈਗਾ ਉਹ ਕੁਦਰਤ ਹਮੇਸ਼ਾ ਬਣਾ ਕੇ ਰੱਖਦੀ ਹੈ। ਅਸੀਂ ਵੇਖਦੇ ਹਾਂ ਕਿ ਜਦੋਂ ਕਿਤੇ ਇਸ ਤਰ੍ਹਾਂ ਦੀ ਬਹੁਤਾਤ ਹੋਈ ਹੈ, ਟੈਕਨੋਲੋਜੀ ਨੇ ਜਿੱਥੇ ਜਿੱਥੇ ਕੁਦਰਤ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਕੁਦਰਤ ਨੇ ਜਿਹੜਾ ਹੈਗਾ ਉਹ ਸਭ ਕੁਝ ਤਹਿਸ ਨਹਿਸ ਕਰਕੇ ਦੁਬਾਰਾ ਫਿਰ ਉਸੇ ਲੈਵਲ ਤੇ ਹੀ ਸਾਨੂੰ ਲਿਆ ਕੇ ਖੜਾ ਕਰ ਦਿੱਤਾ ਹੈ। ਤਾਂ ਇਸ ਸਵਾਲ ਦਾ ਜਵਾਬ ਜੇ ਅਸੀਂ ਲੱਭੀਏ ਕਿ ਸਾਨੂੰ ਸਾਇੰਸ ਕਿੱਥੇ ਲੈ ਕੇ ਜਾਊਗੀ, ਤਾਂ ਮੈਨੂੰ ਲੱਗਦਾ ਹੈ ਕਿ ਇਸ ਸਵਾਲ ਦਾ ਜਵਾਬ ਸਾਨੂੰ ਕੁਦਰਤ ਸਮੇਂ-ਸਮੇਂ ਦੇ ਉੱਤੇ ਦਿੰਦੀ ਰਹਿੰਦੀ ਹੈ ਕਿ ਸਾਨੂੰ ਉਹਨਾਂ ਕੀ ਕੁਝ ਕਰਨਾ ਚਾਹੀਦਾ ਹੈ, ਸਾਇੰਸ ਦੇ ਨਾਲ ਉਹਨਾਂ ਕੀ ਕੁਝ ਕਰਨਾ ਚਾਹੀਦਾ ਹੈ ਜਿਸ ਨੂੰ ਸਾਡੀ ਧਰਤੀ, ਸਾਡੀ ਕੁਦਰਤ ਸਹਾਰ ਸਕਦੀ। ਇਸ ਤੋਂ ਇਲਾਵਾ ਜਿਹੜਾ ਅਸੀਂ ਵਧੀਕੀਆਂ ਜਿਹੜੀਆਂ ਹੈਗੀਆਂ ਇਹ ਕਰ ਰਹੇ ਹਾਂ, ਉਹਨਾਂ ਵਧੀਕੀਆਂ ਤੋਂ ਵਾਕਈ ਸਾਡੇ ਆਪਣੇ ਆਪ ਨੂੰ ਜਾਂ ਸਾਡੇ ਵਿਗਿਆਨੀਆਂ ਨੂੰ ਵੀ ਉਹਨਾਂ ਵਧੀਕੀਆਂ ਤੋਂ ਰੁਕ ਜਾਣਾ ਚਾਹੀਦਾ ਹੈ ਕਿ ਸਾਨੂੰ ਸੰਕੇਤ ਵਾਰ-ਵਾਰ ਕੁਦਰਤ ਵੱਲੋਂ ਮਿਲਦੇ ਰਹਿੰਦੇ, ਤਾਂ ਉਹਨਾਂ ਸੰਕੇਤਾਂ ਨੂੰ ਪਹਿਚਾਨਣਾ ਉਹ ਸਾਡਾ ਹੁਣ ਸਾਡਾ ਕੰਮ ਬਣਦਾ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਕਿਸ ਟੈਕਨੋਲੋਜੀ ਨੂੰ ਲੋੜ ਤੋਂ ਵੱਧ ਵਰਤਣਾ ਹੈ ਤੇ ਕਿਸ ਦੇ ਉੱਤੇ ਹੁਣ ਸਟਾਪ ਲਗਾਉਣ ਦਾ ਸਮਾਂ ਜਿਹੜਾ ਹੈਗਾ ਉਹ ਆ ਚੁੱਕਾ। ਜੀ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੇਰਾ ਵੀ ਸਵਾਲ ਕੁਝ ਇੰਝ ਦਾ ਹੀ ਹੈ ਕਿ ਹੰਸਰਾਜ ਜੀ ਦਾ ਇੱਕ ਗਾਣਾ ਹੈ, ਸਾਇੰਸ ਤਾਂ ਬਹੁਤ ਤਰੱਕੀ ਕਰ ਗਈ, ਕੁਝ ਅਣਹੋਣੀਆਂ ਹੋਈਆਂ ਵੀ ਨੇ, ਤੇ ਬਹੁਤ ਕੁਝ ਜੋ ਕਿ ਅਣਹੋਣਾ ਹੋਇਆ ਹੈ ਸਾਇੰਸ ਕਰਕੇ ਹੀ, ਤੇ ਇਹਨੂੰ ਰੋਕਣ ਵਾਸਤੇ ਕੋਈ ਠੋਸ ਕਦਮ ਕਿਹੜੇ ਚੁੱਕੇ ਜਾਣੇ ਚਾਹੀਦੇ ਆ ਕਿ ਇਸ ਚੀਜ਼ ਨੂੰ ਰੋਕਣ ਵਾਸਤੇ ਕਾਫੀ ਕੁਝ ਜੋ ਇਹ ਗਲਤ ਵੀ ਹੋ ਰਿਹਾ ਸਾਇੰਸ ਕਰਕੇ? ਬਿਲਕੁਲ, ਤਾਂ ਇਸ ਦੇ ਲਈ ਦੇਖੋ ਸਭ ਤੋਂ ਜ਼ਿਆਦਾ ਜ਼ਿੰਮੇਵਾਰ ਜਿਹੜਾ ਹੈਗਾ ਮੈਂ ਮਨੁੱਖ ਦੀ ਸੋਚ ਨੇ ਇੱਕ ਵਾਰ ਮੰਨਣਾ ਹੈ, ਕਿਉਂਕਿ ਇੱਕ ਪਾਸੇ ਜਿਵੇਂ ਆਪਾਂ ਨਿਊਕਲੀਅਰ ਫਿਊਲ ਦੀ ਵੀ ਗੱਲ ਕੀਤੀ ਹੈ, ਉਸਨੂੰ ਪੋਜ਼ਿਟਿਵਲੀ ਵਰਤਿਆ ਜਾਂਦਾ ਹੈ ਤੇ ਦੂਸਰੇ ਪਾਸੇ ਉਸਦੇ ਨਾਲ ਹੀ ਬਹੁਤ ਸਾਰੇ ਦੇਸ਼ਾਂ ਨੇ ਬੰਬ ਵੀ ਬਣਾ ਲਏ ਹੈ। ਤਾਂ ਕਿਤੇ ਨਾ ਕਿਤੇ ਜਾ ਕੇ ਸਾਡੀ ਸੋਚ ਇਸ ਦੇ ਲਈ ਜ਼ਿੰਮੇਵਾਰ ਹੈ ਕਿ ਜੇ ਅਸੀਂ ਗੱਲ ਕਰੀਏ ਕਿ ਕੁਝ ਕਦਮ ਇਸ ਤਰ੍ਹਾਂ ਦੇ ਕਿਸੇ ਆਪਾਂ ਸਰਕਾਰਾਂ ਵੱਲ ਵੇਖੀਏ ਜਾਂ ਕਿਤੇ ਜੋ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਨੇ ਅਸੀਂ ਉਹਨਾਂ ਵੱਲ ਵੇਖੀਏ, ਤਾਂ ਮੈਨੂੰ ਜਿੱਥੋਂ ਤੱਕ ਲੱਗਦਾ ਹੁੰਦਾ ਹੈ ਕਿ ਉਹ ਜ਼ਿਆਦਾਤਰ ਜਿਹੜੀਆਂ ਹੈਗੀਆਂ ਨੇ ਉਹ ਲਾਲਚ ਬਸ ਇਸ ਤਰ੍ਹਾਂ ਦੇ ਫੈਸਲੇ ਲੈ ਲੈਂਦੀਆਂ ਨੇ ਜਿਹੜੇ ਫੈਸਲੇ ਸਾਡੇ ਲਈ ਹਾਨੀਕਾਰਕ ਹੁੰਦੇ ਹੈ। ਇਸ ਕਰਕੇ ਇਹ ਮਨੁੱਖ ਦੀ ਸੋਚ ਹੈ, ਇਹ ਉਸ ਟੈਕਨੋਲੋਜੀ ਲਿਆਉਣ ਵਾਲੇ ਬੰਦੇ ਦੇ ਉੱਤੇ, ਪਰਸਨ ਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਉਹ ਜਿਹੜੀ ਟੈਕਨੋਲੋਜੀ ਸਾਡੇ ਸਮਾਜ ਦੇ ਵਿੱਚ ਲੈ ਕੇ ਆ ਰਿਹਾ ਹੈ, ਜਿਹੜੀ ਟੈਕਨੀਕ ਸਾਡੇ ਲਈ ਲੈ ਕੇ ਆ ਰਿਹਾ ਹੈ, ਉਹ ਟੈਕਨੀਕ ਦੇ ਜਿਹੜੇ ਇਲ ਇਫੈਕਟਸ ਹੈਗੇ ਨੇ ਉਹਨਾਂ ਨੂੰ ਪ੍ਰੋਪਰਲੀ ਡਿਸਕਸ ਕਰਨ ਦੀ ਜ਼ਰੂਰਤ ਹੈ ਉਸ ਟੈਕਨੋਲੋਜੀ ਨੂੰ ਸਾਹਮਣੇ ਲਿਆਉਣ ਤੋਂ ਪਹਿਲਾਂ। ਜਿਸ ਤਰ੍ਹਾਂ ਸਾਡੇ ਕੋਲ ਅੱਜ ਅਸੀਂ ਮੋਬਾਈਲ ਦੀ ਟੈਕਨੋਲੋਜੀ ਦੀ ਵੀ ਗੱਲ ਕਰੀਏ ਤਾਂ ਮੋਬਾਈਲ ਟੈਕਨੋਲੋਜੀ ਦੇ ਆਉਣ ਨਾਲ ਬਹੁਤ ਸਾਰੇ ਇਸਦੇ ਮਾੜੇ ਪ੍ਰਭਾਵ ਵੀ ਵੇਖੇ ਗਏ। ਕੁਝ ਮਾੜੇ ਪ੍ਰਭਾਵ ਸੀ ਜਿਹੜੇ ਉਹ ਇਸ ਟੈਕਨੋਲੋਜੀ ਨੂੰ ਬਣਾਉਣ ਦੇ ਟਾਈਮ ਦੇ ਉੱਤੇ ਸਾਹਮਣੇ ਆਏ ਸੀ, ਉਹਨਾਂ ਦੇ ਉੱਤੇ ਡਿਸਕਸ਼ਨ ਹੋਈ ਤੇ ਡਿਸਕਸ਼ਨ ਹੋਣ ਤੋਂ ਬਾਅਦ ਸਾਡੀਆਂ ਜਿਹੜੀਆਂ ਇਸ ਦੀਆਂ ਰੇਡੀਏਸ਼ਨਸ ਨੇ ਉਸ ਰੇਡੀਏਸ਼ਨਸ ਦਾ ਇੱਕ ਲੈਵਲ ਨਿਰਧਾਰਿਤ ਕਰ ਦਿੱਤਾ ਗਿਆ, ਉਹ ਉੱਥੋਂ ਤੱਕ ਦਾ ਕੰਮ ਸੀ। ਪਰੰਤੂ ਉਸ ਤੋਂ ਬਾਅਦ ਦੇ ਵਿੱਚ ਕੁਝ ਇਸ ਦੇ ਇਲ ਇਫੈਕਟ ਜਿਹੜੀ ਸਾਡੇ ਮਨੁੱਖ ਦਾ ਜਿਹੜਾ ਦਿਮਾਗ ਹੈ ਇਸ ਦੀ ਉਪਜ ਵੀ ਰਹੇ ਨੇ, ਜਿਹੜੇ ਅਸੀਂ ਇਸ ਨੂੰ ਵਰਤਣ ਵਾਲੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਦਿਮਾਗ ਦੀ ਉਪਜ ਵੀ ਰਹੇ ਨੇ। ਇਸ ਕਰਕੇ ਕਾਫੀ ਹੱਦ ਤੱਕ ਜਿੱਥੇ ਇਹ ਉਹਨਾਂ ਆਰਗੇਨਾਈਜੇਸ਼ਨਸ ਦੇ ਉੱਤੇ ਡਿਪੈਂਡ ਕਰਦਾ ਹੈ, ਉਸ ਤੋਂ ਕਿਤੇ ਜ਼ਿਆਦਾ ਇਹ ਸਾਡੀ ਸੋਚ ਦੇ ਉੱਤੇ ਵੀ ਡਿਪੈਂਡੈਂਟ ਹੁੰਦਾ ਹੈ ਕਿ ਅਸੀਂ ਆਪਣੀ ਸੋਚ ਦੇ ਮੁਤਾਬਕ ਇਹਨਾਂ ਚੀਜ਼ਾਂ ਨੂੰ ਮਾੜੇ ਦੇ ਲਈ ਨਾ ਵਰਤ ਕੇ ਇਸ ਨੂੰ ਚੰਗੇ ਦੇ ਲਈ ਵਰਤਣਾ ਸ਼ੁਰੂ ਕਰੀਏ। ਥੈਂਕ ਯੂ ਸਰ। ਕਿ ਕਿਸੇ ਹੋਰ ਪੈਨਲ ਦੇ ਵਿੱਚ ਸ਼ਾਮਲ? ਹਾਂਜੀ ਨਵਨੀਤ ਜੀ, ਮੇਰਾ ਸਵਾਲ ਹੈਗਾ ਇੱਕ। ਹਾਂਜੀ ਧੰਨੀ ਸਰ। ਸੁਰਿੰਦਰ ਸਰ ਹੋਰਾਂ ਨੂੰ। ਹੈਲੋ, ਮੇਰੀ ਆਵਾਜ਼ ਆ ਰਹੀ ਜੀ? ਹਾਂਜੀ ਹਾਂਜੀ ਆ ਰਹੀ। ਹਾਂ ਸਰ, ਜਿਵੇਂ ਆਪਣੇ ਸਕੂਲਾਂ ਦੇ ਵਿੱਚ ਅੱਜ ਕੱਲ ਵਿਗਿਆਨਕ ਪਾਰਕ ਬਣ ਰਹੇ ਨੇ ਜਾਂ ਬਹੁਤ ਸਾਰਾ ਬਾਲਾ ਵਰਕ ਹੋ ਰਿਹਾ ਹੈ, ਇਹ ਕਿੱਥੋਂ ਤੱਕ ਸਹਾਈ ਆ ਬੱਚਿਆਂ ਦੇ ਅੰਦਰ ਜਿਹੜੀਆਂ ਵਿਗਿਆਨਕ ਰੁਚੀਆਂ ਪੈਦਾ ਕਰਨ ਵਾਸਤੇ ਜਾਂ ਬੱਚਿਆਂ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ? ਦੇਖੋ ਜੀ, ਇਸ ਵਾਸਤੇ ਜਿਨ੍ਹਾਂ ਨੇ ਇਹ
ਬਾਲਾ ਵਰਕ ਜਾਂ ਵਿਗਿਆਨਕ ਜਿਹੜੇ ਪਾਰਕ ਨੇ, ਸਾਇੰਸ ਪਾਰਕ ਦਾ ਜੋ ਕਨਸੈਪਟ ਲੈ ਕੇ ਆਏ ਨੇ, ਉਹਨਾਂ ਨੇ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ, ਜਿਸ ਤਰ੍ਹਾਂ ਅਸੀਂ ਸਮਝਦੇ ਹਾਂ ਕਿ ਵਿਦਿਆਰਥੀਆਂ ਦਾ ਜਿਹੜਾ ਹੈਗਾ ਮਨ ਹੁੰਦਾ ਹੈ, ਉਸਦੀ ਸਾਈਕੋਲੋਜੀ ਹੈਗੀ, ਚਾਈਲਡ ਸਾਈਕੋਲੋਜੀ ਨੂੰ ਪੜ੍ਹ ਕੇ ਉਹ ਗੱਲਾਂ ਨੂੰ ਸਾਡੇ ਦਰਮਿਆਨ ਲਿਆਉਂਦਾ ਹੈ ਕਿ ਇਸ ਤਰੀਕੇ ਨਾਲ ਜੇ ਬਾਲਾ ਵਰਕ ਹੋਊਗਾ ਤਾਂ ਬੱਚਾ ਉਸ ਮਾਹੌਲ ਦੇ ਵਿੱਚ ਰਹੂਗਾ। ਪਰੰਤੂ ਮੇਰਾ ਜਿੱਥੋਂ ਤੱਕ ਮੰਨਣਾ ਹੈਗਾ ਕਿ ਇਹ ਗੱਲ ਬਿਲਕੁਲ ਠੀਕ ਹੈ ਕਿ ਜੇ ਸਾਇੰਸ ਦੇ ਪਾਰਕ ਹੋਣਗੇ ਤਾਂ ਉੱਥੋਂ ਬੱਚਾ ਕੁਝ ਨਾ ਕੁਝ ਸਿੱਖੂਗਾ, ਬਾਲਾ ਵਰਕ ਹੋਊਗਾ ਉੱਥੋਂ ਬੱਚਾ ਕੁਝ ਨਾ ਕੁਝ ਸਿੱਖੂਗਾ, ਪਰੰਤੂ ਇਹਨਾਂ ਸਭ ਦੇ ਲਈ ਉਸ ਨੂੰ ਸਿਖਾਉਣ ਵਾਲਾ ਹੋਣਾ ਜ਼ਰੂਰੀ ਹੈ, ਉਸ ਚੀਜ਼ ਨੂੰ ਐਕਸਪਲੇਨ ਕਰਨ ਵਾਲਾ ਹੋਣਾ ਜ਼ਰੂਰੀ ਹੈ। ਜੇ ਇੱਕ ਅਧਿਆਪਕ ਕਲਾਸ ਦੇ ਵਿੱਚ ਵਿਦਿਆਰਥੀ ਨੂੰ ਆਪਣੀਆਂ ਗੱਲਾਂ ਦੱਸ ਰਿਹਾ ਹੈ ਤਾਂ ਉਹ ਬਿਨਾਂ ਕਿਸੇ ਟੀਚਿੰਗ ਏਡ ਤੋਂ ਜਾਂ ਬਿਨਾਂ ਕਿਸੇ ਇਸ ਤਰ੍ਹਾਂ ਦੇ ਪਾਰਕਾਂ ਤੋਂ ਜਾਂ ਬਿਨਾਂ ਬਾਲਾ ਵਰਕ ਤੋਂ ਵੀ ਵਿਦਿਆਰਥੀ ਦੇ ਅੰਦਰ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰ ਸਕਦਾ ਹੈ। ਕਿਉਂਕਿ ਮੇਰੇ ਨਾਲ ਇੱਕ ਡਾਕਟਰ ਸਾਹਿਬ ਦੀ ਗੱਲ ਯਾਦ ਆਉਂਦੀ ਹੈ, ਇਹਨਾਂ ਨੇ ਇੱਕ ਵਾਰ ਸਟੇਜ ਦੇ ਉੱਤੇ ਦੱਸਿਆ ਸੀ ਕਿ ਕਿਤੇ ਨਾ ਕਿਤੇ ਸਾਰੇ ਕਿਤੇ ਪ੍ਰੋਫੈਸ਼ਨਲਿਜ਼ਮ ਹੈਗਾ ਕਿ ਜਿਹੜਾ ਬੱਸ ਦੇ ਵਿੱਚ ਜਿਹੜਾ ਹੈਗਾ ਉਹ ਕੋਈ ਆਪਣੇ ਬਿਸਕੁਟ ਵਗੈਰਾ ਵੇਚ ਰਿਹਾ, ਉਸ ਦੇ ਵਿੱਚ ਵੀ ਪ੍ਰੋਫੈਸ਼ਨਲਿਜ਼ਮ ਹੈਗਾ, ਉਹ ਆਪਣੇ ਪ੍ਰੋਡਕਟ ਨੂੰ ਇੰਨੇ ਵਧੀਆ ਤਰੀਕੇ ਨਾਲ ਸਾਡੇ ਕੋਲੇ ਵੇਚਣ ਦੇ ਵਿੱਚ ਸਹਾਈ ਹੋ ਜਾਂਦਾ ਕਿ ਸਾਨੂੰ ਉਸਦੀ ਜ਼ਰੂਰਤ ਨਹੀਂ ਵੀ ਹੁੰਦੀ, ਅਸੀਂ ਫਿਰ ਵੀ ਲੈ ਲੈਂਦੇ ਹਾਂ। ਪਰੰਤੂ ਜੇ ਅਧਿਆਪਕ ਦੇ ਵਿੱਚ ਉਹ ਪ੍ਰੋਫੈਸ਼ਨਲਿਜ਼ਮ ਦਿਖਾਈ ਦੇਣ ਲੱਗ ਜੇ, ਉਹ ਪ੍ਰੋਫੈਸ਼ਨਲਿਜ਼ਮ ਦੇ ਨਾਲ ਚੱਲੇ, ਕਲਾਸ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਖੁੱਭ ਕੇ ਉਹ ਗੱਲ ਕਰੇ, ਤਾਂ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇਹਨਾਂ ਸਭ ਚੀਜ਼ਾਂ ਦੀ ਜ਼ਰੂਰਤ ਹੈਗੀ ਹੈ। ਤਾਂ ਅਸੀਂ ਸਿਰਫ ਆਪਣੀਆਂ ਗੱਲਾਂ ਦੇ ਨਾਲ ਹੀ ਵਿਦਿਆਰਥੀਆਂ ਦੇ ਵਿਗਿਆਨਕ ਦ੍ਰਿਸ਼ਟੀਕੋਣ ਜਿਹੜਾ ਉਹ ਡਿਵੈਲਪ ਕਰ ਸਕਦੇ ਹਾਂ। ਜੀ ਸਰ, ਬਹੁਤ ਬਹੁਤ ਧੰਨਵਾਦ ਸਰ। ਹਾਂਜੀ, ਹੋਰ ਕਿਸੇ ਦਾ ਕੋਈ ਸਵਾਲ ਹੋਵੇ? ਜਦੋਂ ਤੱਕ ਡਾਕਟਰ ਸਾਹਿਬ ਫ੍ਰੀ ਹੁੰਦੇ ਨੇ, ਇੱਕ ਸਵਾਲ ਮੇਰਾ ਹੈ ਪਰਮਿੰਦਰ ਜੀ ਤੁਹਾਡੇ ਲਈ। ਹਾਂਜੀ, ਸਾਇੰਸ ਨਾਲ ਜੁੜ ਕੇ, ਸਾਇੰਸ ਵਿਸ਼ੇ ਨਾਲ ਜੁੜੇ ਹੋਏ ਉਹਨਾਂ ਅਧਿਆਪਕਾਂ ਨਾਲ ਹੈ, ਸ਼ਾਇਦ ਤੁਸੀਂ ਵੀ ਮਿਲੇ ਹੋ ਤੇ ਆਪਣੀ ਜ਼ਿੰਦਗੀ ਵਿੱਚ ਵੀ ਬਹੁਤ ਮਿਲਦਾ, ਤੇ ਤੁਸੀਂ ਉਸ ਗੱਲ ਬਾਰੇ ਚਰਚਾ ਵੀ ਕੀਤੀ ਕਿ ਸਾਇੰਸ ਵਿਸ਼ੇ ਨਾਲ ਜੁੜੇ ਹੋਣ ਦੇ ਬਾਵਜੂਦ ਉਹਨਾਂ ਦੇ ਹਰ ਕਦਮ ਤੇ ਤੁਹਾਨੂੰ ਬਹੁਤ ਹੀ ਵਹਿਮ ਭਰਮ ਨਾਲ ਜੁੜਿਆ ਜੋ ਉਹਨਾਂ ਦਾ ਨੇਚਰ ਹੈ ਉਹਨਾਂ ਦੀ, ਉਹ ਨਜ਼ਰ ਆਉਂਦੀ ਹੈ। ਤਾਂ ਉਹੋ ਜਿਹੇ ਵਿਅਕਤੀਆਂ ਨੂੰ ਦੇਖ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ? ਮਤਲਬ ਤੁਹਾਡੇ ਅੰਦਰ ਕੀ ਫੀਲਿੰਗ ਆਉਂਦੀ ਹੈ ਕਿ ਤੁਸੀਂ ਉਸ ਨੂੰ ਕਰੈਕਟ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕੁਝ ਹੋਰ ਸੋਚਦੇ ਹੋ? ਮੇਰਾ ਜਿੱਥੋਂ ਤੱਕ ਮੰਨਣਾ ਹੈ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਵਿਗਿਆਨ ਵਿਸ਼ਾ ਪੜ੍ਹਨਾ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਦੇ ਲਈ ਜ਼ਿੰਮੇਵਾਰ ਨਹੀਂ ਹੁੰਦਾ। ਵਿਗਿਆਨਕ ਦ੍ਰਿਸ਼ਟੀਕੋਣ ਸਾਨੂੰ ਇਹੋ ਜਿਹੇ ਵਿਅਕਤੀਆਂ ਤੋਂ ਮਿਲਦਾ ਹੈ ਜਿਨ੍ਹਾਂ ਨਾਲ ਅਸੀਂ ਜੁੜੇ ਹੋਏ ਹੁੰਦੇ ਹਾਂ। ਜਿਸ ਤਰ੍ਹਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਪਰਸਨ ਹੈਗੇ ਹੈ ਜਿਹੜੇ ਵਿਗਿਆਨ ਵਿਸ਼ਾ ਉਹਨਾਂ ਨੇ ਪੜ੍ਹਿਆ ਨਹੀਂ ਹੁੰਦਾ, ਪਰ ਉਹ ਹਰ ਇੱਕ ਚੀਜ਼ ਨੂੰ ਤਰਕ ਨਾਲ ਵੇਖਦੇ ਹੈ, ਤਰਕ ਨਾਲ ਵੇਖ ਕੇ ਨਿਚੋੜ ਕੱਢਦੇ ਹੈ ਤੇ ਉਸ ਨਿਚੋੜ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰਦੇ ਹੈ। ਪਰੰਤੂ ਕੁਝ ਪਰਸਨ ਜਿਹੜੇ ਹੈਗੇ ਨੇ ਉਹ ਵਿਗਿਆਨ ਵਿਸ਼ਾ ਪੜ੍ਹ ਲੈਂਦੇ ਹੈ, ਅਸਲ ਦੇ ਵਿੱਚ ਉਹ ਵਿਗਿਆਨ ਵਿਸ਼ਾ ਪੜ੍ਹਦੇ ਹੈ ਸਿਰਫ ਤੇ ਸਿਰਫ ਕੀ ਹੈ ਕਿ ਉਹਨਾਂ ਨੇ ਜਿਹੜੇ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਤਕਨੀਕੀ ਸ਼ਬਦਾਵਲੀ ਹੁੰਦੀ ਹੈ, ਉਸ ਦੇ ਵਿੱਚ ਵੱਜਿਆ ਹੋਇਆ ਉਹਨਾਂ ਨੇ ਵਿਗਿਆਨ ਪੜ੍ਹਿਆ ਹੋਇਆ ਹੁੰਦਾ ਹੈ, ਤੇ ਜਿਹੜਾ ਐਕਚੁਅਲ ਵਿਗਿਆਨ ਹੈ ਜਿਸ ਨੇ ਸਾਡੇ ਦਿਮਾਗ ਨੂੰ ਪ੍ਰਭਾਵਿਤ ਕਰਨਾ ਸੀ, ਉਸ ਵਿਗਿਆਨ ਤੋਂ ਉਹ ਕੋਰੇ ਰਹਿ ਗਏ। ਤਾਂ ਉਸ ਵਿਗਿਆਨ ਵੱਲ ਜਾਣ ਦੀ ਜ਼ਰੂਰਤ ਹੈਗੀ ਹੈ। ਮੈਨੂੰ ਨਹੀਂ ਲੱਗਦਾ ਕਿ ਜਿਹੜਾ ਹੈਗਾ ਇਸ ਤਰੀਕੇ ਦੇ ਕਿਸੇ ਵੀ ਪਰਸਨ ਨੂੰ ਜਿਹੜਾ ਕਿ ਸਾਇੰਸ ਸਬਜੈਕਟ ਪੜ੍ਹਿਆ ਹੋਇਆ ਉਹਨਾਂ ਨੂੰ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਪੈਣਾ ਚਾਹੀਦਾ ਹੈ, ਕਿਉਂਕਿ ਸਾਡਾ ਸਮਾਜ ਬੜੀ ਜਲਦੀ ਇੱਕ ਐਗਜ਼ਾਮਪਲ ਸੈੱਟ ਕਰ ਦਿੰਦਾ ਹੈ, ਇੱਕ ਰੋਲ ਮਾਡਲ ਮੰਨਣ ਲੱਗ ਜਾਂਦਾ ਹੈ ਕਿ ਉਹ ਤਾਂ ਸਾਇੰਸ ਦਾ ਗ੍ਰੈਜੂਏਟ ਹੈ, ਪੋਸਟ ਗ੍ਰੈਜੂਏਟ ਹੈ, ਉਹ ਵੀ ਇਹਨਾਂ ਚੀਜ਼ਾਂ ਦੇ ਵਿੱਚ ਹੈਗਾ, ਤਾਂ ਆਪਾਂ ਕਿਉਂ ਨਹੀਂ। ਤਾਂ ਇਸ ਕਰਕੇ ਜਿਹੜਾ ਹੈਗਾ ਉਸ ਲੈਵਲ ਦੇ ਉੱਤੇ ਜਾ ਕੇ ਅਜਿਹੇ ਵਿਅਕਤੀਆਂ ਦੀ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਹੈ ਸਮਾਜ ਦੇ ਪ੍ਰਤੀ ਕਿ ਉਹ ਸਮਾਜ ਦੇ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਦੇਣ, ਤੇ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ ਵਹਿਮ ਭਰਮ, ਇਹਨਾਂ ਵਹਿਮਾਂ ਭਰਮਾਂ ਤੋਂ ਦੂਰ ਹੋ ਕੇ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਵਾਲੀ ਤਰਕ ਦੇ ਆਧਾਰ ਤੇ ਉੱਤੇ ਜ਼ਿੰਦਗੀ ਨੂੰ ਆਪਣੀ ਨੂੰ ਵੇਖਣ, ਤਾਂ ਕਿ ਜਿਹੜਾ ਹੈਗਾ ਅਸੀਂ ਸਮਾਜ ਦੇ ਵਿੱਚ ਆਪਣਾ ਬਣਦਾ ਜਿਹੜਾ ਹੈਗਾ ਉਹ ਯੋਗਦਾਨ ਦੇ ਸਕੀਏ। ਧੰਨਵਾਦ ਸਰ। ਸਾਡੇ ਨਾਲ ਜੁੜੇ ਹੋਏ ਨੇ ਮਨਜੀਤ ਕੌਰ ਜੀ, ਸਾਡੇ ਬੋਹਾ ਸਕੂਲ ਦੇ ਪ੍ਰਿੰਸੀਪਲ ਕਰਮਜੀਤ ਸਿੰਘ ਜੀ, ਹਰਪ੍ਰੀਤ ਸਿੰਘ ਜੀ, ਡਿਪਟੀ ਡੀਓ ਗੁਰਲਾਬ ਸਿੰਘ ਜੀ, ਸਾਡੇ ਕੋਲੀਗ ਲੈਕਚਰ ਕੈਮਿਸਟਰੀ ਦੀਪਕ ਗੁਪਤਾ ਜੀ, ਅਤੇ ਹੋਰ ਪੈਨਲ ਜੇ ਉਹਨਾਂ ਵਿੱਚੋਂ ਵੀ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ, ਕਿਉਂਕਿ ਲਾਸਟ ਦੇ ਵਿੱਚ ਸਾਡੇ ਇਸ ਗਰੁੱਪ ਦੇ ਰੂਹੇ ਰਵਾਂ ਡਾਕਟਰ ਕੁਲਦੀਪ ਜੀ ਸਾਡੇ ਨਾਲ ਗੱਲ ਕਰਨਗੇ ਅਤੇ ਉਹ ਆਪਣੇ ਸਵਾਲ ਵੀ ਕਰਨਗੇ, ਤੇ ਕਿਉਂਕਿ ਪਰਮਿੰਦਰ ਜੀ ਵੀ ਉਹਨਾਂ ਦੇ ਵਿਦਿਆਰਥੀ ਰਹੇ ਨੇ ਤਾਂ ਉਹਨਾਂ ਬਾਰੇ ਵੀ ਉਹ ਕੁਝ ਗੱਲਾਂ ਕਰਨਗੇ। ਕੋਈ ਆਪਣਾ ਸਵਾਲ ਕਰਨਾ ਚਾਹੁੰਦਾ ਤਾਂ ਅਨਮਿਊਟ ਕਰਕੇ ਕਰ ਸਕਦਾ ਜੀ।
ਜੇ ਇਜਾਜ਼ਤ ਹੈ ਤਾਂ ਇੱਕ ਦੋ ਗੱਲਾਂ ਮੈਂ ਡਿਸਕਸ ਕਰਨੀਆਂ ਚਾਹੁੰਦਾ, ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈ। ਹਾਂਜੀ ਸਰ। ਮੇਰੇ ਖਿਆਲ ਚ ਸਾਇੰਟੀਫਿਕ ਸੋਚ ਤੇ ਵਹਿਮ ਭਰਮ ਨਾਲ ਆਪਾਂ ਉਹਨਾਂ ਬਾਰੇ ਗੱਲ ਕਰ ਰਹੇ ਹਾਂ। ਮੈਨੂੰ ਇਹ ਲੱਗਦਾ ਹੈ ਕਿ ਆਪਾਂ ਕਿਤੇ ਨਾ ਕਿਤੇ ਜੇ ਵਹਿਮਾਂ ਭਰਮਾਂ ਦੀ ਡੂੰਘਾਈ ਚ ਜਾਈਏ, ਜਿਵੇਂ ਕਿ ਪਰਮਿੰਦਰ ਤਾਂਗੜੀ ਜੀ ਨੇ ਹੁਣੇ ਆਖਿਆ ਕਿ ਇਹ ਬੰਦੇ ਦੀ ਸੋਚ ਹੀ ਹੁੰਦੀ ਹੈ, ਉਹ ਕਿਸ ਤਰੀਕੇ ਨਾਲ ਉਹਨੂੰ ਸੋਚਦਾ ਹੈ, ਕਿਵੇਂ ਡੂੰਘਾਈ ਚ ਜਾਂਦਾ ਹੈ, ਕਿਵੇਂ ਨੇਚਰ ਨੂੰ ਓਬਜ਼ਰਵ ਕਰਦਾ ਹੈ। ਜਿਵੇਂ ਉਹਨਾਂ ਨੇ ਆਪਣਾ ਸਰਵਾਈਵਲ ਦਾ ਫਿਟੈਸਟ ਦਾ ਦੱਸਿਆ ਹੈ, ਉਸੇ ਤਰੀਕੇ ਦੇ ਨਾਲ ਜੇ ਅਸੀਂ ਵਹਿਮਾਂ ਭਰਮਾਂ ਨੂੰ ਜੇ ਥੋੜਾ ਜਿਹਾ ਲੌਜੀਕਲ ਥਿੰਕਿੰਗ ਜਾਂ ਸਾਇੰਟੀਫਿਕ ਥਿੰਕਿੰਗ ਦੇ ਨਾਲ ਦੇਖੀਏ ਤਾਂ ਇਹਨਾਂ ਵਿੱਚ ਵੀ ਸਾਨੂੰ ਕਾਫੀ ਕੁਝ ਓਬਜ਼ਰਵ ਕਰਨ ਨੂੰ ਮਿਲ ਸਕਦਾ ਹੈ। ਜਿਵੇਂ ਕਿ ਨਿੱਕੇ ਹੁੰਦਿਆਂ ਸੁਣਿਆ ਸੀ ਵੀ ਪਿੱਪਲ ਦਾ ਦਰਖਤ ਹੈ, ਇਹਨੂੰ ਪੰਡਤ ਮੰਨਿਆ ਜਾਂਦਾ ਹੈ ਆਪਣੇ ਕੁਝ ਕਿਸੇ ਖਾਸ ਧਰਮ ਦੇ ਵਿੱਚ। ਤਾਂ ਪੰਡਤ ਮੰਨਣ ਦੇ ਔਰ ਲੇਡੀਜ਼ ਆ ਜਿਹੜੀਆਂ ਇਹਦੇ ਦੁਆਲੇ ਚੱਕਰ ਲਗਾਉਂਦੀਆਂ, ਤਾਂ ਉਹਦੇ ਪਿੱਛੇ ਜਦੋਂ ਅਸੀਂ ਸਾਇੰਟੀਫਿਕ ਸੋਚ ਨਾਲ ਇਸ ਧਾਰਨਾ ਨੂੰ ਅਬਜ਼ਰਵ ਕਰਦੇ ਹਾਂ ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਇਹ ਗੱਲ ਆਉਂਦੀ ਹੈ ਕਿ ਇਹ ਆਕਸੀਜਨ ਦਾ ਬਹੁਤ ਚੰਗਾ ਸੋਰਸ ਹੈ। ਜਦੋਂ ਲੋਕ ਇਹਦੇ ਦੁਆਲੇ ਜਾਣਗੇ, ਇਹਦੇ ਨੇੜੇ ਜਾਣਗੇ ਤਾਂ ਉਹਨਾਂ ਨੂੰ ਆਕਸੀਜਨ ਮਿਲੂਗੀ। ਸੈਕੰਡਲੀ, ਜਿਵੇਂ ਵਰਤ ਹੈ, ਵਰਤ ਨੂੰ ਆਪਾਂ ਅੰਧ ਵਿਸ਼ਵਾਸ ਨਾਲ ਵੀ ਜੋੜ ਸਕਦੇ ਹਾਂ, ਪਰ ਇਹਦੇ ਵਿੱਚ ਇੱਕ ਸਾਇੰਟੀਫਿਕ ਸੋਚ ਵੀ ਹੈਗੀ ਹੈ। ਅੱਜ ਤੁਸੀਂ ਕਿਸੇ ਡਾਈਟੀਸ਼ੀਅਨ ਕੋਲ ਚਲੇ ਜਾਓ, ਉਹ ਵਰਤ ਨੂੰ ਬਹੁਤ ਅੱਛਾ ਗਿਣਦੇ ਆ, ਤੇ ਜਿੰਨੇ ਵੀ ਇੰਡਸਟਰੀ ਦੇ ਲੋਕ, ਫਿਲਮ ਇੰਡਸਟਰੀ ਦੇ ਲੋਕ ਹੈ, ਉਹ ਰੂਟੀਨ 'ਚ ਵਰਤ ਵਗੈਰਾ ਰੱਖਦੇ ਆ। ਕਿਉਂਕਿ ਜਦੋਂ ਅਸੀਂ ਸਾਡੀ ਅੱਜ ਕੱਲ੍ਹ ਦੀ ਜਿਹੜੀ ਡਾਈਟ ਹੈ, ਆਪਾਂ ਕਹੀਏ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਫਾਸਟ ਫੂਡ ਐਡ ਹੋ ਚੁੱਕਿਆ, ਪਰ ਜਦੋਂ ਅਸੀਂ ਵਰਤ ਵਗੈਰਾ ਰੱਖਦੇ ਹਾਂ ਤਾਂ ਇਹ ਸਾਰੇ ਜੋ ਇਹਨਾਂ ਕਰਕੇ ਜਿਹੜੇ ਟੌਕਸਿਨਸ ਵਗੈਰਾ ਆਉਂਦੇ ਆ ਸਾਡੇ ਸਰੀਰ ਦੇ ਵਿੱਚ, ਤਾਂ ਇਹ ਨਿਕਲਦੇ ਆ। ਸੋ ਜਿਵੇਂ ਹੁਣ ਪਰਮਿੰਦਰ ਤਾਂਗੜੀ ਜੀ ਨੇ ਦੱਸ ਰਹੇ ਸੀਗੇ ਕਿ ਸਾਡੀ ਜਿਹੜੀ ਸੋਚ ਹੈ ਇਹ ਵਿਗਿਆਨਕ ਹੋਣੀ ਚਾਹੀਦੀ ਹੈ, ਤਾਂ ਅਸੀਂ ਵਹਿਮਾਂ ਭਰਮਾਂ ਦੇ ਵਿੱਚ ਵੀ ਵਿਗਿਆਨ ਦੀ ਮਦਦ ਦੇ ਨਾਲ ਬੜੇ ਫਾਇਦੇ ਜਿਹੜੇ ਹੈਗੇ ਆ ਉਹ ਲੱਭ ਸਕਦੇ ਆ। ਤੇ ਹਾਂਜੀ ਸਰ, ਬਿਲਕੁਲ। ਬਾਕੀ ਇਸ ਬਾਰੇ ਪਰਮਿੰਦਰ ਜੀ ਗੱਲ ਕਰਨਗੇ। ਤੁਹਾਡੀ ਗੱਲ ਪਰਮਿੰਦਰ ਜੀ ਤੱਕ ਪਹੁੰਚ ਗਈ ਹੈ? ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਇਹ ਤੁਹਾਡਾ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਹੀ ਹੈ ਕਿ ਤੁਸੀਂ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਵੀ ਵਿਗਿਆਨ ਨੂੰ ਲੱਭਣ ਦੀ ਕੋਸ਼ਿਸ਼ ਕੀਤੀ, ਪਰੰਤੂ ਅਸੀਂ ਗੱਲ ਇਸ ਤਰ੍ਹਾਂ ਦੀ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਵਰਤ ਦੀ ਗੱਲ ਕੀਤੀ ਹੈ, ਬਿਲਕੁਲ ਠੀਕ ਹੈ ਕਿ ਉਹ ਡਾਈਟੀਸ਼ੀਅਨ ਸਾਨੂੰ ਅੱਜ ਦੇ ਸਮੇਂ ਦੇ ਵਿੱਚ ਕਹਿ ਰਹੇ ਹੈ, ਜਾਂ ਸਾਡੇ ਲਈ ਇਹ ਸਾਡੇ ਇਸ ਤਰ੍ਹਾਂ ਦਾ ਫਾਸਟ ਫੂਡ ਸਾਡੀ ਜ਼ਿੰਦਗੀ 'ਚ ਆ ਚੁੱਕਿਆ, ਉੱਥੇ ਸਾਡੇ ਲਈ ਹੈਲਪ ਹੋ ਸਕਦੇ ਹੈ। ਪਰੰਤੂ ਗੱਲ ਇਹ ਹੈ ਕਿ ਜਿਹੜਾ ਵਰਤ ਰੱਖਿਆ ਜਾ ਰਿਹਾ ਹੈ ਉਹ ਕਿਸ ਪਰਪਸ ਦੇ ਲਈ ਰੱਖਿਆ ਜਾ ਰਿਹਾ ਹੈ। ਗੱਲ ਜੇ ਅਸੀਂ ਉਸ ਪਰਪਸ ਦੀ ਕਰੀਏ ਤਾਂ ਉੱਥੇ ਜਾ ਕੇ ਕਲੀਅਰ ਹੋ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਨਾਲ ਵਰਤ ਨੂੰ ਲਿਆ, ਪਰੰਤੂ ਇਸ ਨੂੰ ਰੱਖਣ ਵਾਲੇ ਜਦੋਂ ਇਸ ਨੂੰ ਗਲਤ ਨਜ਼ਰੀਏ ਨਾਲ ਲੈ ਲੈਂਦੇ ਆ, ਜਾਂ ਕਿ ਇਸ ਦੇ ਰੱਖਣ ਨਾਲ ਇਹ ਹੋ ਜਾਣਾ ਜਾਂ ਨਾ ਰੱਖਣ ਨਾਲ ਆਪਣੇ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਪਿੱਛੇ ਰੱਖਦੇ ਜਾ ਰਹੇ ਹੈ। ਜੇ ਇਸ ਨੂੰ ਇਸ ਸੋਚ ਨਾਲ ਮੰਨਿਆ ਜਾਵੇ ਜਿਸ ਤਰ੍ਹਾਂ ਦੀ ਸੋਚ ਤੁਹਾਡੀ ਹੈਗੀ ਹੈ, ਤਾਂ ਇਹ ਇੱਕ ਵਿਗਿਆਨਕ ਦ੍ਰਿਸ਼ਟੀਕੋਣ ਰੱਖਣ ਵਾਲੇ ਬੰਦੇ ਦੀ ਹੀ ਸੋਚ ਹੋ ਸਕਦੀ ਹੈ। ਤਾਂ ਇਹ ਠੀਕ ਹੈਗਾ ਕਿ ਇਹਨਾਂ ਵਹਿਮਾਂ ਭਰਮਾਂ ਨੂੰ ਅਸੀਂ ਜਦੋਂ ਡੂੰਘਾਈ ਨਾਲ ਵੇਖਦੇ ਹਾਂ, ਕਿਤੇ ਨਾ ਕਿਤੇ ਸਾਇੰਸ ਸਾਨੂੰ ਜ਼ਰੂਰ ਲੱਭਦੀ ਹੈ, ਪਰੰਤੂ ਅਸੀਂ ਉਸ ਸਾਇੰਸ ਨੂੰ ਪਿੱਛੇ ਛੱਡ ਕੇ ਇਹਨਾਂ ਦੇ ਵਿੱਚ ਇਸ ਹੱਦ ਤੱਕ ਫਸ ਚੁੱਕੇ ਹਾਂ ਕਿ ਅਸੀਂ ਕੁਝ ਵੀ ਨਹੀਂ ਸੋਚਦੇ। ਅਸੀਂ ਸਿੱਧਾ ਹੀ ਜਿਹੜਾ ਹੈਗਾ ਯੈਸ ਨੋ ਵਾਲੀ ਪੋਜੀਸ਼ਨ ਦੇ ਵਿੱਚ ਆ ਜਾਂਦੇ ਹਾਂ ਕਿ ਜੇ ਇਸ ਤਰ੍ਹਾਂ ਅਸੀਂ ਕਰਾਂਗੇ ਤਾਂ ਇਸ ਤਰ੍ਹਾਂ ਹੋ ਜਾਊਗਾ, ਤਾਂ ਕਿਉਂ ਹੋ ਜਾਊਗਾ, ਤਾਂ ਉਸ ਗੱਲ ਵੱਲ ਅਸੀਂ ਕਿਉਂ ਦਾ ਜਵਾਬ ਲੱਭਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕਰਦੇ। ਤੇ ਜਦੋਂ ਅਸੀਂ ਕਿਉਂ ਦਾ ਜਵਾਬ ਨਹੀਂ ਲੱਭਦੇ ਤਾਂ ਅਸੀਂ ਉਹਨਾਂ ਵਹਿਮਾਂ ਭਰਮਾਂ ਦੇ ਵਿੱਚ ਹੋਰ ਜ਼ਿਆਦਾ ਫਸਦੇ ਤੁਰੇ ਜਾਂਦੇ ਆ, ਤੇ ਹੌਲੀ ਹੌਲੀ ਕਰਕੇ ਜਿਹੜਾ ਹੈਗਾ ਸਾਡਾ ਵਿਗਿਆਨਕ ਦ੍ਰਿਸ਼ਟੀਕੋਣ ਬਿਲਕੁਲ ਹੀ ਅਲੋਪ ਹੋ ਜਾਂਦਾ ਹੈ, ਤੇ ਅਸੀਂ ਇੱਕ ਇਹੋ ਜਿਹੇ ਪਰਸਨ ਦੀਆਂ ਗੱਲਾਂ ਨੂੰ ਮੰਨਣੀਆਂ ਸ਼ੁਰੂ ਕਰ ਦਿੰਦੇ ਆ ਜਿਸ ਦਾ ਆਪਣਾ ਨਜ਼ਰੀਆ ਸਾਡੇ ਤੋਂ ਘੱਟ ਹੁੰਦਾ ਹੈ, ਤੇ ਅਸੀਂ ਸਾਡੇ ਤੋਂ ਘੱਟ ਨਜ਼ਰੀਏ ਵਾਲੇ ਬੰਦੇ ਦੀਆਂ ਗੱਲਾਂ ਨੂੰ ਵਹਿਮਾਂ ਭਰਮਾਂ ਦੇ ਵਿੱਚ ਆ ਕੇ ਉਸ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕਰਨਾ ਸ਼ੁਰੂ ਕਰ ਦਿੰਦੇ। ਤਾਂ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਜਿਹੇ ਪਰਸਨ ਦੀਆਂ ਗੱਲਾਂ ਨੂੰ ਅਪਲਾਈ ਕਰਦੇ ਹਾਂ ਤਾਂ ਉਹਦੇ ਨਾਲ ਜਿਹੜੀ ਹੈਗੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਹੋਣ ਦੀ ਬਜਾਏ ਹੌਲੀ ਹੌਲੀ ਸਭ ਕੁਝ ਮਾੜਾ ਹੋਣਾ ਸ਼ੁਰੂ ਹੋ ਜਾਂਦਾ ਹੈ, ਤੇ ਸਾਡੇ ਮਾਈਂਡ ਦੇ ਵਿੱਚ ਇੱਕ ਨੈਗੇਟਿਵਿਟੀ ਭਰ ਜਾਂਦੀ ਹੈ। ਜਦੋਂ ਨੈਗੇਟਿਵਿਟੀ ਭਰ ਜਾਂਦੀ ਹੈ ਤਾਂ ਇਹ ਨੈਗੇਟਿਵਿਟੀ ਸਾਨੂੰ ਕਿਤੇ ਨਾ ਕਿਤੇ ਜਾ ਕੇ ਫਿਰ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਹੋਰ ਜ਼ਿਆਦਾ ਫਸਣ ਦੇ ਲਈ ਮਜਬੂਰ ਕਰ ਦਿੰਦੀ ਹੈ। ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਇੱਕ ਸਾਇੰਟੀਫਿਕ ਨਜ਼ਰੀਆ ਰੱਖ ਕੇ ਵੀ ਇਹਨਾਂ ਵਹਿਮਾਂ ਭਰਮਾਂ ਦੇ ਵੱਲ ਜਾਈਏ, ਕਿਉਂਕਿ ਜਦੋਂ ਅਸੀਂ ਇੱਕ ਵਾਰ ਇਹਨਾਂ ਦੇ ਵਿੱਚ ਜਾਵਾਂਗੇ ਤਾਂ ਅਸੀਂ ਇਹਨਾਂ ਦੇ ਵਿੱਚ ਹੋਰ ਜ਼ਿਆਦਾ ਜਿਹੜੇ ਧੱਸਦੇ ਤੁਰੇ ਜਾਵਾਂਗੇ।
ਥੈਂਕ ਯੂ ਜੀ। ਕਿਸੇ ਹੋਰ ਹਾਂਜੀ ਸਰ, ਜਿਵੇਂ ਤੁਸੀਂ ਪੁੱਛਣਾ ਸਰ ਕੁਛ? ਪੁੱਛੋ। ਹਾਂਜੀ ਸਰ, ਜਿਵੇਂ ਹਰ ਚੀਜ਼ ਤਰਕ ਦੇ ਆਧਾਰ ਤੇ ਹੀ ਹੈ ਵਿਗਿਆਨ ਦੀ, ਤੇ ਇਹਦੇ ਨਾਲ ਸੰਬੰਧਿਤ ਜੇਕਰ ਜ਼ਿਆਦਾ ਲਿਖਿਆ ਜਾਵੇ, ਇਹਦੇ ਨਾਲ ਸੰਬੰਧਿਤ ਜਿਹੜੇ ਬੁੱਕਸ ਆ ਉਹ ਵੱਧ ਤੋਂ ਵੱਧ ਛਾਪੀਆਂ ਜਾਣ, ਜਾਂ ਫੇਰ ਹੀ ਆਪਣੀ ਸੋਚ ਨੂੰ ਬਦਲ ਸਕਦੇ ਹਾਂ, ਕਿਉਂਕਿ ਸਭ ਦਾ ਦ੍ਰਿਸ਼ਟੀਕੋਣ ਵਿਗਿਆਨਿਕ ਤੇ ਨਹੀਂ ਹੁੰਦਾ, ਬਟ ਕੁਝ ਪੜ੍ਹ ਕੇ ਕੁਝ ਸਮਝ ਕੇ ਅਸੀਂ ਇਹ ਚੀਜ਼ ਸਮਝਣ ਦੇ ਯੋਗ ਹੋ ਜਾਂਦੇ ਹਾਂ। ਜਿਵੇਂ ਸਰ ਨੇ ਬਹੁਤ ਵਧੀਆ ਦੱਸਿਆ ਕਿ ਜਿਹੜੇ ਵਹਿਮ ਹੁੰਦੇ ਉਹਨਾਂ ਦੇ ਪਿੱਛੇ ਕੁਛ ਨਾ ਕੁਛ ਵਧੀਆ ਵੀ ਹੁੰਦਾ ਹੈ, ਬਟ ਇਹ ਚੀਜ਼ ਸਾਹਮਣੇ ਆਉਣ ਵਾਸਤੇ ਇਹਨਾਂ ਨੂੰ ਲੱਗਦਾ ਨਹੀਂ ਕਿ ਤਰਕ ਤੇ ਆਧਾਰਿਤ ਵੀ ਚੀਜ਼ਾਂ ਜਿਹੜੀਆਂ ਲਿਖੀਆਂ ਜਾਣੀਆਂ ਚਾਹੀਦੀਆਂ, ਤਾਂ ਜੋ ਲੋਕਾਂ ਦਾ ਦ੍ਰਿਸ਼ਟੀਕੋਣ ਜਿਹੜਾ ਉਹ ਬਦਲਿਆ ਜਾ ਸਕੇ। ਬਿਲਕੁਲ ਜੀ, ਇਸ ਤਰ੍ਹਾਂ ਦਾ ਲਿਟਰੇਚਰ ਜਿੰਨਾ ਸਾਡੇ ਕੋਲ ਜ਼ਿਆਦਾ ਹੋਏਗਾ ਤਾਂ ਲਿਟਰੇਚਰ ਨੂੰ ਅਸੀਂ ਆਪ ਪੜ੍ਹਾਂਗੇ ਤੇ ਬੱਚਿਆਂ ਨੂੰ ਪੜ੍ਹਾਵਾਂਗੇ, ਤਾਂ ਸਾਡੀ ਕਹੀ ਹੋਈ ਗੱਲ ਨਾਲੋਂ ਜ਼ਿਆਦਾ ਅੱਛਾ ਇਹ ਹੋਏਗਾ ਕਿ ਜੇ ਲਿਟਰੇਚਰ ਦੇ ਰੂਪ ਦੇ ਵਿੱਚ ਸਾਨੂੰ ਸਾਰੀਆਂ ਗੱਲਾਂ ਮਿਲ ਜਾਣ ਤਾਂ ਬੱਚਿਆਂ ਦੇ ਉੱਤੇ, ਆਉਣ ਵਾਲੀ ਪੀੜ੍ਹੀ ਦੇ ਉੱਤੇ ਇਹ ਗੱਲਾਂ ਜ਼ਿਆਦਾ ਪ੍ਰਭਾਵ ਪਾ ਸਕਦੀਆਂ। ਠੀਕ ਹੈ ਜੀ। ਹੋਰ ਕਿਸੇ ਪੈਨਲ ਦੇ ਵਿੱਚੋਂ ਸਵਾਲ ਜਵਾਬ ਹੋਵੇ ਤਾਂ ਅੰਤ ਦੇ ਵਿੱਚ ਮੈਂ ਸਾਡੇ ਸੰਚਾਲਕ ਡਾਕਟਰ ਕੁਲਦੀਪ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਚੰਦ ਲਫ਼ਜ਼ ਅੱਜ ਦੇ ਇਸ 32ਵੇਂ ਲਾਈਵ ਪ੍ਰੋਗਰਾਮ ਬਾਰੇ, ਪਰਮਿੰਦਰ ਤਾਂਗੜੀ ਜੀ ਬਾਰੇ ਤੁਹਾਡੇ ਨਾਲ ਸਾਂਝੇ ਕਰਨਗੇ, ਅਤੇ ਇਸ ਅੱਜ ਦੇ ਲਾਈਵ ਪ੍ਰੋਗਰਾਮ ਨੂੰ ਸਮ ਅਪ ਕਰਨਗੇ ਡਾਕਟਰ ਕੁਲਦੀਪ ਸਿੰਘ ਜੀ ਦੀਪ ਜੀ। ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਸਰ, ਹਾਂਜੀ ਆ ਰਹੀ ਹੈ। ਹਾਂਜੀ ਹਾਂਜੀ ਦੋਸਤੋ, ਪਹਿਲਾਂ ਤਾਂ ਮੈਂ ਇਸ ਗੱਲ ਲਈ ਮਾਫੀ ਚਾਹੁੰਦਾ ਕਿ ਮੈਂ ਸਾਰੇ ਪ੍ਰੋਗਰਾਮ ਦੇ ਵਿੱਚ ਜੁੜ ਨਹੀਂ ਸਕਿਆ, ਕਿਉਂਕਿ ਪੈਰਲਲ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਅਸੀਂ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ 8 ਰੋਜ਼ਾ ਥੀਏਟਰ ਫੈਸਟੀਵਲ ਸ਼ੁਰੂ ਕੀਤਾ ਸੀ ਮਾਨਸਾ ਦੇ ਵਿੱਚ, ਤੇ ਅੱਜ ਉਹਦਾ 5ਵਾਂ ਦਿਨ ਹੈ, ਤੇ ਮੈਂ ਇਸ ਵੇਲੇ ਅਕਲੀਏ ਪਿੰਡ ਦੇ ਕੋਲ ਆ ਮਾਨਸਾ ਜ਼ਿਲ੍ਹੇ ਦੇ ਵਿੱਚ, ਤੇ ਮੈਂ ਚਲਦੇ ਦੋਨੇ ਪ੍ਰੋਗਰਾਮ ਅਟੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹ ਪ੍ਰੋਗਰਾਮ ਵੀ ਮੇਰੇ ਲਈ ਬਹੁਤ ਮਹੱਤਵਪੂਰਨ ਸੀ ਕਈ ਪੱਖਾਂ ਤੋਂ। ਅੱਜ ਵਰਲਡ ਥੀਏਟਰ ਡੇ ਹੈ। ਸਭ ਤੋਂ ਪਹਿਲਾਂ ਤਾਂ ਮੈਂ ਵਿਸ਼ਵ ਰੰਗਮੰਚ ਦਿਵਸ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ, ਤੇ ਨਾਲ ਹੀ ਮੈਂ ਜਿੰਨਾ ਕੁ ਇਹ ਪ੍ਰੋਗਰਾਮ ਸੁਣ ਸਕਿਆ ਉਹਦੇ ਆਧਾਰ ਤੇ, ਜਾਂ ਜਿੰਨਾ ਕੁ ਮੈਂ ਪਰਮਿੰਦਰ ਤਾਂਗੜੀ ਨੂੰ ਪਹਿਲਾਂ ਜਾਣਦਾ ਉਹਦੇ ਆਧਾਰ ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਅਧਿਆਪਕ ਦੇ ਵਿਦਿਆਰਥੀ ਇੰਨੇ ਸੁਚੱਜੇ, ਇੰਨੇ ਸਿਆਣੇ ਤੇ ਇੰਨੇ ਵਿਗਿਆਨਕ ਨਜ਼ਰੀਏ ਵਾਲੇ ਹੋਣ, ਤਾਂ ਇਹ ਸਮਝ ਲਓ ਕਿ ਉਹਨਾਂ ਦੀ ਜ਼ਿੰਦਗੀ ਦਾ ਅੱਧਾ ਕੁ ਮਨੋਰਥ ਤਾਂ ਐਂ ਹੱਲ ਹੋਇਆ ਸਮਝ ਲਿਆ ਜਾਣਾ ਚਾਹੀਦਾ ਹੈ ਕਿ ਉਹਨਾਂ ਦੀ ਮੰਜ਼ਿਲ ਨੂੰ ਉਹਨਾਂ ਦੇ ਵਿਦਿਆਰਥੀ ਅੱਗੇ ਲੈ ਕੇ ਜਾ ਰਹੇ ਹੁੰਦੇ। ਤੇ ਮੈਨੂੰ ਮੇਰੇ ਮੁੱਢਲੇ ਵਿਦਿਆਰਥੀਆਂ ਦੇ ਵਿੱਚੋਂ ਇੱਕ ਪਰਮਿੰਦਰ ਤਾਂਗੜੀ ਹੋਰਾਂ ਤੇ ਬਹੁਤ ਜ਼ਿਆਦਾ ਮਾਣ ਹੈ ਕਿ ਉਹ ਬਤੌਰ ਅਧਿਆਪਕ ਬਹੁਤ ਸੋਹਣੇ ਤੇ ਸੁਚਾਰੇ ਤਰੀਕੇ ਨਾਲ ਆਪਣੇ ਸਕੂਲ ਦੇ ਵਿੱਚ ਕੰਮ ਕਰ ਰਹੇ ਨੇ। ਉਹਨਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਨੈਸ਼ਨਲ ਲੈਵਲ ਦੀਆਂ ਪ੍ਰਾਪਤੀਆਂ ਨੇ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਰੂਪ ਦੇ ਵਿੱਚ ਇਹਨਾਂ ਨੇ ਵਿਗਿਆਨਕ ਨਜ਼ਰੀਏ ਦੀ ਗੱਲ ਕੀਤੀ ਤੇ ਵਿਗਿਆਨ ਦੇ ਬਹੁਤ ਸਾਰੇ ਪਹਿਲੂਆਂ ਤੇ ਗੱਲਬਾਤ ਕੀਤੀ, ਉਸ ਨੂੰ ਸੁਣ ਕੇ ਸਮਝ ਕੇ ਇਹ ਮਾਣ ਮਹਿਸੂਸ ਹੁੰਦਾ ਹੈ ਕਿ ਸੱਚਮੁੱਚ ਸਾਇੰਸ ਅਧਿਆਪਕਾਂ ਨੂੰ ਪਰਮਿੰਦਰ ਤਾਂਗੜੀ ਵਰਗੇ ਅਧਿਆਪਕ ਹੋਣਾ ਚਾਹੀਦਾ ਹੈ। ਸੋ ਇਹ ਤਾਂ ਗੱਲ ਸੀ ਬਤੌਰ ਸ਼ਾਗਿਰਦ ਪਰਮਿੰਦਰ ਤਾਂਗੜੀ ਹੋਰਾਂ ਬਾਰੇ ਤੇ ਇਹਨਾਂ ਦੀ ਕਾਬਲੀਅਤ ਬਾਰੇ, ਜਿਨ੍ਹਾਂ ਤੇ ਮੈਂ ਹਮੇਸ਼ਾ ਮਾਣ ਮਹਿਸੂਸ ਕਰਦਾ, ਤੇ ਅੱਜ ਵੀ ਦੀ ਗੱਲ ਹੈ ਸਬਜੈਕਟ ਵਿਗਿਆਨ ਪੜ੍ਹਨਾ ਅੱਜ ਲੋੜ ਵਿਗਿਆਨ ਪੜ੍ਹਨ ਨਾਲੋਂ ਵਿਗਿਆਨਕ ਨਜ਼ਰੀਆ ਅਡਾਪਟ ਕਰਨ ਦੀ ਹੈ। ਮੈਂ ਇੱਕ ਦੋ ਗੱਲਾਂ ਜਿਹੜੀਆਂ ਮੈਂ ਇਸ ਪ੍ਰੋਗਰਾਮ ਦੇ ਵਿੱਚੋਂ ਸੁਣੀਆਂ ਨੇ ਉਹਨਾਂ ਤੇ ਆਪਣੀ ਰਾਏ ਜ਼ਰੂਰ ਦੇਵਾਂਗਾ। ਇੱਕ ਗੱਲ ਪਰਮਿੰਦਰ ਹੋਰਾਂ ਨੇ ਕੀਤੀ ਸਰਵਾਈਵਲ ਆਫ ਦਾ ਫਿਟੈਸਟ, ਚਾਰਲਸ ਡਾਰਵਿਨ ਦੇ ਰੂਲ ਦੀ ਗੱਲ ਕੀਤੀ। ਇਹ ਜਿਹੜਾ ਰੂਲ ਹੈ ਬਹੁਤ ਮਹੱਤਵਪੂਰਨ ਹੈ, ਪਰ ਇਸ ਰੂਲ ਦੇ ਨਾਲ ਇੱਕ ਰੂਲ ਹੋਰ ਜਿਹੜਾ ਜੁੜਨਾ ਚਾਹੀਦਾ ਅੱਜ ਦੇ ਦੌਰ ਦੇ ਵਿੱਚ, ਉਹ ਹੈ ਸਰਵਾਈਵਲ ਆਫ ਦਾ ਮਾਰਜਨਲਾਈਜ਼ਡ, ਹਾਸ਼ੀਆਕ੍ਰਿਤ ਲੋਕਾਂ ਦੇ ਜਿਉਣ ਦਾ ਮਸਲਾ। ਗੱਲ ਕੀ ਹੈ ਅਸਲ ਦੇ ਵਿੱਚ, ਜਿਹੜਾ ਸਰਵਾਈਵਲ ਆਫ ਦਾ ਫਿਟੈਸਟ ਹੈ, ਜਿਵੇਂ ਪਰਮਿੰਦਰ ਤਾਂਗੜੀ ਨੇ ਦੱਸਿਆ, ਉਹ ਕੁਦਰਤ ਵਿੱਚੋਂ ਆਇਆ ਨਿਜ਼ਮ ਹੈ। ਕੁਦਰਤ ਦੇ ਵਿੱਚ ਜਿਹੜੀ ਨਸਲ ਜਾਂ ਜਿਹੜਾ ਵੀ ਜੀਵ ਤਾਕਤਵਰ ਹੈ, ਆਪਣੇ ਆਪ ਨੂੰ ਫਿੱਟ ਰੱਖ ਰਿਹਾ ਹੈ, ਅਨੁਕੂਲ ਐਡਜਸਟਮੈਂਟ ਕਰ ਰਿਹਾ ਹੈ, ਉਹ ਜਿਉਂਦਾ ਰਹਿੰਦਾ ਹੈ। ਪਰ ਜਦੋਂ ਮਨੁੱਖ ਨੇ ਉਸ ਕੁਦਰਤ ਦੇ ਵਿੱਚੋਂ ਜਾਂ ਉਸ ਕੁਦਰਤ ਦੇ ਸਮਾਨਾਂਤਰ ਇੱਕ ਸਮਾਜ ਵਿਕਸਿਤ ਕਰ ਲਿਆ ਆਪਣਾ, ਤਾਂ ਇੱਕ ਸਮਾਜਿਕ ਜੀਵ ਹੋਣ ਦੇ ਨਾਤੇ ਸਾਡੇ ਵਾਸਤੇ ਜਿਹੜੇ ਕਮਜ਼ੋਰ ਲੋਕ ਨੇ, ਜਿਹੜੇ ਫਿੱਟ ਨਹੀਂ ਵੀ ਹੈਗੇ, ਉਹਨਾਂ ਨੂੰ ਜਿਉਣ ਦੇ ਕਾਬਿਲ ਬਣਾਉਣਾ ਜਾਂ ਉਹਨਾਂ ਲਈ ਜਿਉਣ ਦੀ ਸਪੇਸ ਦੇਣੀ ਵੀ ਓਨਾ ਹੀ ਮਹੱਤਵਪੂਰਨ ਹੈ। ਇਸ ਕਰਕੇ ਜਿਹੜੇ ਮਾਰਜਨਲ ਲੋਕ ਨੇ,
ਉਹ ਵੀ ਫਿਟੈਸਟ ਲੋਕਾਂ ਦੇ ਬਰਾਬਰ ਜ਼ਿੰਦਗੀ ਜਿਉ ਸਕਣ, ਇਹੀ ਸਮਾਜ ਹੈ। ਜਿਹੜੇ ਸਮਾਜ ਦੇ ਵਿੱਚ ਜਿਹੜੇ ਮਾਰਜਨਲ ਲੋਕ ਨੇ ਉਹ ਪ੍ਰੋਪਰ ਤਰੀਕੇ ਨਾਲ ਜ਼ਿੰਦਗੀ ਨਹੀਂ ਜਿਉ ਸਕਦੇ, ਸਰਵਾਈਵ ਨਹੀਂ ਕਰ ਸਕਦੇ ਹੈਗੇ, ਉਹ ਸਮਾਜ ਅੱਜ ਵੀ ਜੰਗਲੀ ਸਮਾਜ ਹੈ, ਉਹ ਸਮਾਜ ਅੱਜ ਵੀ ਪਸ਼ੂ ਸਮਾਜ ਹੈ। ਤੇ ਅਸੀਂ ਆਪਣੇ ਦੇਸ਼ ਦੇ ਵਿੱਚ ਵੀ ਦੇਖਿਆ, ਕਰੋਨਾ ਦੇ ਦੌਰਾਨ ਵੀ ਦੇਖਿਆ ਕਿਵੇਂ ਲੱਖਾਂ ਮਜ਼ਦੂਰਾਂ ਲਈ ਅਸੀਂ ਇੱਕ ਹਫ਼ਤੇ ਦੀ ਰੋਟੀ ਦਾ ਪ੍ਰਬੰਧ ਨਹੀਂ ਕਰ ਸਕੇ, ਤੇ ਉਹ ਕਰੋਨਾ ਪੀੜ ਦੇ ਹੁੰਦੇ ਹੋਏ ਵੀ ਸੜਕਾਂ ਤੇ ਨਿਕਲ ਤੁਰੇ। ਉੱਥੋਂ ਪਤਾ ਲੱਗਦਾ ਹੈ ਕਿ ਸਾਡੀ ਸੁਸਾਇਟੀ ਦੇ ਵਿੱਚ ਸਰਵਾਈਵਲ ਆਫ ਦਾ ਮਾਰਜਨਲਾਈਜ਼ਡ ਜਿਹੜੇ ਲੋਕ ਨੇ, ਉਹਨਾਂ ਬਾਰੇ ਅਸੀਂ ਅਜੇ ਤੱਕ ਨਹੀਂ ਸੋਚਿਆ ਹੈਗਾ, ਉਹਨਾਂ ਬਾਰੇ ਵਿਗਿਆਨ ਨੇ ਨਹੀਂ ਸੋਚਣਾ ਹੈਗਾ। ਵਿਗਿਆਨ ਤਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਬਣਾ ਕੇ ਦੇ ਦਿੰਦਾ ਹੈ, ਪਰ ਜਦੋਂ ਅਸੀਂ ਸੋਸ਼ਲਾਈਜੇਸ਼ਨ ਕਰਾਂਗੇ, ਸਾਡੀ ਸੁਸਾਇਟੀ ਦੀ ਹਰ ਬੰਦੇ ਦੀ ਸੋਸ਼ਲਾਈਜੇਸ਼ਨ ਹੋਊਗੀ, ਉਦੋਂ ਅਸੀਂ ਇਹਨਾਂ ਗੱਲਾਂ ਬਾਰੇ ਸੋਚਾਂਗੇ। ਤੇ ਇੱਕ ਸਵਾਲ ਸ਼ਾਇਦ ਜਗਵੰਤ ਹੋਰਾਂ ਨੇ ਕੀਤਾ ਸੀ, ਜਗਵੰਤ ਹੋਰੀ ਵੀ ਬਹੁਤ ਇੰਟੈਲੀਜੈਂਟ ਨੇ, ਉਹਨਾਂ ਦਾ ਸਵਾਲ ਸੀ ਕਿ ਇਹ ਸਾਇੰਸ ਸਾਨੂੰ ਲੈ ਕੇ ਕਿੱਥੇ ਜਾਊਗੀ। ਇਹਦਾ ਜਵਾਬ ਵੀ ਸ਼ਾਇਦ ਇਸੇ ਗੱਲ ਦੇ ਵਿੱਚ ਹੀ ਪਿਆ ਹੈ ਕਿ ਜਿਹੜੀ ਸਾਇੰਸ ਹੈ ਉਹ ਇੱਕ ਨਜ਼ਰੀਆ ਹੈ ਚੀਜ਼ਾਂ ਨੂੰ ਸੋਚਣ ਦਾ, ਵਿਚਾਰਨ ਦਾ ਤੇ ਉਹਨਾਂ ਚੀਜ਼ਾਂ ਤੋਂ ਅਗਾਂਹ ਤੁਰਨ ਦਾ। ਜਿੰਨੀ ਦੇਰ ਤੱਕ ਸਾਇੰਸ ਦੇ ਨਾਲ ਸਾਡਾ ਸੋਸ਼ਲਾਈਜੇਸ਼ਨ ਨਹੀਂ ਹੁੰਦਾ ਹੈਗਾ, ਸਾਡਾ ਸਮਾਜੀਕਰਨ ਨਹੀਂ ਹੁੰਦਾ ਹੈਗਾ, ਉਨੀ ਦੇਰ ਤੱਕ ਸਾਇੰਸ ਦੇ ਨੁਕਸਾਨਾਂ ਤੇ ਆਪਾਂ ਕਾਬੂ ਨਹੀਂ ਪਾ ਸਕਾਂਗੇ। ਆਰਟੀਫਿਸ਼ੀਅਲ ਇੰਟੈਲੀਜੈਂਸ ਹੋਵੇ ਜਾਂ ਸਾਇੰਸ ਦੀਆਂ ਜਿੰਨੀਆਂ ਵੀ ਹੋਰ ਕਾਢਾਂ ਹੋਣ, ਉਹ ਸਾਰੀਆਂ ਕਾਢਾਂ ਉਨੀ ਦੇਰ ਤੱਕ ਖਤਰਨਾਕ ਸਾਬਤ ਹੋਣਗੀਆਂ ਜਿੰਨੀ ਦੇਰ ਤੱਕ ਸਾਡੇ ਸਮਾਜ ਦਾ ਸੋਸ਼ਲਾਈਜੇਸ਼ਨ ਨਹੀਂ ਹੁੰਦਾ ਹੈਗਾ। ਸੋ ਸਾਇੰਸ ਦੇ ਵਿਕਾਸ ਦੇ ਨਾਲ ਨਾਲ ਮਨੁੱਖ ਦਾ ਸੋਸ਼ਲਾਈਜ਼ਡ ਹੋਣਾ ਜ਼ਰੂਰੀ ਹੈ, ਜਿਹਨੂੰ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਵੱਧ ਖਤਰਾ ਹੈ। ਅੱਜ ਦੇ ਦੌਰ ਦੇ ਵਿੱਚ ਮਨੁੱਖ ਇਕੱਲਾ ਹੋ ਗਿਆ, ਇਕੱਲੇ ਹੋਣ ਕਰਕੇ ਉਹ ਨਿੱਜ ਪ੍ਰਸਤ ਹੋ ਗਿਆ, ਉਹ ਸਿਰਫ ਆਪਣੇ ਆਪ ਤੱਕ ਸੋਚਦਾ ਹੈ। ਜਦੋਂ ਮਨੁੱਖ ਨਿੱਜ ਪ੍ਰਸਤ ਹੋ ਗਿਆ, ਜਦੋਂ ਮਨੁੱਖ ਆਪਣੇ ਆਪ ਤੱਕ ਸੋਚਣ ਲੱਗ ਗਿਆ, ਇਹ ਸਮਝ ਲਓ ਉਹਦੀ ਸੋਸ਼ਲਾਈਜੇਸ਼ਨ ਖਤਮ ਹੋ ਗਈ, ਤਾਂ ਉਹ ਸਾਇੰਸ ਦੀ ਕਿਸੇ ਵੀ ਕਾਢ ਨੂੰ ਕਿਸੇ ਵੀ ਖਤਰਨਾਕ ਰੂਪ ਦੇ ਵਿੱਚ ਵਰਤ ਸਕਦਾ ਹੈ। ਸੋਸ਼ਲਾਈਜੇਸ਼ਨ ਇੱਕ ਕੰਟਰੋਲ ਹੈ ਜਿਹੜਾ ਬਾਕੀ ਸਾਰੇ ਅਨੁਸ਼ਾਸਨਾਂ ਦੇ ਉੱਪਰ ਆਪਣਾ ਕੰਟਰੋਲ ਰੱਖਦਾ ਹੈ, ਤੇ ਵਿਗਿਆਨ ਦੇ ਉੱਪਰ ਵੀ ਸੋਸ਼ਲਾਈਜੇਸ਼ਨ ਦਾ ਕੁੰਡਾ ਹਮੇਸ਼ਾ ਰਹਿਣਾ ਚਾਹੀਦਾ ਹੁੰਦਾ ਹੈ। ਜਦੋਂ ਲੋਕ ਸਮਾਜਿਕ ਤੌਰ ਤੇ ਇੱਕ ਦੂਜੇ ਨਾਲ ਜੁੜੇ ਹੋਣਗੇ, ਉੱਥੇ ਵਿਗਿਆਨ ਦੀ ਕਿਸੇ ਕਾਢ ਦਾ ਸਾਨੂੰ ਨੁਕਸਾਨ ਨਹੀਂ ਹੋਊਗਾ, ਫਾਇਦਾ ਹੋਊਗਾ। ਜਦੋਂ ਲੋਕ ਇਕੱਲੇ ਹੋਣਗੇ, ਮਤਲਬ ਪ੍ਰਸਤ ਹੋਣਗੇ, ਨਿੱਜ ਪ੍ਰਸਤ ਹੋਣਗੇ, ਸਮਾਜ ਬਾਰੇ ਨਹੀਂ ਸੋਚਣਗੇ, ਉਦੋਂ ਵਿਗਿਆਨ ਦੀਆਂ ਕਾਢਾਂ ਦਾ ਸਾਨੂੰ ਨੁਕਸਾਨ ਹੋਊਗਾ। ਸੋ ਇਹ ਜ਼ਰੂਰੀ ਹੈ ਕਿ ਸਾਡਾ ਵਿਗਿਆਨਕ ਹੋਣ ਦੇ ਨਾਲ ਨਾਲ ਅਸੀਂ ਸੋਸ਼ਲਾਈਜ਼ਡ ਵੀ ਹੋਈਏ। ਤੇ ਇੱਕ ਗੱਲ ਜਿਹੜੀ ਬਾਅਦ ਦੇ ਵਿੱਚ ਚੱਲੀ ਸੀ, ਉਹ ਲੌਜਿਕ ਬਨਾਮ ਅੰਧ ਵਿਸ਼ਵਾਸ ਦੀ ਗੱਲ ਸੀ ਕਿ ਬਹੁਤ ਸਾਰੇ ਅੰਧ ਵਿਸ਼ਵਾਸ ਚੰਗੇ ਵੀ ਹੁੰਦੇ ਨੇ। ਆ ਗਿਆ ਇਸ ਵਿੱਚ ਹਾਂਜੀ, ਇਹਦਾ ਜਵਾਬ ਮਹਿੰਦਰ ਤਾਂਗੜੀ ਹੋਰਾਂ ਨੇ ਬਹੁਤ ਅੱਛਾ ਦਿੱਤਾ ਕਿ ਅਸੀਂ ਸਵਾਲ ਇਹ ਹੈ ਕਿ ਕਿਸੇ ਚੀਜ਼ ਨੂੰ ਕਿਉਂ ਮੰਨਦੇ ਹਾਂ। ਜੇ ਤਾਂ ਅਸੀਂ ਉਸ ਨੂੰ ਅੰਧ ਵਿਸ਼ਵਾਸ ਕਰਕੇ ਮੰਨਦੇ ਹਾਂ, ਫਿਰ ਤਾਂ ਅਸੀਂ ਗਲਤ ਹਾਂ। ਜੇ ਅਸੀਂ ਉਹਦੇ ਲੌਜਿਕ ਕਰਕੇ ਮੰਨਦੇ ਹਾਂ, ਫਿਰ ਅਸੀਂ ਠੀਕ ਹਾਂ। ਜੇ ਅਸੀਂ ਪਿੱਪਲ ਨੂੰ ਇਸ ਕਰਕੇ ਮੰਨਦੇ ਹਾਂ ਕਿ ਪਿੱਪਲ ਸਾਨੂੰ ਆਕਸੀਜਨ ਦਿੰਦਾ ਹੈ, ਫਿਰ ਅਸੀਂ ਪਿੱਪਲ ਦੇ ਆਲੇ ਦੁਆਲੇ ਗੇੜੇ ਨਹੀਂ ਦੇਵਾਂਗੇ, ਤਾਂ ਫਿਰ ਅਸੀਂ ਪਿੱਪਲ ਦੇ ਮੱਥੇ ਨਹੀਂ ਟੇਕਾਂਗੇ। ਜੇ ਅਸੀਂ ਵਰਤ ਇਸ ਕਰਕੇ ਰੱਖਦੇ ਹਾਂ ਕਿ ਵਰਤ ਸਾਡੇ ਵਾਸਤੇ ਸਾਇੰਟੀਫਿਕਲੀ ਜ਼ਰੂਰੀ ਹੈ, ਫਿਰ ਅਸੀਂ ਜ਼ਰੂਰੀ ਨਹੀਂ ਮੰਗਲਵਾਰ ਨੂੰ ਰੱਖੀਏ, ਅਸੀਂ ਬੁੱਧਵਾਰ ਨੂੰ ਵੀ ਰੱਖ ਸਕਦੇ ਹਾਂ, ਅਸੀਂ ਸੋਮਵਾਰ ਨੂੰ ਵੀ ਰੱਖ ਸਕਦੇ ਹਾਂ। ਗੱਲ ਕੀ ਹੈ ਕਿ ਉਹਦੇ ਪਿੱਛੇ ਤੁਹਾਡਾ ਨਜ਼ਰੀਆ ਕੀ ਕੰਮ ਕਰ ਰਿਹਾ ਹੈ। ਜੇ ਤੁਸੀਂ ਅੰਧ ਵਿਸ਼ਵਾਸ ਨੂੰ ਅੰਧ ਵਿਸ਼ਵਾਸ ਦੇ ਨਜ਼ਰੀਏ ਤੇ ਫਾਲੋ ਕਰ ਰਹੇ ਹੋ, ਫਿਰ ਉਹ ਗਲਤ ਹੈ, ਕਿਉਂਕਿ ਅੰਧ ਵਿਸ਼ਵਾਸੀ ਬੰਦਾ ਲਾਈਲੱਗ ਬੰਦਾ ਹੁੰਦਾ ਹੈ। ਸਾਨੂੰ ਲਾਈਲੱਗ ਮਾਨਸਿਕਤਾ ਦੀ ਜ਼ਰੂਰਤ ਨਹੀਂ, ਸਾਨੂੰ ਲੌਜੀਕਲ ਮਾਨਸਿਕਤਾ ਦੀ ਜ਼ਰੂਰਤ ਹੈ। ਤੁਸੀਂ ਕਿਸੇ ਗੱਲ ਨੂੰ ਕਿਸ ਚੀਜ਼ ਕਰਕੇ ਮੰਨ ਰਹੇ ਹੋ। ਜੇ ਤਾਂ ਤੁਸੀਂ ਉਹਦੇ ਗੁਣ ਔਗਣ ਦੇ ਆਧਾਰ ਤੇ ਮੰਨ ਰਹੇ ਹੋ, ਫਿਰ ਤਾਂ ਤੁਸੀਂ ਵਿਗਿਆਨਕ ਸੋਚ ਹੈ, ਤੁਹਾਡਾ ਲੌਜੀਕਲ ਨਜ਼ਰੀਆ ਹੈ। ਜੇ ਤੁਸੀਂ ਇਸ ਕਰਕੇ ਮੰਨ ਰਹੇ ਹੋ ਕਿ ਮੇਰੇ ਪਿਓ ਨੇ ਮੰਨਿਆ ਸੀ, ਮੇਰੇ ਦਾਦੇ ਨੇ ਮੰਨਿਆ ਸੀ, ਮੇਰੇ ਪੜਦਾਦੇ ਨੇ ਮੰਨਿਆ ਤੇ ਸਾਡੇ ਪਿੰਡ ਵਾਲਾ ਸਾਧ ਕਹਿੰਦਾ ਹੈਗਾ ਜਾਂ ਪੰਡਤ ਕਹਿੰਦਾ ਹੈਗਾ, ਫਿਰ ਤੁਸੀਂ ਲਾਈਲੱਗ ਹੋ। ਸਾਨੂੰ ਲਾਈਲੱਗ ਮਾਨਸਿਕਤਾ ਦੀ ਜ਼ਰੂਰਤ ਨਹੀਂ। ਕੋਈ ਵੀ ਵਿਸ਼ਵਾਸ ਹੈ ਉਹਨੂੰ ਆਪਣੇ ਲੌਜੀਕਲ ਨਜ਼ਰੀਏ ਤੋਂ ਪਰਖਿਆ ਜਾਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਜੇ ਤੁਹਾਨੂੰ ਲੱਗਦਾ ਹੈ ਕਿ ਵਰਤ ਰੱਖਣਾ ਜ਼ਰੂਰੀ ਹੈ, ਤਾਂ ਤੁਸੀਂ ਕਿਸੇ ਵੀ ਦਿਨ ਰੱਖ ਲਓ। ਤੁਹਾਨੂੰ ਲੱਗਦਾ ਹੈ ਕਿ ਬੋਹੜ, ਪਿੱਪਲ ਜਾਂ ਕੋਈ ਦਰਖਤ ਜ਼ਰੂਰੀ ਹੈ, ਭਾਵੇਂ ਆਪਣੇ ਵਿਹੜੇ 'ਚ ਉਗਾ ਲਓ ਜੇ ਤੁਹਾਨੂੰ ਲੱਗਦਾ ਉਹਦੇ ਬਹੁਤ ਸਾਰੇ ਫਾਇਦੇ ਨੇ। ਪਰ ਜਦੋਂ ਤੁਸੀਂ ਲਾਈਲੱਗ ਮਾਨਸਿਕਤਾ ਦੇ ਤਹਿਤ ਉਹਨੂੰ ਮੰਨਦੇ ਹੋ, ਤਾਂ ਤੁਸੀਂ ਬਹੁਤ ਖਤਰਨਾਕ ਸਾਬਤ ਹੋ ਸਕਦੇ ਹੋ ਕਿਸੇ ਹੋਰ ਮਾਮਲੇ 'ਚ, ਇਸ ਤੋਂ ਵੀ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੇ ਹੋ। ਸੋ ਇਹ ਮੇਰੇ ਕੁਝ ਅੱਜ ਦੇ ਇਸ ਟੌਪਿਕ ਦੇ ਉੱਤੇ ਵਿਚਾਰ ਸੀ, ਤੇ ਮੈਂ ਅਖੀਰ ਤੇ ਫਿਰ ਨਵਨੀਤ ਦਾ, ਬਾਕੀ ਸਾਡੀ ਐਡਮਿਨ ਟੀਮ, ਰੁਪਿੰਦਰ, ਇੰਦਰਪ੍ਰੀਤ ਧਾਮੀ, ਸਰਕਾਰੀ ਸੈਕੰਡਰੀ ਸਕੂਲ ਬੋਹਾ ਦੇ ਪ੍ਰਿੰਸੀਪਲ ਸਾਹਿਬ, ਜਗਵਿੰਦਰ, ਤੇ ਸਭ ਤੋਂ ਵੱਧ ਮੇਰੇ ਪਿਆਰੇ ਤੇ ਬਹੁਤ ਮਾਣਯੋਗ ਸ਼ਾਗਿਰਦ ਪਰਮਿੰਦਰ ਤਾਂਗੜੀ ਦਾ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਇਸ ਪਲੇਟਫਾਰਮ ਤੇ ਆ ਕੇ ਆਪਣੇ ਬਹੁਤ ਖੂਬਸੂਰਤ ਵਿਚਾਰ ਨਾਲ ਇੱਕ ਨਵੀਂ ਚਰਚਾ ਛੇੜੀ। ਅਸਲ ਦੇ ਵਿੱਚ ਇੱਕ ਚਰਚਾ ਹੈ,
ਅੱਜ ਗੱਲ ਮੁੱਕੀ ਨਹੀਂ, ਅੱਜ ਬਹੁਤ ਸਾਰੇ ਸਵਾਲ ਸਾਡੇ ਅੰਦਰ ਪੈਦਾ ਹੋਏ ਨੇ ਤੇ ਮੈਨੂੰ ਲੱਗਦਾ ਹੈ ਕਿ ਵਿਗਿਆਨ ਦੇ ਉੱਤੇ ਇਸ ਐਪੀਸੋਡ ਨੂੰ ਨਾ ਕੰਟੀਨਿਊ ਰੱਖਣਾ ਚਾਹੀਦਾ ਹੈ। ਕਦੇ ਮਹੀਨੇ 'ਚ ਇੱਕ ਵਾਰ ਇਸੇ ਗੱਲ ਨੂੰ ਕਿਸੇ ਹੋਰ ਅਸੀਂ ਸਾਇੰਟੀਫਿਕ ਐਟੀਟਿਊਡ ਵਾਲੇ ਟੀਚਰ ਨਾਲ ਗੱਲਬਾਤ ਅੱਗੇ ਤੋਰੀਏ, ਤਾਂ ਕਿ ਸਾਡੇ ਮਨਾਂ ਦੇ ਉੱਤੇ ਜਿਹੜੇ ਬਹੁਤ ਸਾਰੇ ਜਾਲੇ ਲੱਗੇ ਹੋਏ ਨੇ ਉਹ ਜਾਲੇ ਲੈ ਸਕਣ ਤੇ ਸਾਡਾ ਜਿਹੜਾ ਵਿਸ਼ਵਾਸ ਆ ਉਹ ਲੌਜੀਕਲ ਹੋ ਸਕੇ ਤੇ ਅਸੀਂ ਸੋਸ਼ਲਾਈਜੇਸ਼ਨ ਵਾਲੇ ਪਾਸੇ ਵਧੀਏ। ਜਿੰਨੀ ਦੇਰ ਤੱਕ ਅਸੀਂ ਨਿੱਜ ਪ੍ਰਸਤ ਹੋਵਾਂਗੇ, ਸਮਾਜ ਬਾਰੇ ਨਹੀਂ ਸੋਚਾਂਗੇ, ਉਨੀ ਦੇਰ ਤੱਕ ਵਿਗਿਆਨ ਵੀ ਸਾਡੇ ਕਿਸੇ ਕੰਮ ਨਹੀਂ ਆਊਗਾ। ਸੋ ਬੰਦਾ ਜਿਉਂਦਾ ਤਾਂ ਹੈ ਕਿਉਂਕਿ ਬੰਦਾ ਸਮਾਜਿਕ ਜੀਵ ਹੈ ਤੇ ਬੰਦੇ ਦਾ ਸਮਾਜਿਕ ਜੀਵ ਬਣੇ ਰਹਿਣਾ ਹੀ ਬੰਦਗੀ ਹੈ, ਸਭ ਤੋਂ ਵੱਡੀ ਇਨਸਾਨੀਅਤ ਹੈ। ਜੇ ਬੰਦਾ ਉਸ ਇਨਸਾਨੀਅਤ ਤੋਂ ਟੁੱਟ ਗਿਆ ਤਾਂ ਵਿਗਿਆਨ ਨੇ ਉਹਦੇ ਗਲ ਦਾ ਫੰਦਾ ਬਣ ਜਾਣਾ ਹੈ, ਵਿਗਿਆਨ ਨੇ ਉਹਨੂੰ ਵਿਨਾਸ਼ ਵਾਲੇ ਪਾਸੇ ਲੈ ਜਾਣਾ ਹੈ। ਬੰਦੂਕ ਜੇ ਬਾਂਦਰ ਦੇ ਹੱਥ 'ਚ ਫੜਾ ਦੋਗੇ ਤਾਂ ਉਹਨੇ ਕਿਸੇ ਤੇ ਵੀ ਗੋਲੀ ਚਲਾ ਦੇਣੀ ਹੈ। ਜੇ ਬੰਦੂਕ ਸਿਆਣੇ ਬੰਦੇ ਦੇ ਹੱਥ ਆਊਗੀ ਤਾਂ ਉਹਨੇ ਦੇਖਣਾ ਨਿਸ਼ਾਨਾ ਕਿੱਥੇ ਲਾਉਣਾ ਹੈ। ਸੋ ਨਿਸ਼ਾਨਾ ਕਿੱਥੇ ਲਾਉਣਾ ਹੈ ਇਹ ਗੱਲ ਨੂੰ ਸਮਾਜ ਨੇ ਦੱਸਣੀ ਹੈ, ਸਾਡੇ ਨਜ਼ਰੀਏ ਨੇ ਦੱਸਣੀ ਹੈ। ਵਿਗਿਆਨ ਨੇ ਤੁਹਾਨੂੰ ਬੰਦੂਕ ਤੁਹਾਡੇ ਹੱਥ 'ਚ ਫੜਾਤੀ, ਵਿਗਿਆਨ ਨੇ ਤੁਹਾਨੂੰ ਇਹ ਨਹੀਂ ਦੱਸਣਾ ਕਿ ਚਲਾਉਣੀ ਕਿੱਥੇ ਹੈ। ਸੋ ਇਹ ਜਿਹੜਾ ਸਮਾਜਿਕ ਇੰਟੈਲੀਜੈਂਸ ਸੀ ਇਹ ਬਹੁਤ ਮਹੱਤਵਪੂਰਨ ਹੈ, ਸਮਾਜਿਕ ਨਜ਼ਰੀਆ ਬਹੁਤ ਮਹੱਤਵਪੂਰਨ ਹੈ ਤੇ ਅੱਜ ਦਾ ਇਹ ਐਪੀਸੋਡ ਚੱਲਦਾ ਰਹਿਣਾ ਚਾਹੀਦਾ ਅੱਗੇ ਭਵਿੱਖ ਦੇ ਵਿੱਚ। ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਰਮਿੰਦਰ ਤਾਂਗੜੀ ਵਾਂਗੂ ਕਿਸੇ ਹੋਰ ਸਾਇੰਟੀਫਿਕ ਨਜ਼ਰੀਏ ਵਾਲੇ ਬੰਦੇ ਨੂੰ ਇਸ ਬਹਿਸ ਨੂੰ ਅੱਗੇ ਲਿਜਾਣ ਲਈ ਲੈ ਕੇ ਆਈਏ। ਤੁਹਾਡਾ ਸਾਰਿਆਂ ਦਾ, ਸਿਰਜਣਾਤਮਕ ਸਿੱਖਿਆ ਸੰਸਾਰ ਦੇ ਸਾਰੀ ਐਡਮਨ ਟੀਮ ਦਾ, ਵਿਸ਼ੇਸ਼ ਤੌਰ ਤੇ ਨਵਨੀਤ ਦਾ, ਜਿਨ੍ਹਾਂ ਦੇ ਐਫਰਟ ਸਦਕਾ ਅੱਜ ਪਰਮਿੰਦਰ ਤਾਂਗੜੀ ਰੂਬਰੂ ਹੋਏ ਨੇ ਤੇ ਮੇਰੇ ਵਾਸਤੇ ਇਹ ਜਿਹੜੇ ਪਲ ਨੇ ਬਹੁਤ ਮਾਣਮੱਤੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।